ਆਸ਼ਿਕ ਬੜੇ ਵਕਤਾਂ ਤੋਂ ਆਪਣੀ ਮਸ਼ੂਕਾਂ ਨੂੰ ਇਹ ਝੂਠ ਬੋਲਦੇ ਰਹੇ ਆ ਕਿ ਅਸੀਂ ਤੈਨੂੰ ਚੰਨ ਤਾਰੇ ਤੋੜ ਕੇ ਲਿਆ ਕੇ ਦਵਾਂਗੇ। ਸ਼ਾਇਰ ਪਤਾ ਨਹੀਂ ਕਿੰਨੇ ਸਾਲਾਂ ਤੋਂ ਚੰਨ ਤਾਰਿਆਂ ਨੂੰ ਆਪਣੀ ਸ਼ਾਇਰੀ ਦੇ ਵਿੱਚ ਬਿਆਨ ਕਰਦੇ ਰਹੇ ਆ। ਮਗਰ ਕੀ ਤੁਹਾਨੂੰ ਇਹ ਪਤਾ ਕਿ ਇਹ ਜਿਹੜੇ ਚੰਨ ਤਾਰੇ ਅਸਮਾਨ ਆਕਾਸ਼ ਜਿਹਦੇ ਬਗੈਰ ਸਾਡੀ ਪੋਇਟਰੀ ਅਧੂਰੀ ਆ, ਸਾਡੀ ਜ਼ਿੰਦਗੀ ਅਧੂਰੀ ਹੈ, ਇਹਨਾਂ ਦੀ ਸ਼ੁਰੂਆਤ ਕਿੱਥੋਂ ਹੋਈ ਸੀ? ਜੀ ਹਾਂ, ਅੱਜ ਆਪਾਂ ਗੱਲ ਕਰਨੀ ਹੈ ਕ੍ਰੀਏਸ਼ਨ ਆਫ ਯੂਨੀਵਰਸ ਦੀ, ਟਾਈਮ ਆਫ ਕ੍ਰੀਏਸ਼ਨ ਐਂਡ ਕ੍ਰੀਏਸ਼ਨ ਆਫ ਟਾਈਮ। ਵੈਲਕਮ ਟੂ ਮਾਈ ਪੋਡਕਾਸਟ ਜਿਹਦਾ ਨਾਮ ਹੈ ਜ਼ਾਲਮ ਟਾਕ। ਮੇਰਾ ਨਾਮ ਹੈ ਮਨਦੀਪ। ਲੈਟਸ ਸਟਾਰਟ ਦਾ ਜਰਨੀ ਜਿਹਦੇ ਵਿੱਚ ਆਪਾਂ ਐਕਸਪਲੋਰ ਕਰਾਂਗੇ ਕਿ ਯੂਨੀਵਰਸ ਕਿੱਦਾਂ ਬਣਿਆ ਸੀ। ਸੋ ਬਿਫੋਰ ਆਪਾਂ ਯੂਨੀਵਰਸ ਦੀ ਕ੍ਰੀਏਸ਼ਨ ਦੀ ਗੱਲ ਕਰੀਏ, ਮੈਂ ਕੁਝ ਬੜੀਆਂ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਨੇ ਉਹ ਡਿਸਕਸ ਕਰਨਾ ਚਾਹੁੰਦਾ ਹਾਂ। ਐਂਡ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਆਉਂਦੀ ਹੈ ਉਹ ਹੈਗਾ ਅਰਲੀ ਬਿਲੀਵ, ਰਾਈਟ? ਯੂਨੀਵਰਸ ਨੂੰ ਲੈ ਕੇ ਪੁਰਾਣੇ ਲੋਕ ਕੀ ਮੰਨਦੇ ਸੀ, ਲੋਕਾਂ ਦਾ ਇੱਕ ਬਲੀਵ ਸਿਸਟਮ ਸੀ, ਉਹ ਕੀ ਸੀ। ਇੱਕ ਵਾਰੀ ਇੱਕ ਬੜਾ ਮਸ਼ਹੂਰ ਜਿਹੜਾ ਫਿਜ਼ਿਸਿਸਟ ਸੀ, ਉਹ ਲੈਕਚਰ ਕਰ ਰਿਹਾ ਸੀ ਕਿਤੇ ਐਸਟਰੋਨੋਮੀ ਤੇ। ਜਦੋਂ ਉਹਨੇ ਲੈਕਚਰ ਫਿਨਿਸ਼ ਕੀਤਾ ਤਾਂ ਇੱਕ ਲੇਡੀ ਆਈ ਗੁੱਸੇ ਦੇ ਵਿੱਚ, ਪਾਗਲ, ਕਹਿੰਦੀ ਵੀ ਤੂੰ ਅੱਜ ਬੜਾ ਝੂਠ ਬੋਲਿਆ ਯੰਗ ਮੈਨ। ਤੇ ਕਹਿੰਦੀ ਜਿੱਦਾਂ ਤੂੰ ਐਕਸਪਲੇਨ ਕੀਤਾ ਇਦਾਂ ਕੁਝ ਨਹੀਂ ਹੁੰਦਾ। ਜਿਹੜੀ ਸਾਡੀ ਧਰਤੀ ਹੈ ਉਹ ਇੱਕ ਕਛੂਏ ਦੀ ਪਿੱਠ ਤੇ ਬੈਠੀ ਹੋਈ ਹੈ। ਤੇ ਜਿਹੜਾ ਫਿਜ਼ਿਸਿਸਟ ਸੀਗਾ, ਬਿਕੋਜ਼ ਹੀ ਵਾਜ਼ ਅ ਗੁੱਡ ਮੈਨ, ਉਹਨੇ ਗੁੱਸੇ 'ਚ ਜਵਾਬ ਦੇਣ ਦੀ ਜਗ੍ਹਾ ਉਹਨੇ ਮੁਸਕਰਾਉਂਦੇ ਹੋਏ ਕਹਿਤਾ ਕਿ ਅੱਛਾ, ਤੇ ਫਿਰ ਉਹ ਕਛੂਆ ਕੀਤੇ ਖੜਾ ਵਾ। ਜਿਹੜੀ ਲੇਡੀ ਸੀ ਉਹ ਅੱਗੇ ਹੋਰ ਗੁੱਸਾ ਹੋ ਗਈ। ਉਹ ਕਹਿੰਦੀ ਵੀ ਤੂੰ ਮੈਨੂੰ ਮੂਰਖ ਨਾ ਸਮਝ, ਕਛੂਏ ਦੇ ਥੱਲੇ ਵੀ ਕਛੂਆ ਵਾ, ਐਂਡ ਧੁਰ ਤੱਕਰ, ਫਿਰ ਜਿੱਥੇ ਤੱਕਰ ਜ਼ਮੀਨ ਨਹੀਂ ਆਉਂਦੀ ਉੱਥੇ ਤੱਕਰ ਕਛੂਆ ਵਾ। ਸੋ ਇੱਦਾਂ ਦੇ ਅਟਪਟੇ ਸਾਨੂੰ ਬਿਲੀਵਸ ਮਿਲਦੇ ਆ ਜੇ ਅਸੀਂ ਪੁਰਾਣੇ ਸਿਵਲਾਈਜੇਸ਼ਨਸ ਨੂੰ ਐਕਸਪਲੋਰ ਕਰਦੇ ਹਾਂ। ਚਾਹੇ ਇਜਿਪਸ਼ੀਅਨਸ ਦੀ ਤੁਸੀਂ ਗੱਲ ਕਰ ਲਓ, ਰਾਈਟ? ਹੁਣ ਇਜਿਪਸ਼ੀਅਨਸ ਮੰਨਦੇ ਸੀ ਕਿ ਜਿਹੜੀ ਨੀਲ ਨਦੀ ਹੈ, ਨਾਈਲ ਰਿਵਰ ਆ ਜਿਹੜੀ ਇਜਿਪਟ ਦੀ, ਵੀ ਉਹਨੇ ਦੁਨੀਆ ਦੀ ਕ੍ਰੀਏਸ਼ਨ ਕੀਤੀ ਹੈ। ਐਂਡ ਉਹਨਾਂ ਦਾ ਇਹ ਬਲੀਵ ਕਿਉਂ ਸੀ? ਉਹ ਇਸ ਕਰਕੇ ਸੀ ਸ਼ਾਇਦ ਕਿਉਂਕਿ ਜੇ ਤੁਸੀਂ ਇਜਿਪਟ ਦੀ ਓਲਡ ਸਿਵਲਾਈਜੇਸ਼ਨ, ਓਲਡ ਸ਼ਹਿਰ ਦੇਖੋ ਨਾ, ਤਾਂ ਉਹ ਸਾਰੇ ਨਾਈਲ ਨਦੀ ਦੇ ਥੋੜੇ ਥੋੜੇ ਕਿਲੋਮੀਟਰ ਦੇ ਦਾਇਰੇ ਵਿੱਚ ਸੀ। ਉਹਦਾ ਰੀਜ਼ਨ ਕੀ ਸੀ ਕਿ ਪਾਣੀ, ਦੇਖੋ, ਪਾਣੀ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਦੁਨੀਆ 'ਚ ਜਿੱਥੇ ਵੀ ਪੁਰਾਣੇ ਸ਼ਹਿਰ ਹੁੰਦੇ ਸੀ ਉਹ ਨਦੀਆਂ ਦੇ ਕਿਨਾਰਿਆਂ ਤੇ ਹੁੰਦੇ ਸੀਗੇ, ਹਨਾ? ਜਿਵੇਂ ਆਪਾਂ ਹੜੱਪਾ ਸਿੰਧੂ ਘਾਟੀ ਦੀ ਸੱਭਿਅਤਾ ਦੀ ਗੱਲ ਕਰਦੇ ਹਾਂ। ਤੇ ਹੁੰਦਾ ਕੀ ਹੈ ਕਿ ਕਿਉਂਕਿ ਉਹ ਨਦੀ ਦੇ ਕਿਨਾਰੇ ਰਹਿੰਦੇ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਜੇ ਸ਼ਾਇਦ ਸਾਡੀ ਜ਼ਿੰਦਗੀ ਇਹ ਤੋਂ ਚੱਲਦੀ ਹੈ ਤਾਂ ਸਾਰਿਆਂ ਦੀ ਜ਼ਿੰਦਗੀ ਇਹ ਤੋਂ ਚੱਲਦੀ ਹੋਊਗੀ। ਈਵਨ ਮੈਂ ਇੱਕ ਜਗ੍ਹਾ ਪੜ੍ਹਿਆ ਸੀ ਕਿ ਪਾਇਥਾਗੋਰਸ ਥਿਊਰਮ ਦੀ ਜਿਹਦੀ ਆਪਾਂ ਗੱਲ ਕਰਦੇ ਹਾਂ, ਈਵਨ ਪਾਇਥਾਗੋਰਸ ਨੇ ਬਾਇਓਲੋਜੀ ਨੂੰ ਲੈ ਕੇ ਇੱਕ ਲਿਖਿਆ ਸੀ ਲੇਖ, ਤੇ ਉਹਦੇ ਵਿੱਚ ਉਹਨੇ ਲਿਖਿਆ ਸੀ ਕਿ ਜਦੋਂ ਕਣਕ ਤੇ ਬੰਦੇ ਦਾ ਪਸੀਨਾ ਡਿੱਗਦਾ ਤਾਂ ਉੱਥੇ ਚੂਹੇ ਪੈਦਾ ਹੋ ਜਾਂਦੇ ਆ, ਹਨਾ? ਹੁਣ ਸ਼ਾਇਦ ਏਦਾਂ ਹੋਊਗਾ ਕਿ ਜਿੱਥੇ ਕਣਕ ਹੈ ਉੱਥੇ ਚੂਹੇ ਆ ਜਾਂਦੇ ਹੋਣਗੇ। ਤੇ ਐਂਡ ਹੀ ਸੌ ਇਟ ਐਂਡ ਹੀ ਬਲੀਵਡ ਕਿ ਕਣਕ ਤੇ ਪਸੀਨਾ ਡਿੱਗੇ ਤੇ ਚੂਹੇ ਪੈਦਾ ਹੋ ਜਾਂਦੇ ਆ। ਸੋ ਲਾਈਫ ਕਿੱਦਾਂ ਸਟਾਰਟ ਹੋਈ, ਜੇ ਇਹ ਤੁਸੀਂ ਪੁਰਾਣੀਆਂ ਕਿਤਾਬਾਂ ਜਾਂ ਪੁਰਾਣੇ ਬਲੀਵਸ ਪੜ੍ਹੋ ਤਾਂ ਤੁਹਾਨੂੰ ਬੜੀਆਂ ਅਟਪਟੀਆਂ ਸਟੋਰੀਆਂ ਸੁਣਨ ਨੂੰ ਮਿਲਣਗੀਆਂ, ਪੜ੍ਹਨ ਨੂੰ ਮਿਲਣਗੀਆਂ। ਮਗਰ ਇੱਕ ਬੜੀ ਯੂਨੀਕ ਜੀ ਗੱਲ ਹੈ ਇਹਨਾਂ ਸਟੋਰੀਜ਼ ਦੇ ਵਿੱਚ ਕਿ ਉੱਥੇ ਗੱਲ ਆਉਂਦੀ ਹੈ ਕਿ ਇੱਕ ਫਲੱਡ ਆਇਆ ਸੀ, ਹਨਾ? ਇੱਕ ਹੜ੍ਹ ਆਇਆ ਸੀ ਜਿਹਨੇ ਦੁਨੀਆ ਤਬਾਹ ਕਰਤੀ। ਤੇ ਜਿਹੜੇ ਲੋਕ, ਉਹਨਾਂ ਵਿੱਚੋਂ ਕੁਝ ਲੋਕ ਬਚੇ ਜਿਨ੍ਹਾਂ ਨੇ ਅੱਗੇ ਦੁਨੀਆ ਸਟਾਰਟ ਕੀਤੀ, ਚਾਹੇ ਉਹ ਮਨੂ ਦੀ ਸਟੋਰੀ ਹੋਵੇ, ਚਾਹੇ ਉਹ ਨੋਆ ਦੀ ਸਟੋਰੀ ਹੋਵੇ, ਚਾਹੇ ਉਹ ਗਿਗਲਾਮਿਸ਼ ਦੀ ਸਟੋਰੀ ਹੋਵੇ, ਹਨਾ? ਇਹ ਸਾਰੀਆਂ ਸਟੋਰੀਆਂ ਦੇ ਵਿੱਚ ਆਹ ਚੀਜ਼ ਸੇਮ ਰਹੀ ਹੈ। ਸੋ ਮੇਬੀ ਜਿਹੜੇ ਸਾਡੇ ਐਨਸੈਸਟਰ ਸੀ, ਦੇ ਹੈਡ ਔਨ ਸਮਵਟ ਲੈਵਲ ਦੇ ਹੈਵ ਅ ਕਾਮਨ ਬਿਲੀਵ ਸਿਸਟਮ। ਦੇਅਰ ਵਰ ਥਿੰਗਸ ਜਿਹੜੀਆਂ ਉਹ ਬਿਲੀਵ ਕਰਦੇ ਸੀ, ਠੀਕ ਹੈ? ਤੇ ਮਗਰ ਇੱਦਾਂ ਹੀ ਨਹੀਂ ਸੀ ਕਿ ਸਾਰੇ ਜਿਹੜੀਆਂ ਪੁਰਾਤਨ ਸਿਵਲਾਈਜੇਸ਼ਨ ਸੀਗੀਆਂ ਉਹਨਾਂ ਦਾ ਕੋਈ ਸਾਇੰਸ ਦੇ ਨਾਲ ਲੈਣਾ ਦੇਣਾ ਨਹੀਂ ਸੀ, ਤਰਕ ਨਾਲ ਉਹ ਕੁਝ ਕਰਦੇ ਨਹੀਂ ਸੀ। ਗ੍ਰੀਸ ਸਿਵਲਾਈਜੇਸ਼ਨ ਜਿਹੜੀ ਸੀਗੀ, ਪਰਟੀਕੂਲਰਲੀ ਜੇ ਉਹਨਾਂ ਦੀ ਗੱਲ ਕਰੀਏ ਤਾਂ ਗ੍ਰੀਸ ਲੋਕ ਬੜੇ ਮਹਾਨ ਲੋਕ ਹੋਏ ਆ, ਹਨਾ? ਉਹਨਾਂ ਦੇ ਫਿਲਾਸਫਰਸ ਬੜੇ ਮਹਾਨ ਹੋਏ ਆ। ਅੱਛਾ, ਇੱਥੇ ਆਪਾਂ ਗੱਲ ਕਰਨੀ ਹੈ ਐਰਿਸਟੋਟਲ ਦੀ। ਮਗਰ ਐਰਿਸਟੋਟਲ ਤੋਂ ਗੱਲ ਕਰਨ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇੱਕ ਵਧੀਆ ਟੀਚਰ ਤੁਹਾਡੇ ਸਮਾਜ ਵਾਸਤੇ ਕਿੰਨਾ ਜ਼ਰੂਰੀ ਹੁੰਦਾ ਵਾ, ਠੀਕ ਹੈ? ਹੁਣ ਆਪਾਂ ਗੱਲ ਕਰਨੀ ਆ ਸੁਕਰਾਤ ਦੀ, ਜਿਹਨੂੰ ਇੰਗਲਿਸ਼ ਵਿੱਚ ਸੋਕਰਟੀਜ਼ ਵੀ ਬੋਲ ਦਿੱਤਾ ਜਾਂਦਾ। ਸੋ ਸੋਕਰਟੀਜ਼ ਇੱਕ ਬੜਾ ਮਹਾਨ ਟੀਚਰ ਹੋਇਆ। ਸੋਕਰਟੀਜ਼ ਦਾ ਜਿਹੜਾ ਸਭ ਤੋਂ ਵਧੀਆ ਸਟੂਡੈਂਟ ਸੀ ਉਹਦਾ ਨਾਮ ਸੀ ਪਲੇਟੋ।
ਪਲੇਟੋ ਦਾ ਜਿਹੜਾ ਸਟੂਡੈਂਟ ਸੀ ਉਹਦਾ ਨਾਮ ਸੀ ਐਰਿਸਟੋਟਲ, ਜਿਹਦੀ ਅੱਜ ਆਪਾਂ ਗੱਲ ਕਰਨੀ ਹੈ। ਐਂਡ ਐਰਿਸਟੋਟਲ ਦਾ ਜਿਹੜਾ ਸਟੂਡੈਂਟ ਸੀਗਾ ਉਹ ਸੀਗਾ ਅਲੈਗਜ਼ੈਂਡਰ ਦੀ ਗ੍ਰੇਟ। ਠੀਕ ਹੈ, ਸੋ ਇੱਕ ਜਿਹੜਾ ਵਧੀਆ ਟੀਚਰ ਹੁੰਦਾ ਵਾ ਨਾ, ਉਹ ਇੱਕ ਚੇਨ ਰਿਐਕਸ਼ਨ ਸਮਾਜ ਦੇ ਵਿੱਚ ਸਟਾਰਟ ਕਰਦਾ ਵਾ, ਅਗਲੀ ਸਿਵਲਾਈਜੇਸ਼ਨਸ ਨੂੰ ਉਹ ਸੇਧ, ਉਹ ਇੱਕ ਪਾਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਰਨ ਕਰਦਾ ਵਾ। ਐਂਡ ਜਿਹੜੀ ਉਹ ਜੋਤ ਜਗਾਉਂਦਾ ਵਾ, ਫਿਰ ਉਹ ਲੇਟਰ ਔਨ ਸਾਨੂੰ 5-7 ਜਨਰੇਸ਼ਨਾਂ ਦੇ ਵਿੱਚ ਅੱਗੇ ਦੇਖਣ ਨੂੰ ਮਿਲਦੀ ਹੈ। ਗ੍ਰੀਸ ਦੀ ਜੇ ਤੁਸੀਂ ਟੈਕਨੋਲੋਜੀ ਦੀ ਗੱਲ ਕਰਦੇ ਹੋ, ਉਹਨਾਂ ਦੀ ਕੁਝ ਚੀਜ਼ਾਂ ਉਹਨਾਂ ਨੇ ਇਹੋ ਜਿਹੀਆਂ ਬਣਾਈਆਂ ਸੀ ਜਿਹਦਾ ਅੱਜ ਦੀ ਸਾਇੰਸ ਕੋਲੇ ਵੀ ਜਵਾਬ ਨਹੀਂ ਹੈਗਾ, ਅਸੀਂ ਇੰਨੇ ਐਡਵਾਂਸ ਆ ਕਿ ਉਹਨਾਂ ਨੇ ਉਹ ਕਿੱਦਾਂ ਕੀਤਾ। ਖੈਰ, ਇਹ ਵਕਤ ਸੀ ਉਦੋਂ ਕਿ ਮੰਨਿਆ ਜਾਂਦਾ ਸੀ ਕਿ ਅਰਥ ਫਲੈਟ ਹੈ। ਅੱਜ ਵੀ ਫਲੈਟ ਅਰਥ ਸੁਸਾਇਟੀ ਜਿਹੜੀ ਹੈਗੀ ਆ, ਉਹ ਬਹੁਤ ਜ਼ਿਆਦਾ ਯਕੀਨ ਕਰਦੀ ਹੈ ਕਿ ਅਰਥ ਇਜ਼ ਫਲੈਟ। ਐਂਡ ਉਹਨਾਂ ਨੂੰ ਐਂਡ ਦੇ ਹੈਵ ਆਰਗੂਮੈਂਟ, ਰਾਈਟ। ਉਹਨਾਂ ਨੇ ਪਤਾ ਨਹੀਂ ਕਿੰਨੇ ਆਰਗੂਮੈਂਟ ਇਕੱਠੇ ਕੀਤੇ ਹੋਏ ਆ। ਐਰਿਸਟੋਟਲ ਤੁਸੀਂ ਇਹ ਕਹਿ ਸਕਦੇ ਹੋ ਕਿਤਾਬਾਂ ਦੇ ਵਿੱਚ ਉਹਨੇ ਲਿਖਿਆ, ਉਹਨੇ ਆਪਣੀ ਕਿਤਾਬ ਲਿਖੀ ਸੀ 340 BC ਦੇ ਵਿੱਚ ਔਨ ਦਾ ਹੈਵਨਸ, ਤੇ ਉਹਦੇ ਵਿੱਚ ਉਹਨੇ ਆਰਗੂਮੈਂਟ ਪੇਸ਼ ਕੀਤਾ ਕਿ ਅਰਥ ਜਿਹੜੀ ਆ ਉਹ ਫਲੈਟ ਆ, ਸੌਰੀ ਅਰਥ ਜਿਹੜੀ ਆ ਉਹ ਰਾਊਂਡ ਹੈ। ਠੀਕ ਹੈ, ਉਹਦੇ ਵਿੱਚ ਉਹਨੇ ਖੈਰ ਅੱਜ ਤਾਂ ਬੜਾ ਯੂ ਗੋ ਟੂ ਸਪੇਸ, ਤੁਸੀਂ ਸਪੇਸ ਦੇ ਵਿੱਚ ਜਾਓ, ਉੱਥੋਂ ਤੁਸੀਂ ਫੋਟੋ ਦੇਖ ਸਕਦੇ ਹੋ, ਤੁਸੀਂ ਉਹਦੀ ਤੁਹਾਨੂੰ ਸ਼ੇਪ ਪਤਾ ਲੱਗ ਜੂਗੀ। ਮਗਰ ਉਸ ਵਕਤ ਜਦੋਂ ਟੈਲੀਸਕੋਪ ਨਹੀਂ ਹੈਗਾ ਤੁਹਾਡੇ ਕੋਲੇ ਕੁਝ ਨਹੀਂ ਹੈਗਾ, ਰਾਈਟ। ਹਾਊ ਡਿਡ ਹੀ ਫਿਗਰਡ ਆਊਟ ਦੈਟ ਅਰਥ ਇਜ਼ ਰਾਊਂਡ। ਖੈਰ, ਜੇ ਆਪਾਂ ਵਰਾਹਮਿਹਿਰ, ਆਰਿਆਭੱਟ ਇਹਨਾਂ ਦੀ ਗੱਲ ਕਰੀਏ ਜਾਂ ਵੇਦਾਂ ਦੀ ਗੱਲ ਕਰੀਏ, ਉਹਦੇ ਵਿੱਚ ਵੀ ਜਿਹੜੀ ਅਰਥ ਹੈ ਉਹਨੂੰ ਗੋਲਾ ਲਿਖਿਆ ਗਿਆ ਵਾ, ਗ੍ਰਹਿ ਲਿਖਿਆ ਗਿਆ ਵਾ। ਤੇ ਇਹਦੀ ਜਿਹੜੀ ਗ੍ਰਹਿ ਦੀ ਜਾਂ ਗੋਲੇ ਦੀ ਆਪਾਂ ਨੂੰ ਪਤਾ ਸਟਰਕਚਰ ਗੋਲ ਹੁੰਦੀ ਹੈ। ਸੋ ਮੇਬੀ ਜਿਹੜੀ ਸਾਡੀ ਸਿਵਲਾਈਜੇਸ਼ਨ ਸੀ ਸ਼ਾਇਦ ਉਹਨੂੰ ਵੀ ਫਿਗਰ ਆਊਟ ਕਰ ਲਿਆ ਹੋਵੇ ਕਿ ਅਰਥ ਗੋਲ ਹੈ। ਠੀਕ ਹੈ, ਮਗਰ ਕਿਉਂਕਿ ਜਿਹੜਾ ਸਾਡਾ ਟੈਕਸਟ ਆ ਇਹਦੀ ਪ੍ਰਜ਼ਰਵੇਸ਼ਨ ਨਹੀਂ ਹੋਈ, ਇਹਦੇ ਤੇ ਕਿਸੇ ਨੇ ਰਿਸਰਚ ਨਹੀਂ ਕੀਤੀ ਇੰਡੀਆ ਦੇ ਵਿੱਚ, ਆਰਕੀਓਲੋਜੀ ਡਿਪਾਰਟਮੈਂਟ ਕੁਝ ਖਾਸਾ ਵਧੀਆ ਨਹੀਂ ਹੈਗਾ। ਸੋ ਦੈਟ ਇਜ਼ ਵਾਈ ਜਿਹੜਾ ਸਾਰਾ ਕ੍ਰੈਡਿਟ ਆ ਜਾਂ ਜਿਹੜੀ ਆਪਾਂ ਗੱਲ ਕਰਨੀ ਅੱਜ ਜਿਹੜਾ ਸਾਇੰਟਿਸਟਾਂ ਦੀ, ਉਹਦੇ ਵਿੱਚ ਮੋਸਟਲੀ ਆਪਾਂ ਵੈਸਟਰਨ ਸਾਇੰਸ ਦੀ ਗੱਲ ਕਰਨੀ ਹੈ, ਇੰਡੀਅਨ ਸਾਇੰਸ ਦੀ ਆਪਾਂ ਗੱਲ ਨਹੀਂ ਕਰਨੀ ਹੈਗੀ। ਸੋ ਕਿਤਾਬ ਦਾ ਜਿਹੜੀ ਦਾ ਆਪਾਂ ਰੈਫਰੈਂਸ ਲੈਣਾ ਉਹ ਇਹ ਕਿਤਾਬ ਹੈ, ਬਰੀਫ ਹਿਸਟਰੀ ਆਫ ਟਾਈਮ। ਮੈਂ ਟਿਕਟੌਕ ਦੀ ਵੀਡੀਓਜ਼ ਦੇ ਵਿੱਚ ਵੀ ਇਹ ਕਿਤਾਬ ਦਾ ਬੜਾ ਜ਼ਿਕਰ ਕੀਤਾ ਵਾ, ਬਹੁਤ ਵਧੀਆ ਕਿਤਾਬ ਆ। ਸੋ ਇਹਦੇ ਰੈਫਰੈਂਸ ਤੋਂ ਆਪਾਂ ਗੱਲ ਕਰਨੀ ਹੈ, ਇੱਕ ਦੋ ਹੋਰ ਬੁੱਕਸ ਦੇ ਰੈਫਰੈਂਸ ਤੋਂ ਗੱਲ ਕਰਨੀ ਹੈ। ਸੋ ਤੁਸੀਂ ਬਾਇਓ ਦੇ ਵਿੱਚ ਜਿਹੜੀ ਇਹਦੀ ਡਿਸਕ੍ਰਿਪਸ਼ਨ ਆ, ਸੌਰੀ YouTube ਦੀ ਵੀਡੀਓ ਦੀ, ਉਹਦੇ ਵਿੱਚ ਤੁਹਾਨੂੰ ਬੁੱਕਸ ਦੇ ਨੇਮ ਹੋਣਗੇ। ਜੇ ਤੁਸੀਂ ਕੁਝ ਹੋਰ ਪੜ੍ਹਨਾ ਚਾਹੁੰਦੇ ਹੋ, ਬੀ ਮਾਈ ਗੈਸਟ, ਰੀਡ ਫਰੋਮ ਦੇਅਰ। ਸੋ ਐਰਿਸਟੋਟਲ ਤੇ ਵਾਪਸ ਆਉਂਦੇ ਹਾਂ। ਐਰਿਸਟੋਟਲ ਨੂੰ ਕਿੱਦਾਂ ਪਤਾ ਲੱਗਿਆ ਕਿ ਅਰਥ ਗੋਲ ਹੈ? ਸੋ ਉਹਨੇ ਗੱਲ ਕੀਤੀ ਮੂਨ ਐਕਲਿਪਸ ਦੀ। ਉਹ ਕਹਿੰਦਾ ਵੀ ਜਦੋਂ ਮੂਨ ਐਕਲਿਪਸ ਹੁੰਦਾ ਵਾ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਧਰਤੀ, ਚੰਨ ਤੇ ਸਨ, ਮਤਲਬ ਮੂਨ ਐਂਡ ਸਨ ਦੇ ਵਿਚਾਲੇ ਆ ਜਾਂਦੀ ਹੈ। ਠੀਕ ਹੈ, ਹੁਣ ਉਹਨੇ ਕਿਹਾ ਕਿ ਕਿਉਂਕਿ ਮੂਨ ਤੇ ਜਿਹੜੀ ਸ਼ੈਡੋ ਹੈ ਉਹ ਗੋਲ ਬਣਦੀ ਹੈ, ਇਸ ਕਰਕੇ ਧਰਤੀ ਦੀ ਸ਼ੇਪ ਗੋਲ ਹੋਊਗੀ। ਕਿਉਂਕਿ ਇਹਦੀ ਪਰਛਾਈ ਗੋਲ ਹੈ ਤਾਂ ਇਹਦੀ ਓਰੀਜਨਲ ਸ਼ੇਪ ਵੀ ਗੋਲ ਹੋਊਗੀ। ਉਹ ਕਹਿੰਦਾ ਜੇ ਅਰਥ ਫਲੈਟ ਹੈ, ਠੀਕ ਹੈ, ਤਾਂ ਮੂਨ ਨੂੰ ਉਹਦੇ ਉੱਪਰ ਆਉਣਾ ਪੈਣਾ ਤੇ ਸਨ ਨੂੰ ਬਿਲਕੁਲ ਥੱਲੇ ਜਾਣਾ ਪੈਣਾ। ਠੀਕ ਹੈ, ਜੇ ਇਹ ਇੱਕ ਫਲੈਟ ਸਰਫੇਸ ਹੈ, ਠੀਕ ਹੈ, ਤਾਂ ਉਹ ਕਹਿੰਦਾ ਉਹ ਪੋਸੀਬਲ ਨਹੀਂ, ਕਿਉਂਕਿ ਜੇ ਉੱਦਾਂ ਪੋਸੀਬਲ ਹੋਊਗਾ ਤਾਂ ਫਿਰ ਦੁਨੀਆ ਦੇ ਵਿੱਚ ਇੱਕੋ ਵਕਤ ਦਿਨ ਹੋਊਗਾ, ਠੀਕ ਹੈ, ਤੇ ਇੱਕੋ ਵਕਤ ਰਾਤ ਹੋਊਗੀ। ਮਗਰ ਐਦਾਂ ਹੁੰਦਾ ਨਹੀਂ। ਉਹਨਾਂ ਨੂੰ ਵੀ ਪਤਾ ਸੀ ਕਿ ਟਾਈਮ ਡਿਫਰੈਂਸ ਹੋ ਜਾਂਦਾ ਵਾ, ਈਵਨ ਦੇ ਨਿਊ। ਠੀਕ ਹੈ, ਪਹਿਲਾ ਆਰਗੂਮੈਂਟ ਇਹ ਸੀਗਾ। ਫਿਰ ਉਹਨੇ ਕਿਹਾ ਕਿ ਜਦੋਂ ਆਪਾਂ ਸਾਊਥ ਤੇ ਨਾਰਥ ਦੇ ਵਿੱਚ ਟਰੈਵਲ ਕਰਦੇ ਹਾਂ ਤਾਂ ਜਿਹੜਾ ਨਾਰਥ ਦਾ ਸਟਾਰ ਆ ਉਹਦੀ ਲੋਕੇਸ਼ਨ ਚੇਂਜ ਹੁੰਦੀ ਆ, ਕਿਉਂਕਿ ਉਹਨਾਂ ਨੂੰ ਤਾਰਿਆਂ ਦਾ ਗਿਆਨ ਸੀ, ਉਹ ਤਾਰੇ ਦੇਖ ਕੇ ਟਰੈਵਲ ਕਰਦੇ ਸੀ। ਤਾਂ ਉਹਨੇ ਫਿਗਰ ਆਊਟ ਕੀਤਾ ਕਿ ਪੋਸੀਬਲ ਨਹੀਂ ਹੈ ਕਿ ਫਲੈਟ ਹੋਵੇ, ਬਿਕੋਜ਼ ਜੇ ਫਲੈਟ ਹੋਊਗਾ ਤਾਂ ਸ਼ਾਇਦ ਤਾਰਿਆਂ ਦੀ ਲੋਕੇਸ਼ਨ ਜਿਹੜੀ ਹੈ ਹਨਾ ਉਹ ਇੰਨੀ ਚੇਂਜ ਨਾ ਹੋਵੇ। ਫਿਰ ਇੱਕ ਹੋਰ ਆਰਗੂਮੈਂਟ ਇਸ ਕਿਤਾਬ ਦੇ ਵਿੱਚ ਸੀਗਾ। ਉਹ ਕਹਿੰਦਾ ਜਦੋਂ ਤੁਸੀਂ ਸਮੁੰਦਰ ਦੇ ਵਿੱਚ ਹੁੰਦੇ ਹੋ ਤਾਂ ਜਦੋਂ ਕੋਈ ਬਹੁਤ ਦੂਰੋਂ ਜਦੋਂ ਸ਼ਿਪ ਆਉਂਦੀ ਹੈ ਤਾਂ ਤੁਹਾਨੂੰ ਉਹਦਾ ਟੌਪ ਪਹਿਲਾਂ ਦਿਖਦਾ। ਠੀਕ ਹੈ, ਜੇ ਸਾਰਾ ਕੁਝ ਫਲੈਟ ਆ ਤਾਂ ਉਹ ਚੀਜ਼ ਤੁਹਾਨੂੰ ਇੱਕ ਪਲੇਨ ਦੇ ਵਿੱਚ ਦਿਖਣੀ ਚਾਹੀਦੀ, ਕਿਉਂਕਿ ਫਲੈਟ ਸਰਫੇਸ ਹੈ ਨਾ, ਪਾਣੀ ਦੇ ਵਿੱਚ ਉਬੜ ਖਾਬੜ ਉਹਦੇ ਵਿੱਚ ਬਣਦੀ ਨਹੀਂ, ਸਰਫੇਸ ਦੇ ਵਿੱਚ ਸਾਰੀ ਚੀਜ਼ ਫਲੈਟ ਰਹਿੰਦੀ ਹੈ। ਤਾਂ ਕਹਿੰਦਾ ਜੇ ਫਲੈਟ ਹੈ ਐਂਡ ਕੋਈ ਚੀਜ਼ ਉਧਰੋਂ ਆ ਰਹੀ ਹੈ ਤਾਂ ਤੁਹਾਨੂੰ ਫਲੈਟ ਪੂਰੀ ਦਿਖਣੀ ਚਾਹੀਦੀ ਹੈ, ਤੁਹਾਨੂੰ ਉਹਦਾ ਟੌਪ ਨਹੀਂ ਦਿਖਣਾ ਚਾਹੀਦਾ। ਐਂਡ ਕਿਉਂਕਿ ਧਰਤੀ ਗੋਲ ਹੈ, ਚੀਜ਼ ਦੂਰੋਂ ਆ ਰਹੀ ਹੈ, ਤਾਂ ਤੁਹਾਨੂੰ ਉਹਦੀ ਸੇਲਸ ਜਿਹੜੀਆਂ ਉਹਦੇ ਕੱਪੜਾ ਪਾਇਆ ਹੁੰਦਾ ਸੀ ਨਾ ਪੁਰਾਣੀਆਂ ਸ਼ਿਪਸ ਦੇ ਉੱਪਰ ਤਾਂ ਕਿ ਵਿੰਡ ਉਹਨੂੰ ਖਿੱਚ ਸਕੇ, ਵੀ ਉਹ ਪਹਿਲਾਂ ਦਿਖਦੀਆਂ ਵਾ। ਤੁਹਾਨੂੰ ਉਹਦਾ ਫਲੈਗ ਪਹਿਲਾਂ ਦਿਖਦਾ, ਸੇਲਸ ਦੇ ਉੱਪਰ ਫਲੈਗ ਲੱਗੇ ਹੁੰਦੇ ਸੀ, ਉਹ ਪਹਿਲਾਂ ਦਿਖਦਾ ਵਾ। ਤਾਂ ਉਹਨੇ ਇਹ ਕਿਹਾ। ਉਹਨੇ ਇੱਕ ਹੋਰ ਬੜੀ ਚੀਜ਼ ਉਹਨੇ ਬਿਲੀਵ ਕੀਤੀ ਕਿ ਜਿਹੜੀ ਅਰਥ ਹੈ ਉਹ ਸਟੇਸ਼ਨਰੀ ਆ। ਠੀਕ ਹੈ,
ਤੇ ਬਾਕੀ ਸਾਰਾ ਕੁਝ ਇਹਦੇ ਆਸੇ-ਪਾਸੇ ਘੁੰਮਦਾ ਵਾ। ਤੇ ਉਹਨੇ ਕਿਹਾ ਵੀ ਜਿਹੜੇ ਸਟਾਰਸ ਨੇਗੇ ਜਾਂ ਬਾਕੀ ਸਾਰੀਆਂ ਚੀਜ਼ਾਂ ਨੇ ਉਹ ਉਹ ਫਿਕਸ ਨੇਗੀਆਂ, ਸਟੇਸ਼ਨਰੀ ਯੂਨੀਵਰਸ ਹੈ। ਤੇ ਐਰਿਸਟੋਟਲ ਦਾ ਜਿਹੜਾ ਆਈਡੀਆ ਸੀਗਾ ਨਾ, ਇਹਨੂੰ 2nd ਸੈਂਚਰੀ ਦੇ ਵਿੱਚ ਇੱਕ ਵਿਗਿਆਨੀ ਹੋਇਆ ਜਿਹਦਾ ਨਾਮ ਸੀ ਪਟੋਲੈਮੀ। ਫਨੀ ਜਿਹਾ ਨਾਮ ਆ ਪੰਜਾਬੀ ਦੇ ਵਿੱਚ, ਆਪਾਂ ਨੂੰ ਥੋੜਾ ਜਿਹਾ, ਮੈਂ ਵੀ ਬੋਲ ਰਿਹਾ ਨਾ, ਮੈਨੂੰ ਫਨੀ ਲੱਗ ਰਿਹਾ, ਪਟੋਲੈਮੀ। ਉਹਦਾ ਨਾਮ ਸੀ ਪਟੋਲੈਮੀ, ਠੀਕ ਹੈ। ਹੁਣ ਪਟੋਲੈਮੀ ਨੇ ਕੀ ਕੀਤਾ, ਉਹਨੇ ਕਿਉਂਕਿ ਉਸ ਟਾਈਮ ਜਿਹੜੇ ਲੋਕ ਸੀ ਉਹ ਬੜੇ ਕਿਊਰੀਅਸ ਸੀਗੇ, ਉਹਨੇ ਕੀ ਕੀਤਾ, ਉਹਨੇ ਐਰਿਸਟੋਟਲ ਦਾ ਆਈਡੀਆ ਚੱਕਿਆ, ਉਹਨੇ ਇੱਕ ਯੂਨੀਵਰਸ ਦੀ ਪਿਕਚਰ ਦੇਤੀ ਕਿ ਯੂਨੀਵਰਸ ਕਿੱਦਾਂ ਹੁੰਦਾ। ਉਹਨੇ ਇੱਕ ਪਿਕਚਰ ਡਰਾ ਕੀਤੀ। ਉਹ ਪਿਕਚਰ ਦੇ ਵਿੱਚ ਉਹਨੇ ਕਿਹਾ ਕਿ ਜਿਹੜਾ ਅਰਥ ਹੈ ਉਹ ਸੈਂਟਰ ਦੇ ਵਿੱਚ ਆ, ਸਟੇਸ਼ਨਰੀ ਹੈ। ਇਹਦੇ ਬਾਹਰ ਇਹਦਾ ਮੂਨ ਘੁੰਮਦਾ, ਫਿਰ ਮਰਕਿਊਰੀ ਘੁੰਮਦਾ, ਫਿਰ ਵੀਨਸ ਘੁੰਮਦਾ, ਫਿਰ ਸਨ ਘੁੰਮਦਾ, ਫਿਰ ਰੈਸਟ ਆਫ ਦਾ ਪਲੈਨਟਸ ਜਿਹੜੇ ਸੋਲਰ ਸਿਸਟਮ ਦੇ ਨੇ ਉਹ ਘੁੰਮਦੇ ਆ। ਤੇ ਇਹ ਤੋਂ ਬਾਅਦ ਜਿਹੜੇ ਤੁਹਾਡੇ ਸਟਾਰਸ ਨੇਗੇ ਜਾਂ ਬਾਕੀ ਅਸੀਂ ਅਸਮਾਨ 'ਚ ਚੀਜ਼ਾਂ ਦੇਖਦੇ ਹਾਂ ਉਹ ਸਟੇਸ਼ਨਰੀ ਹੈ, ਠੀਕ ਹੈ। ਹੁਣ ਇੱਕ ਫਨੀ ਗੱਲ ਹੁੰਦੀ ਹੈ। ਫਨੀ ਗੱਲ ਕੀ ਹੁੰਦੀ ਹੈ ਕਿ ਚਰਚ ਜਿਹੜੀ ਉਸ ਟਾਈਮ ਦੀ ਹੁੰਦੀ ਆ ਉਹ ਇਹਨੂੰ ਅਪਣਾ ਲੈਂਦੀ ਆ, ਠੀਕ ਹੈ। ਚਰਚ ਇਹਨੂੰ ਅਪਣਾ ਕਿਉਂ ਲੈਂਦੀ ਆ? ਕਿਉਂਕਿ ਜੇ ਤੁਸੀਂ ਸਾਇੰਸ ਇਹ ਪ੍ਰੂਵ ਕਰ ਦਿੰਦੀ ਆ, ਤੁਸੀਂ ਸਾਇੰਸ, ਕਿਉਂਕਿ ਉਸ ਟਾਈਮ ਨਾ ਰਿਲੀਜਨ ਤੇ ਸਾਇੰਸ ਦੇ ਵਿੱਚ ਇੱਕ ਲੜਾਈ ਸੀ, ਕਿਉਂਕਿ ਰਿਲੀਜਨ ਦਾ ਜਿਹੜਾ ਪਰਸਪੈਕਟਿਵ ਸੀ ਉਹ ਫਨੀ ਆਸਪੈਕਟ ਬਹੁਤ ਦਿਖਾਉਂਦਾ ਸੀਗਾ ਚੀਜ਼ਾਂ ਨੂੰ ਲੈ ਕੇ। ਸੋ ਹੋਇਆ ਕਿ ਜਦੋਂ ਸਾਇੰਸ ਕਹਿਣ ਲੱਗ ਜੇ ਕਿ ਇਦਾਂ ਦਾ ਮਾਡਲ ਹੈ, ਚਰਚ ਨੇ ਉਹ ਮਾਡਲ ਅਡਾਪਟ ਕਰ ਲਿਆ। ਕਿਉਂਕਿ ਜਦੋਂ ਤੁਸੀਂ ਫਿਕਸ ਸਟਾਰਸ ਦੀ ਗੱਲ ਕਰਦੇ ਹੋ ਤਾਂ ਤੁਹਾਡੇ ਕੋਲੇ ਹੈਵਨ ਦਾ ਕਨਸੈਪਟ ਇੰਟਰੋਡਿਊਸ ਹੋ ਜਾਂਦਾ ਕਿ ਫਿਕਸ ਸਟਾਰ ਹੈ ਤੇ ਉੱਥੇ ਹੈਵਨ ਆ, ਐਂਡ ਕਨਸੈਪਟ ਆਫ ਹੈਲ। ਸਾਇੰਸ ਨੇ ਪ੍ਰੂਵ ਕਰਤਾ, ਇਹ ਸਾਰਾ ਕੁਝ ਮਿਕਸ ਹੋ ਗਿਆ, ਚਰਚ ਖੁਸ਼ ਹੋ ਗਈ, ਠੀਕ ਹੈ। ਚਰਚ ਨੇ ਜਿਹੜਾ ਸੀਗਾ ਇਹ ਜਿਹੜਾ ਇਹਦਾ ਡਿਜ਼ਾਈਨ ਸੀਗਾ ਉਹਨੂੰ ਐਕਸੈਪਟ ਕੀਤਾ, ਦੋਨਾਂ ਬਾਹਾਂ ਖੋਲ ਕੇ ਕਿ ਚਲੋ ਜੀ ਹੁਣ ਤਾਂ ਗੱਲ ਹੀ ਬੜੀ ਨਜ਼ਾਰੇ ਵਾਲੀ ਬਣ ਗਈ। ਮਗਰ ਹਜੇ ਤੱਕ ਐਰਿਸਟੋਟਲ ਤੋਂ ਇਲਾਵਾ ਪਟੋਲੈਮੀ ਨੇ ਵੀ ਕਿਸੇ ਤਰ੍ਹਾਂ ਦੀ, ਸਾਡੇ ਕੋਲੇ ਡਾਟਾ ਨਹੀਂ ਸੀਗਾ। ਸਾਇੰਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਡਾਟਾ। ਤੁਸੀਂ ਐਕਸਪੈਰੀਮੈਂਟ ਕਰਦੇ ਹੋ, ਡਾਟਾ ਕਲੈਕਟ ਕਰਦੇ ਹੋ, ਉਹ ਡਾਟਾ ਦੇ ਉੱਪਰ ਤੁਸੀਂ ਆਪਣੀਆਂ ਜਿਹੜੀਆਂ ਫਾਈਂਡਿੰਗਸ ਹੁੰਦੀਆਂ ਵਾ ਉਹਦੇ ਨਾਲ ਤੁਸੀਂ ਕੋਈ ਥਿਊਰੀ ਜਾਂ ਤੁਸੀਂ ਕੋਈ ਆਈਡੀਆ ਫਾਰਮ ਕਰਦੇ ਹੋ, ਠੀਕ ਹੈ। ਤੇ ਹੁਣ ਤੱਕ ਜਿੰਨੇ ਵੀ ਆਈਡੀਆਜ਼ ਦੀ ਆਪਾਂ ਗੱਲ ਕੀਤੀ ਹੈ ਉੱਥੇ ਡਾਟਾ ਮਿਸਿੰਗ ਹੈ। ਦੇयर इज नो ਡਾਟਾ, ਰਾਈਟ। ਜਿਹੜਾ ਬੰਦਾ ਵੀ ਗੱਲ ਕਰ ਰਿਹਾ ਉਹ ਅਜ਼ਿਊਮ ਕਰ ਰਿਹਾ, ਉਹ ਕਿਸੇ ਸਾਇੰਟੀਫਿਕ ਟੂਲ ਦੀ ਗੱਲ ਨਹੀਂ ਕਰ ਰਿਹਾ। ਤੇ ਫਿਰ ਇਦਾਂ ਹੀ ਇੱਕ ਹੋਰ ਥਿਊਰੀ ਆਉਂਦੀ ਆ, ਰਾਈਟ, ਜਿਹੜੀ ਦਿੱਤੀ ਸੀ ਨਿਕੋਲਸ ਕੋਪਰਨਿਕਸ ਨੇ। ਉਹਨੇ ਕਿਹਾ ਨਹੀਂ, ਵੀ ਜਿਹੜਾ ਕੁਝ ਤੁਸੀਂ ਕਹਿ ਰਹੇ ਹੋ ਇਹ ਗਲਤ ਹੈ, ਚਰਚ ਦਾ ਸਿਸਟਮ ਵੀ ਗਲਤ ਹੈ। ਤੇ ਉਹਨੇ ਆਈਡੀਆ ਪ੍ਰਪੋਜ਼ ਕੀਤਾ ਕਿ ਸਨ ਇਜ਼ ਐਟ ਦਾ ਸੈਂਟਰ ਆਫ ਆਰ ਸੋਲਰ ਸਿਸਟਮ ਐਂਡ ਬਾਕੀ ਸਾਰਾ ਕੁਝ ਉਹਦੇ ਆਸੇ-ਪਾਸੇ ਘੁੰਮਦਾ ਵਾ, ਠੀਕ ਹੈ। ਤੇ ਉਹਦਾ ਜਿਹੜਾ ਇਹ ਆਈਡੀਆ ਸੀਗਾ, ਜਿਹੜੇ ਲੋਕ ਰਿਲੀਜਨ 'ਚ ਉਸ ਟਾਈਮ ਬਿਲੀਵ ਨਹੀਂ ਕਰਦੇ ਹੋਣੇ ਹੈਗੇ, ਤਾਂ ਉਹਨਾਂ ਨੇ ਆਈਡੀਆ ਬੜਾ ਅਡਾਪਟ ਕੀਤਾ, ਇਹਦਾ ਆਈਡੀਆ ਫੇਮਸ ਹੋਣ ਲੱਗ ਗਿਆ। ਐਂਡ ਫਿਰ ਗੈਲੀਲੀਓ ਗੈਲੀਲੀ ਜਿਹਨੇ ਟੈਲੀਸਕੋਪ ਬਣਾਇਆ ਸੀ, ਹੀ ਇਨਵੈਂਟਡ ਟੈਲੀਸਕੋਪ, ਰਾਈਟ, ਐਂਡ ਹੀ ਸਟਾਰਟਡ ਲੁਕਿੰਗ ਇਨਟੂ ਦਾ ਸਕਾਈ ਐਂਡ ਹੀ ਸੈਡ ਕਿ ਯਾਰ ਜੇ ਅਰਥ ਦੇ ਆਸੇ-ਪਾਸੇ ਸਾਰਾ ਕੁਝ ਘੁੰਮਦਾ ਵਾ ਤਾਂ ਜੁਪੀਟਰ ਦੇ ਆਸੇ-ਪਾਸੇ ਕੀ ਘੁੰਮ ਰਿਹਾ ਵਾ। ਉਹਨੇ ਜੁਪੀਟਰ ਦੇ ਮੂਨ ਦੇਖੇ, ਉਹ ਕਹਿੰਦਾ ਵੀ ਦੈਟਸ ਨਾਟ ਪੋਸੀਬਲ, ਕਿੱਦਾਂ ਹੋ ਸਕਦਾ ਜੇ ਅਰਥ ਇਜ਼ ਸੈਂਟਰ ਆਫ ਦਾ ਯੂਨੀਵਰਸ ਐਂਡ ਸਾਰਾ ਕੁਝ ਇਹਦੇ ਆਸੇ-ਪਾਸੇ ਰਿਵੋਲਵ ਕਰ ਰਿਹਾ ਵਾ, ਫਿਰ ਜੁਪੀਟਰ ਦੇ ਆਸੇ-ਪਾਸੇ ਮੂਨ ਕਿਉਂ ਰਿਵੋਲਵ ਕਰ ਰਿਹਾ ਵਾ। ਤੇ ਚਰਚ ਨੇ ਉਹਨੂੰ ਇਸ ਚੀਜ਼ ਵਾਸਤੇ ਡਾਂਟਿਆ ਵੀ ਕਿ ਤੂੰ ਸਾਡੇ ਰਿਲੀਜਨ ਦੇ ਖਿਲਾਫ ਆਪਣੀ ਸਾਇੰਟੀਫਿਕ ਥਿਊਰੀ ਨਾ ਦੇ। ਐਂਡ ਫਿਰ ਉਹ ਪੋਪ ਕੋਲੇ ਵੀ ਗਿਆ, ਉਹਨੇ ਪੋਪ ਨੂੰ ਕਿਹਾ ਕਿ ਯਾਰ ਤੁਸੀਂ ਮੈਨੂੰ ਅਲਾਓ ਕਰੋ ਕਿ ਮੈਂ ਵੀ ਇਹਦੇ ਉੱਪਰ ਰਿਸਰਚ ਕਰਾਂ ਕਿ ਐਰਿਸਟੋਟਲ ਦਾ ਜਿਹੜਾ ਮਾਡਲ ਆ ਜਿਹਦੇ ਤੇ ਪਟੋਲੈਮੀ ਨੇ ਯੂਨੀਵਰਸ ਦੀ ਪਿਕਚਰ ਕ੍ਰੀਏਟ ਕੀਤੀ ਉਹ ਸਹੀ ਹੈ ਕਿ ਕੋਪਰਨਿਕਸ ਦੀ ਜਿਹਦੀ ਆਪਾਂ ਗੱਲ ਕਰਦੇ ਪਏ ਹਾਂ, ਜਿਹਨੇ ਆਈਡੀਆ ਦਿੱਤਾ ਕਿ ਸਨ is the center of the solar system and everything revolves around it, ਇਹ ਜ਼ਿਆਦਾ ਵਧੀਆ ਵਾ। ਸੋ ਚਰਚ ਨੇ ਉਹਨੂੰ ਆਗਿਆ ਦਿੱਤੀ ਕਿ ਗੋ, ਬਟ ਉਹਨਾਂ ਨੇ ਸ਼ਰਤ ਰੱਖੀ ਤੇ ਉਹਦੀਆਂ ਦੋ ਬੜੀਆਂ ਇੰਪੋਰਟੈਂਟ ਸ਼ਰਤਾਂ ਦੀ ਆਪਾਂ ਗੱਲ ਕਰਨੀ ਹੈ। ਪਹਿਲੀ ਸ਼ਰਤ ਇਹ ਸੀਗੀ ਕਿ ਤੁਹਾਨੂੰ ਇੱਕ ਸਾਈਡ ਨਹੀਂ ਲੈਣੀ, ਤੁਸੀਂ ਦੋਨਾਂ ਪੱਖਾਂ ਨੂੰ ਬਹੁਤ ਅਨਬਾਇਸ ਹੋ ਕੇ ਇਹਨਾਂ ਤੇ ਰਿਸਰਚ ਕਰਨੀ ਹੈ। ਦੂਜੀ ਗੱਲ ਕਿ ਆਊਟਕਮ ਦੇ ਵਿੱਚ ਤੁਸੀਂ ਇਹ ਕਹਿਣਾ ਵਾ ਕਿ
ਬੰਦੇ ਦਾ ਇਹਨਾਂ ਚੀਜ਼ਾਂ ਤੇ ਕੰਟਰੋਲ ਨਹੀਂ ਤੇ ਨਾ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ, ਕਿਉਂਕਿ ਜਿਹੜਾ ਗੋਡ ਹੈ ਉਹ ਸੁਪਰੀਮ ਬੀਇੰਗ ਹੈ, ਤੇ ਕਿਉਂਕਿ ਉਹਨੇ ਸਾਰਾ ਯੂਨੀਵਰਸ ਕ੍ਰੀਏਟ ਕੀਤਾ, ਅਸੀਂ ਉਹਨੂੰ ਅੰਡਰਸਟੈਂਡ ਨਹੀਂ ਕਰ ਸਕਦੇ, ਠੀਕ ਹੈ। ਮਗਰ ਗੈਲੀਲੀਓ ਨੇ ਕੀ ਕੀਤਾ, ਉਹਨੇ ਕੋਪਰਨਿਕਸ ਦਾ ਜਿਹੜਾ ਆਈਡੀਆ ਸੀ ਉਹਨੂੰ ਕਿਉਂਕਿ ਉਹਦੀਆਂ ਫਾਈਂਡਿੰਗਸ ਉਹ ਸੀਗੀਆਂ, ਉਹਨੇ ਜੂਪੀਟਰ ਦੇ ਆਸੇ-ਪਾਸੇ ਚੀਜ਼ਾਂ ਘੁੰਮਦੀਆਂ ਦੇਖੀਆਂ ਸੀ, ਉਹਨੇ ਹੋਰ ਵੀ ਬਹੁਤ ਚੀਜ਼ਾਂ ਦੇਖੀਆਂ, ਐਂਡ ਹੀ ਸੈਡ ਦੈਟ ਕਿ ਐਰਿਸਟੋਟਲ ਦਾ ਜਿਹੜਾ ਆਈਡੀਆ ਵਾ ਇਹ ਰਾਈਟ ਨਹੀਂ ਹੋ ਸਕਦਾ। ਹੀ ਵੈਂਟ ਵਿਦ ਦਾ ਆਈਡੀਆ ਕਿ ਕੋਪਰਨਿਕਸ ਦਾ ਜਿਹੜਾ ਆਈਡੀਆ ਹੈਗਾ ਦੈਟ ਇਜ਼ ਕਰੈਕਟ, ਕਿ ਚੀਜ਼ਾਂ ਸਨ ਦੇ ਆਸੇ-ਪਾਸੇ ਰਿਵੋਲਵ ਕਰਦੀਆਂ ਵਾ, ਐਂਡ ਇਹੀ ਇੱਕ ਰੀਜ਼ਨ ਸੀਗਾ ਜਿਹਦੇ ਕਰਕੇ ਗੈਲੀਲੀ ਦੀ ਡੈਥ ਵੀ ਹੋਈ। ਦੇਖੋ, ਜਦੋਂ ਯੂਨੀਵਰਸ ਦੀ ਕ੍ਰੀਏਸ਼ਨ ਦੀ ਗੱਲ ਆਉਂਦੀ ਹੈ ਨਾ, ਉੱਥੇ ਦੋ ਕੁਐਸਚਨ ਬੜੇ ਇੰਪੋਰਟੈਂਟ ਨੇਗੇ। ਪਹਿਲਾ ਇੰਪੋਰਟੈਂਟ ਕੁਐਸਚਨ ਕੀ ਆ ਕਿ ਯੂਨੀਵਰਸ ਦੀ ਕ੍ਰੀਏਸ਼ਨ ਕਿੱਦਾਂ ਹੋਈ, ਕਹਿਣ ਤੋਂ ਭਾਵ ਉਹ ਇਵੈਂਟ ਕਿਹੜਾ ਸੀ ਜਿਹਨੇ ਟਾਈਮ ਨੂੰ ਇਟਸੈਲਫ ਕ੍ਰੀਏਟ ਕੀਤਾ, ਐਗਜ਼ਿਸਟੈਂਸ ਨੂੰ ਕ੍ਰੀਏਟ ਕੀਤਾ ਸਾਰੀ ਚੀਜ਼ਾਂ ਦੀ। ਦੂਜੀ ਚੀਜ਼ ਕੀ ਹੈ, ਉਸ ਤੋਂ ਬਾਅਦ ਉਹ ਚੀਜ਼ ਦੀ ਐਵੋਲੂਸ਼ਨ ਕਿੱਦਾਂ ਹੋਈ, ਕਿਹੜੀ ਚੀਜ਼ ਕਿੱਦਾਂ ਬਣੀ, ਤਾਰੇ, ਪਲੈਨਟਸ, ਗ੍ਰੈਵਿਟੀ, ਜਿਹੜੇ ਫਿਜ਼ੀਕਲ ਲਾਅ ਨੇ ਇਹ ਐਗਜ਼ਿਸਟੈਂਸ ਦੇ ਵਿੱਚ ਕਿੱਦਾਂ ਹੈ। ਇਹ ਬੜਾ ਇੱਕ ਦੋ ਇੰਪੋਰਟੈਂਟ ਕੁਐਸਚਨ ਨੇਗੇ। ਹੁਣ ਜਿਹੜਾ ਪਹਿਲਾ ਕੁਐਸਚਨ ਹੈ ਨਾ, ਇਹਨੂੰ ਜਦੋਂ ਆਪਾਂ ਰਿਲੀਜੀਅਸ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ ਤਾਂ ਮੈਟਾਫਿਜ਼ਿਕਸ ਦੇ ਇਹਨੂੰ ਕਹਿ ਦਿੱਤਾ ਜਾਂਦਾ ਕਿ ਯਾਰ ਇਹ ਮੈਟਾਫਿਜ਼ਿਕਸ ਦਾ ਟੌਪਿਕ ਹੈ, ਇਹਨੂੰ ਤੁਸੀਂ ਟੱਚ ਨਾ ਕਰੋ, ਠੀਕ ਹੈ। ਤੁਸੀਂ ਯੂਨੀਵਰਸ ਦੀ ਐਵੋਲੂਸ਼ਨ ਦੇਖੋ, ਸਾਨੂੰ ਕੋਈ ਚੱਕਰ ਨਹੀਂ, ਕਿਉਂਕਿ ਉੱਥੇ ਫਿਰ ਇਹ ਕਹਿ ਦਿੱਤਾ ਜਾਂਦਾ ਕਿ ਗੋਡ ਨੇ ਕ੍ਰੀਏਟ ਕੀਤਾ ਤੇ ਉਹਨੇ ਸਾਰੀਆਂ ਐਂਟੀਟੀਜ਼ ਬਣਾਤੀਆਂ, ਵੈਦਰ ਇਟ ਇਜ਼ ਗ੍ਰੈਵਿਟੀ, ਵੈਦਰ ਇਟ ਇਜ਼ ਐਨੀ ਅਦਰ ਮੋਲੈਕੂਲਰ ਇੰਟਰੈਕਸ਼ਨਸ, ਕਿ ਉਹਨੇ ਇਹ ਚੀਜ਼ਾਂ ਬਣਾਈਆਂ ਵਾ ਤੇ ਤੁਸੀਂ ਇਹਨੂੰ ਅੰਡਰਸਟੈਂਡ ਕਰੋ, ਤੁਸੀਂ ਇਹ ਤੇ ਨਾ ਜਾਓ ਕਿ ਬਣਿਆ ਕਿੱਦਾਂ, ਕਿਉਂਕਿ ਸ਼ਾਇਦ ਧਰਮ ਨੂੰ ਇਹ ਖਤਰਾ ਹੁੰਦਾ ਵੀ ਯਾਰ ਜੇ ਕਿਤੇ ਐਂ ਪਤਾ ਲੱਗ ਗਿਆ ਕਿ ਯੂਨੀਵਰਸ ਕਿੱਦਾਂ ਬਣਿਆ ਵਾ, ਸ਼ਾਇਦ ਧਰਮ ਇਟਸੈਲਫ ਇਹਦੀ ਐਗਜ਼ਿਸਟੈਂਸ ਨੂੰ ਖਤਰਾ ਨਾ ਹੋ ਜੇ। ਖੈਰ ਐਦਾਂ ਹੋਣ ਦੇ ਚਾਂਸਸ ਘੱਟ ਹੈ, ਬਟ that's I believe that's what ਜਿਹੜਾ ਰਿਲੀਜਨ ਆ ਉਹਨੂੰ ਸ਼ਾਇਦ ਉਹਦੇ ਦਿਮਾਗ ਦੇ ਵਿੱਚ ਇਹ ਡਰ ਹੁੰਦਾ ਕਿ ਯਾਰ ਇੱਧਰ ਨੂੰ ਕਿਉਂ ਜਾਇਆ ਜਾਵੇ, ਹੈ ਨਾ। ਬਟ ਐਦਾਂ ਨਹੀਂ, ਬਟ ਇਹ ਜਿਹੜਾ ਬਲੀਵ ਹੈ ਬੜਾ ਗਲਤ ਹੈ, ਕਿਉਂਕਿ ਨਾ ਜਦੋਂ ਆਪਾਂ ਆਈਨਸਟਾਈਨ ਵਰਗੇ ਸਾਇੰਟਿਸਟ ਦੀ ਵੀ ਗੱਲ ਕਰਦੇ ਹਾਂ, ਉਹ ਵੀ ਇਹ ਕਹਿੰਦਾ ਵਾ ਕਿ ਗੋਡ ਡਜ਼ ਨਾਟ ਪਲੇ ਡਾਈਸ ਵਿਦ ਦ ਯੂਨੀਵਰਸ, ਠੀਕ ਹੈ। ਸੋ ਕਹਿਣ ਤੋਂ ਭਾਵ ਕੀ ਹੈ ਕਿ ਦੇयर ਇਜ਼ ਨਥਿੰਗ ਰੋਂਗ ਜੇ ਆਪਾਂ ਇਹ ਕੁਐਸਚਨ ਕਰਦੇ ਹਾਂ, ਕੁਐਸਚਨ ਕਰਨਾ ਗਲਤ ਨਹੀਂ ਹੁੰਦਾ ਹੈਗਾ। ਸੋ ਖੈਰ ਅੱਗੇ ਵਧਦੇ ਹਾਂ। ਹੁਣ ਆਪਾਂ ਗੈਲੀਲੀਓ ਗੈਲੀਲੀ ਦੀ ਜਦੋਂ ਗੱਲ ਕਰਦੇ ਹਾਂ, ਉਹਦੇ ਕੋਲ ਡਾਟਾ ਸੀ, ਰਾਈਟ। ਹੀ ਲੁਕਡ ਇਨਟੂ ਜੂਪੀਟਰ, ਹੀ ਫਾਊਂਡ ਅ ਮੂਨ ਐਂਡ ਹੀ ਸੈਡ ਕਿ ਅਰਥ ਦੇ ਆਸੇ-ਪਾਸੇ ਚੀਜ਼ਾਂ ਨਹੀਂ ਘੁੰਮਦੀਆਂ। ਹਜੇ ਤੱਕ ਵੀ ਕੋਈ ਬਹੁਤ ਜ਼ਿਆਦਾ ਜਿਹੜਾ ਸਾਇੰਟੀਫਿਕ ਕੋਈ ਡਿਸਕਵਰੀਜ਼ ਨਹੀਂ ਸੀ ਹੋਈਆਂ ਜਿਹਦੇ ਜ਼ਰੀਏ ਯੂਨੀਵਰਸ ਦਾ ਪਤਾ ਲੱਗ ਸਕੇ। ਜਿਹੜੀ ਸਭ ਤੋਂ ਪਹਿਲੀ ਇੰਪੋਰਟੈਂਟ ਡਿਸਕਵਰੀ ਹੋਈ ਸੀ ਉਹ ਮੈਨੂੰ ਐਂ ਲੱਗਦਾ ਕਿ ਸ਼ਾਇਦ ਨਿਊਟਨ ਨੇ ਕੀਤੀ। ਕਿਉਂਕਿ ਨਿਊਟਨ ਨੇ ਆਈਡੀਆ ਦਿੱਤਾ ਗ੍ਰੈਵਿਟੇਸ਼ਨਲ ਫੋਰਸ ਦਾ। ਗ੍ਰੈਵਿਟੀ ਦਾ ਜਿਹੜਾ ਆਈਡੀਆ ਸੀ ਇੰਨਾ ਸਿੰਪਲ ਨਹੀਂ ਸੀ ਕਿ ਉਹਦੇ ਸਿਰ ਦੇ ਉੱਪਰ ਡਿੱਗਿਆ ਸੇਬ ਤੇ ਉਹ ਕਹਿੰਦਾ ਜੀ ਗ੍ਰੈਵਿਟੀ ਹੁੰਦੀ ਹੈ। ਨੋ, ਇਟ ਇਜ਼ ਮੱਚ ਮੋਰ ਕੰਪਲੈਕਸ ਦੈਨ ਦੈਟ। ਉਹ ਵੀ ਸੁਣੋ ਕਿਉਂ। ਉਹਦਾ ਰੀਜ਼ਨ ਇਹ ਹੈ ਕਿ ਉਹਨੇ ਇਹ ਗ੍ਰੈਵਿਟੀ ਦੇ ਕਨਸੈਪਟ ਤੋਂ ਗ੍ਰੈਵਿਟੇਸ਼ਨਲ ਫੋਰਸ ਦਾ ਕਨਸੈਪਟ ਪੈਦਾ ਕੀਤਾ। ਉਹਦੇ ਵਿੱਚ ਉਹਨੇ ਕਿਹਾ ਕਿ ਦੋ ਜਿਹੜੀਆਂ ਪਲੈਨੇਟਰੀ ਆਬਜੈਕਟਸ ਨੇ ਉਹ ਹੁੰਦਾ ਕੀ ਹੈ ਕਿ ਉਹ ਇੱਕ ਦੂਜੇ ਨੂੰ ਅਟਰੈਕਟ ਕਰਦੀਆਂ। ਉਹ ਡਾਇਰੈਕਟਲੀ ਡਿਪੈਂਡ ਕਰਦਾ ਉਹਨਾਂ ਦੇ weight ਤੇ ਇਨਵਰਸਲੀ ਡਿਪੈਂਡ ਕਰਦਾ ਉਹਨਾਂ ਦੇ ਜਿਹੜਾ ਵਿਚਲਾ ਡਿਸਟੈਂਸ ਹੁੰਦਾ। ਤੇ ਉਹਨੇ ਇਹਨੂੰ ਮੈਥਮੈਟੀਕਲ ਫਾਰਮੂਲੇ ਦੇ ਵਿੱਚ ਪਾਇਆ ਜਿਹਦਾ ਸੀਗਾ F = G ਗ੍ਰੈਵਿਟੇਸ਼ਨਲ ਕਾਂਸਟੈਂਟ, ਹੈ ਨਾ। ਤੇ M1 M2 ਦੋਨਾਂ ਆਬਜੈਕਟਸ ਦਾ ਮਾਸ ਡਿਵਾਈਡਡ ਬਾਈ ਸਕੁਅਰ ਰੂਟ ਆਫ ਪਾਵਰ ਆਫ 2, ਰਾਈਟ, ਆਫ ਦ ਡਿਸਟੈਂਸ ਬਿਟਵੀਨ ਦ ਟੂ ਹੈਵੀ ਆਬਜੈਕਟਸ। ਐਂਡ ਉਹਨੇ ਕਿਹਾ ਕਿ ਜਿਹੜਾ ਵੀ ਚੀਜ਼ਾਂ ਗੋਲ-ਗੋਲ ਨਹੀਂ ਘੁੰਮਦੀਆਂ, ਵੀ ਇੰਨਾ ਨਹੀਂ ਹੈਗਾ ਕਿ ਚੀਜ਼ਾਂ ਗੋਲ ਘੁੰਮ ਰਹੀਆਂ ਵਾ। ਜਿਹੜਾ ਚੀਜ਼ਾਂ ਦੇ ਘੁੰਮਣ ਦਾ ਪੈਟਰਨ ਆ ਉਹ ਡਿਪੈਂਡ ਕਰਦਾ ਦੋਨਾਂ ਦੇ ਮਾਸ ਤੇ, ਵੀ ਦੋਨਾਂ ਆਬਜੈਕਟਸ ਦਾ ਮਾਸ ਕਿੱਦਾਂ ਵਾ, ਠੀਕ ਹੈ। ਐਂਡ ਹੀ ਸੈਡ ਯੂਨੀਵਰਸ ਦੇ ਵਿੱਚ ਕੁਝ ਵੀ ਸਟੇਸ਼ਨਰੀ ਨਹੀਂ ਹੁੰਦਾ, ਐਵਰੀਥਿੰਗ ਇਜ਼ ਮੂਵਿੰਗ ਬਿਕੋਜ਼ ਆਫ ਦ ਗ੍ਰੈਵਿਟੇਸ਼ਨਲ ਫੋਰਸ। ਐਂਡ ਉਹਨੇ ਕਿਹਾ ਗੋਲ ਘੁੰਮਣ ਦੀ ਜਗ੍ਹਾ ਜਿਹੜੀਆਂ ਇਹ ਚੀਜ਼ਾਂ ਨੇ ਇਹ ਐਲਿਪਟੀਕਲ ਘੁੰਮਦੀਆਂ ਨੇ। ਖੈਰ ਨਿਊਟਨ ਨੇ ਆਈਡੀਆਜ਼ ਹੋਰ ਵੀ ਬੜੇ ਦਿੱਤੇ ਸੀ ਯੂਨੀਵਰਸ ਦੀ ਕ੍ਰੀਏਸ਼ਨ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ, ਮਗਰ ਆਪਾਂ ਉਹਨਾਂ ਨੂੰ ਐਕਸਪਲੋਰ ਨਹੀਂ ਕਰਨਾ। ਵੀ ਵਿਲ ਅੰਡਰਸਟੈਂਡ ਦਿਸ ਕਿ ਉਹਨੇ ਕੀ ਕਿਹਾ
ਕਿ ਜਿਹੜਾ ਪਹਿਲਾਂ ਮੰਨਿਆ ਜਾਂਦਾ ਸੀ ਕਿ ਤਾਰੇ ਜਾਂ ਹੋਰ ਜਿਹੜੀਆਂ ਸਟੈਲਰ ਆਬਜੈਕਟਸ ਨੇ, ਪਲੈਨੇਟਰੀ ਆਬਜੈਕਟਸ ਨੇ, ਕਿ ਉਹ ਸਟੇਸ਼ਨਰੀ ਹੈ ਤੇ ਸਿਰਫ ਸੋਲਰ ਸਿਸਟਮ ਘੁੰਮਦਾ। ਉਹਨੇ ਇਹ ਚੀਜ਼ ਨੂੰ ਕਿਹਾ ਨਹੀਂ, ਯੂਨੀਵਰਸ ਦੇ ਵਿੱਚ ਸਾਰਾ ਕੁਝ ਘੁੰਮ ਰਿਹਾ ਵਾ ਬਿਕੋਜ਼ ਆਫ ਦ ਗ੍ਰੈਵਿਟੇਸ਼ਨਲ ਫੀਲਡ, ਠੀਕ ਹੈ, ਗ੍ਰੈਵਿਟੇਸ਼ਨਲ ਫੋਰਸ। ਤੇ ਉਹਨੇ ਕਿਹਾ ਦੇयर इज नो ਕਨਸਟੈਂਟ ਪੋਜੀਸ਼ਨ ਇਨ ਦ ਯੂਨੀਵਰਸ, ਠੀਕ ਹੈ। ਬੜਾ ਇੰਟਰਸਟਿੰਗ ਆਈਡੀਆ ਸੀ। ਉਹਨੇ ਇਹਦੇ ਵਾਸਤੇ ਗੈਲੀਲੀਓ ਨੇ ਇੱਕ ਐਕਸਪੈਰੀਮੈਂਟ ਕੀਤਾ ਸੀ, ਜਿਹੜਾ ਉਹਨੇ ਕੀ ਕੀਤਾ, ਟਾਵਰ ਆਫ ਪੀਸਾ ਤੇ ਗਿਆ, ਲੀਨਿੰਗ ਟਾਵਰ ਆਫ ਪੀਸਾ, ਹੈ ਨਾ। ਤੇ ਉਹਨੇ ਉੱਥੇ ਜਾ ਕੇ ਇੱਕ ਲੈਡ ਦੀ ਬਾਲ ਲਿੱਤੀ, ਉਹ ਸਿੱਟਤੀ। ਇੱਕ ਉਹਨੇ ਫੰਗ ਲਿੱਤਾ ਕਿਸੇ ਜਾਨਵਰ ਦਾ ਨਾ ਪੰਖ, ਉਹ ਸਿੱਟਤਾ। ਲੈਡ ਦੀ ਬਾਲ ਨੀਚੇ ਡਿੱਗੀ। ਉਹ ਕਹਿੰਦਾ ਕਿ ਜਿਹੜੀ 에ਅਰ ਦੀ ਰੈਜ਼ਿਸਟੈਂਸ ਹੈ, ਠੀਕ ਹੈ, ਕਿਉਂਕਿ ਉਹਦਾ ਮਾਸ ਘੱਟ ਹੈ ਫੈਦਰ ਦਾ, ਤਾਂ ਉਹਨੂੰ ਰੈਜ਼ਿਸਟ ਕਰਦੀ ਹੈ ਤੇ ਉੱਪਰ ਉਹ ਜ਼ਿਆਦਾ ਟਾਈਮ ਲੈਂਦਾ ਡਿੱਗਣ ਨੂੰ, ਜਦ ਕਿ ਲੈਡ ਬਾਲ ਬਿਕੋਜ਼ ਹੈਵੀ ਹੈ ਉਹ ਛੇਤੀ ਨੀਚੇ ਡਿੱਗਦੀ ਹੈ। ਐਂਡ ਦ ਸੇਮ ਆਈਡੀਆ ਜਿਹੜਾ ਸੀਗਾ ਇਹਨੂੰ ਨਿਊਟਨ ਨੇ ਚੱਕਿਆ। ਨਿਊਟਨ ਕਹਿੰਦਾ ਯਾਰ ਦੇਖੋ, ਚੀਜ਼ਾਂ ਦੇ ਉਹਨਾਂ ਦੇ ਵਿੱਚ ਮਾਸ ਦਾ ਡਿਫਰੈਂਸ ਹੈ ਨਾ, ਇਸ ਕਰਕੇ ਉਹ ਗ੍ਰੈਵਿਟੀ ਦੇ ਨਾਲ ਡਿਫਰੈਂਟ ਬਿਹੇਵ ਕਰ ਰਹੀਆਂ। ਇਮੈਜਿਨ ਕਰੋ ਜਦੋਂ ਅਸੀਂ ਪਲੈਨਟਸ ਦੀ ਗੱਲ ਕਰਦੇ ਹਾਂ, ਬੜੇ ਬੜੇ ਤਾਰਿਆਂ ਦੀ ਗੱਲ ਕਰਦੇ ਹਾਂ, ਉਹਨਾਂ ਦਾ ਬਿਹੇਵੀਅਰ ਬਹੁਤ ਡਿਫਰੈਂਟ ਹੋਊਗਾ। ਇਟ ਇਜ਼ ਵੇ ਟੂ ਕੰਪਲੀਕੇਟਡ ਕਿ ਅਸੀਂ ਇਹਨੂੰ ਅੰਡਰਸਟੈਂਡ ਕਰ ਸਕੀਏ। ਨਿਊਟਨ ਨੇ ਉਹਦੇ ਵਾਸਤੇ ਮੈਥਮੈਟਿਕਸ ਵੀ ਡਿਵਾਈਸ ਕੀਤਾ, ਠੀਕ ਹੈ, ਇਕੁਏਸ਼ਨਸ ਲੱਭੀਆਂ ਕਿੱਦਾਂ ਤੁਸੀਂ ਚੀਜ਼ਾਂ ਨੂੰ ਕੈਲਕੂਲੇਟ ਕਰ ਸਕਦੇ ਹੋ। ਸੋ ਨਿਊਟਨ ਨੇ ਤੁਹਾਨੂੰ ਦੱਸਿਆ ਕਿ ਯੂਨੀਵਰਸ ਦੇ ਵਿੱਚ ਜਿਹੜੀਆਂ ਵੱਡੀਆਂ ਚੀਜ਼ਾਂ ਨੇ ਉਹ ਕਿੱਦਾਂ ਮੂਵ ਕਰਦੀਆਂ, ਠੀਕ ਹੈ। ਉਹਨੇ ਆਈਡੀਆ ਦਿੱਤਾ देयर इज नो constant position of any stellar being in the universe, ਠੀਕ ਹੈ। ਹੁਣ ਦੂਜਾ ਜਿਹੜਾ ਸਾਇੰਟਿਸਟ ਹੋਇਆ ਸੀ, ਉਹ ਸਾਇੰਟਿਸਟ ਹੋਇਆ ਆਇਨਸਟਾਈਨ। ਜੇ ਤੁਸੀਂ ਆਇਨਸਟਾਈਨ ਨੂੰ ਸੁਣਿਆ ਜਾਂ ਆਇਨਸਟਾਈਨ ਨੂੰ ਪੜ੍ਹਿਆ ਤਾਂ ਤੁਹਾਨੂੰ ਪਤਾ ਹੋਊਗਾ, ਹੈ ਨਾ। ਉਹਦੀ ਇੱਕ ਥਿਊਰੀ ਦੀ ਗੱਲ ਕਰਦੇ ਹਾਂ, ਥਿਊਰੀ ਆਫ ਜਨਰਲ ਰਿਲੇਟਿਵਿਟੀ। ਹੁਣ ਜਨਰਲ ਰਿਲੇਟਿਵਿਟੀ ਕੀ ਹੁੰਦੀ ਹੈ, ਜੇ ਤੁਹਾਨੂੰ ਨਹੀਂ ਪਤਾ, ਲੈਟਸ ਐਕਸਪਲੋਰ ਇਟ ਅ ਲਿਟਲ ਬਿਟ। ਉਹ ਕੀ ਕਹਿੰਦਾ ਜਨਰਲ ਰਿਲੇਟਿਵਿਟੀ ਦੇ ਵਿੱਚ ਕਿ ਗ੍ਰੈਵਿਟੀ ਜਿਹੜੀ ਹੁੰਦੀ ਆ, ਇੱਕ ਫੋਰਸ ਨਹੀਂ ਹੈ, ਇਹ ਸਪੇਸ ਟਾਈਮ ਫੈਬਰਿਕ ਦੇ ਵਿੱਚ ਇੱਕ ਬੈਂਡ ਹੈ ਜਿਹੜਾ ਆਬਜੈਕਟ ਦੇ ਮਾਸ ਕਰਕੇ ਕ੍ਰੀਏਟ ਹੁੰਦਾ ਵਾ, ਠੀਕ ਹੈ। ਤੇ ਉਹ ਜਨਰਲ ਰਿਲੇਟਿਵਿਟੀ ਦੇ ਵਿੱਚ ਕਹਿੰਦਾ ਕਿ ਜਿਹੜਾ ਅਸੀਂ ਟਾਈਮ ਐਕਸਪੀਰੀਅੰਸ ਕਰਦੇ ਹਾਂ, ਉਹ ਟਾਈਮ ਰਿਲੇਟਿਵ ਹੁੰਦਾ ਸਪੇਸ ਦੇ ਵਿੱਚ, ਯੂਨੀਵਰਸ ਦੇ ਵਿੱਚ ਤੁਹਾਡੀ ਜਿਹੜੀ ਪੋਜੀਸ਼ਨ ਹੈ ਉਹਦੇ ਉੱਪਰ। ਐਂਡ ਉਹਨੇ ਆਈਡੀਆ ਪ੍ਰਪੋਜ਼ ਕੀਤਾ ਕਿ देयर इज नो ਕਨਸਟੈਂਟ ਟਾਈਮ, ਕਿ ਟਾਈਮ ਕਨਸਟੈਂਟ ਨਹੀਂ ਹੈਗਾ। ਕਹਿਣ ਤੋਂ ਭਾਵ ਕਿ ਟਾਈਮ ਜਿਹੜਾ ਮੈਂ ਫੀਲ ਕਰ ਰਿਹਾ ਹਾਂ, ਉਹ ਜਿਹੜਾ ਤੁਸੀਂ ਟਾਈਮ ਫੀਲ ਕਰ ਰਹੇ ਹੋ ਉਹ ਤੋਂ ਕੰਪਲੀਟਲੀ ਡਿਫਰੈਂਟ ਹੈ, ਸਪੀਡ ਉਹਨਾਂ ਦੀ ਡਿਫਰੈਂਟ ਹੈ। ਐਂਡ ਇਹ ਬਹੁਤ ਹੱਦ ਤੱਕ ਇਟ ਇਜ਼ ਦੀ ਕਰੈਕਟ ਸਟੇਟਮੈਂਟ, ਬਹੁਤ ਹੱਦ ਤੱਕ ਇਟ ਇਜ਼ ਦੀ ਕਰੈਕਟ ਸਟੇਟਮੈਂਟ। ਜਿਵੇਂ ਇੱਕ ਐਸਟਰੋਨੌਟ ਹੋਇਆ ਮਾਰਕ ਕੈਲੀ, ਉਹਦਾ ਭਰਾ ਵਾ ਸਕਾਟ ਕੈਲੀ, ਠੀਕ ਹੈ। ਦੋਨੇ ਟਵਿਨਸ ਨੇ। ਮਾਰਕ ਕੈਲੀ ਨੇ ਆਈ ਥਿੰਕ 2 ਸਾਲ ਸਪੇਸ ਦੇ ਵਿੱਚ ਲਾਏ। ਜਦੋਂ ਵਾਪਸ ਆਉਂਦਾ ਅਰਥ ਤੇ ਤਾਂ ਉਹਨੂੰ ਉਹਦੇ ਟਵਿਨ ਦੇ ਕੋਲੇ ਖੜਾ ਕੀਤਾ ਜਾਂਦਾ ਤਾਂ ਉਹ ਆਪਣੇ ਟਵਿਨ ਤੋਂ ਯੰਗਰ ਲੱਗਦਾ ਵਾ, ਠੀਕ ਹੈ। ਉਹਦਾ ਰੀਜ਼ਨ ਕੀ ਹੁੰਦਾ ਕਿ ਸਪੇਸ ਦੇ ਵਿੱਚ ਗ੍ਰੈਵਿਟੀ ਨਹੀਂ ਹੁੰਦੀ, ਸੋ ਤੁਹਾਡੀ ਜਿਹੜੀ ਏਜਿੰਗ ਹੈ ਉਹ ਸਲੋ ਹੋ ਜਾਂਦੀ ਹੈ। ਐਂਡ ਦੈਟ ਇਜ਼ ਜਨਰਲ ਰਿਲੇਟਿਵਿਟੀ। ਕਹਿਣ ਤੋਂ ਭਾਵ ਕੀ ਹੈ, the time you experience that is due to the space, ਜਿੱਥੇ ਤੁਸੀਂ ਤੁਹਾਡੀ ਪੋਜੀਸ਼ਨ ਕੀ ਹੈ ਯੂਨੀਵਰਸ ਦੇ ਵਿੱਚ ਉਹਦੇ ਤੇ ਡਿਪੈਂਡ ਕਰਦਾ, ਜਿਹੜੀ ਤੁਸੀਂ ਗ੍ਰੈਵਿਟੀ ਫੀਲ ਕਰ ਰਹੇ ਹੋ ਉਹਦੇ ਤੇ ਡਿਪੈਂਡ ਕਰਦਾ। ਇਮੈਜਿਨ ਕਰੋ ਤੁਸੀਂ ਸਪੇਸ 'ਚ ਕਿਤੇ ਇਸ ਜਗ੍ਹਾ ਪਹੁੰਚ ਜਾਵੋ ਜਿੱਥੇ ਗ੍ਰੈਵਿਟੀ ਬਿਲਕੁਲ ਜ਼ੀਰੋ ਹੋ ਜੇ, ਮੇ ਬੀ ਤੁਸੀਂ ਏਜ ਹੀ ਨਾ ਕਰੋ, ਮੇ ਬੀ ਯੂ ਵਿਲ ਬਿਕਮ ਯੰਗ ਫੋਰ ਐਵਰ। ਸੋ ਕੁੜੀਆਂ ਵਾਸਤੇ ਐਡਵਾਈਸ ਹੈ ਕਿ ਜੇ ਤੁਸੀਂ ਹਮੇਸ਼ਾ ਲਈ ਜਵਾਨ ਰਹਿਣਾ ਤਾਂ ਸਪੇਸ ਦੇ ਵਿੱਚ ਇਹੋ ਜਿਹੀ ਜਗ੍ਹਾ ਲੱਭੋ ਜਿੱਥੇ ਗ੍ਰੈਵਿਟੀ ਨਹੀਂ ਹੈਗੀ। ਖੈਰ, ਸੋ ਨਿਊਟਨ ਦਾ ਜਿਹੜਾ ਆਈਡੀਆ ਸੀ, no constant or static position, ਕਿ constant position ਨਹੀਂ, ਚੀਜ਼ਾਂ ਮੂਵ ਕਰ ਰਹੀਆਂ। ਆਇਨਸਟਾਈਨ ਨੇ ਆਈਡੀਆ ਦਿੱਤਾ ਕਿ no constant time is different, ਰਾਈਟ। ਇਹ ਦੋ ਜਿਹੜੇ ਯੂਨੀਵਰਸ ਦੀ ਕ੍ਰੀਏਸ਼ਨ ਨੂੰ ਲੈ ਕੇ ਆਈਡੀਆ ਸੀਗੇ, ਇਹਨਾਂ ਨੇ ਬੜਾ ਚੀਜ਼ਾਂ ਨੂੰ ਅੰਡਰਸਟੈਂਡ ਕਰਨ 'ਚ ਹੈਲਪ ਕੀਤੀ। ਹੁਣ ਜਿਵੇਂ ਆਇਨਸਟਾਈਨ ਦਾ ਇੱਕ ਹੋਰ ਥਿਊਰਮ ਹੈ, ਰਾਈਟ, ਜਿਹਨੂੰ ਅਸੀਂ ਕਹਿੰਦੇ ਆ E = mc²। ਹੁਣ ਲੋਕ ਕਹਿੰਦੇ ਆ ਯਾਰ ਕਿ ਵੀ ਹਾਂ ਵੀ ਜਦੋਂ ਅਸੀਂ ਇੰਨੀ ਸਪੀਡ ਤੇ ਮੂਵ ਕਰਾਂਗੇ, ਇੰਨਾ ਮਾਸ ਅਸੀਂ ਲੂਜ਼ ਕਰਾਂਗੇ, ਇੰਨੀ એનર્ਜੀ ਪ੍ਰੋਡਿਊਸ ਹੋਊਗੀ। ਜਿਹੜਾ ਨਿਊਕਲੀਅਰ ਬੰਬ ਹੁੰਦਾ ਉਹਦੇ ਵਿੱਚ ਇਕੁਏਸ਼ਨ ਲੱਗਦੀ ਹੈ ਕਿ ਕਿੰਨਾ ਮਾਸ ਹੈ ਉਹ ਤੋਂ ਅਸੀਂ X ਅਮਾਊਂਟ ਆਫ એનર્ਜੀ ਪ੍ਰੋਡਿਊਸ ਕਰ ਲਈ। ਮਗਰ
ਇਹ ਆਪੋਜ਼ਿਟ ਵੇ 'ਚ ਵੀ ਕੰਮ ਕਰਦੀ ਹੈ ਕਿ ਜਦੋਂ ਯੂਨੀਵਰਸ ਬਣਿਆ ਹੋਊਗਾ ਹਨਾ, ਉਦੋਂ એનર્ਜੀ ਸੀ, ਉਹ એનર્ਜੀ ਨੇ ਮਾਸ ਨੂੰ ਕਿੱਦਾਂ ਬਣਾਇਆ, ਇਹ ਉਹਦੀ ਵੀ ਥਿਊਰਮ ਹੈ, ਉਹਦੇ ਤੇ ਜ਼ਿਆਦਾ ਕੰਮ ਕਰਦੀ ਹੈ ਕਿਉਂਕਿ E = mc²। ਅਸੀਂ ਡੇ ਟੂ ਡੇ ਲਾਈਫ 'ਚ ਇਹਨੂੰ ਵਿਟਨੈਸ ਨਹੀਂ ਕਰਦੇ ਹੈਗੇ, ਵੀ ਡੋਂਟ ਵਿਟਨੈਸ ਇਟ ਇਨ ਡੇ ਟੂ ਡੇ ਲਾਈਫ, ਠੀਕ ਹੈ। ਸੋ ਹੁਣ ਤੱਕ ਆਪਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਯਾਰ ਇੱਧਰ ਉੱਧਰ ਦੀਆਂ ਕਹਾਣੀਆਂ ਸੁਣਾਈ ਜਾ ਰਿਹਾ, ਕ੍ਰੀਏਸ਼ਨ ਆਫ ਯੂਨੀਵਰਸ ਤੇ ਗੱਲ ਹੀ ਨਹੀਂ ਕਰ ਰਿਹਾ। ਖੈਰ ਇਹਨਾਂ ਨੂੰ ਅੰਡਰਸਟੈਂਡ ਕਰਨਾ ਜਿਹੜੀਆਂ ਚੀਜ਼ਾਂ ਸੀਗੀਆਂ ਇਹਨਾਂ ਨੂੰ ਬੜਾ ਜ਼ਰੂਰੀ ਸੀ, ਠੀਕ ਹੈ। ਇਹਨਾਂ ਦੀ ਹਿਸਟਰੀ ਨੂੰ ਅੰਡਰਸਟੈਂਡ ਕਰਨਾ ਬੜਾ ਜ਼ਰੂਰੀ ਸੀ। ਜਿਹੜਾ ਸਭ ਤੋਂ ਪਹਿਲੀ ਵਾਰੀ ਅੱਜ ਜਿਸ ਆਪਾਂ ਥਿਊਰੀ ਦੀ ਗੱਲ ਕਰ ਰਹੇ ਹਾਂ ਕ੍ਰੀਏਸ਼ਨ ਆਫ ਯੂਨੀਵਰਸ ਦੀ, ਉਹ ਥਿਊਰੀ ਹੈ ਜੀ ਬਿਗ ਬੈਂਗ ਥਿਊਰੀ, ਠੀਕ ਹੈ। ਹੁਣ ਬਿਗ ਬੈਂਗ ਥਿਊਰੀ ਤੇ ਕਿਉਂ ਗੱਲ ਕਰਨੀ ਆ, ਸਟ੍ਰਿੰਗ ਥਿਊਰੀ ਤੇ ਕਿਉਂ ਨਹੀਂ ਗੱਲ ਕਰਨੀ ਹੈਗੀ, ਉਹਦਾ ਇੱਕ ਦੇਰ ਇਜ਼ ਉਹਦੇ ਪਿੱਛੇ ਇੱਕ ਬਲੀਵ ਹੈ, ਉਹ ਇਹ ਕਿ ਬਿਗ ਬੈਂਗ ਥਿਊਰੀ ਜਿਹੜੀ ਹੈਗੀ ਆ ਇਹਨੂੰ ਬਹੁਤ ਲੰਬੇ ਟਾਈਮ ਦੇ ਉੱਤੇ ਸਾਇੰਟਿਸਟ ਵਰਕ ਕਰ ਰਹੇ ਆ। ਇਹਦੇ ਕਾਫੀ ਜਿਹੜੇ ਪਾਰਟਸ ਨੇ, ਫਰੈਗਮੈਂਟਸ ਨੇ, ਉਹਨਾਂ ਨੂੰ ਬੜੇ ਵੈਲ ਤਰੀਕੇ ਨਾਲ, ਵਧੀਆ ਤਰੀਕੇ ਨਾਲ ਐਕਸਪਲੇਨ ਵੀ ਕੀਤਾ ਗਿਆ ਵਾ। ਸਟ੍ਰਿੰਗ ਥਿਊਰੀ, ਮੈਂ ਇਹ ਨਹੀਂ ਕਿ ਮੈਂ ਸਟ੍ਰਿੰਗ ਥਿਊਰੀ ਨੂੰ ਹੇਟ ਕਰਦਾ ਜਾਂ ਆਈ ਡੋਂਟ ਬਲੀਵ ਇਨ ਇਟ, ਬਟ ਉਹਨੂੰ ਵੀ ਆਪਾਂ ਐਕਸਪਲੋਰ ਕਰਾਂਗੇ ਇਨ ਕਮਿੰਗ ਪੋਡਕਾਸਟ, ਉਹਦੇ ਤੇ ਵੀ ਦੇਖ ਲਾਂਗੇ ਕਿ ਉਹਦਾ ਸਟ੍ਰਿੰਗ ਥਿਊਰੀ ਦੇ ਵਿੱਚ ਕੀ ਕਿਹਾ ਜਾਂਦਾ, ਰਾਈਟ। ਬਟ ਇਟ ਇਜ਼ ਅ ਡਿਫਰੈਂਟ ਥਿਊਰੀ, ਠੀਕ ਹੈ। ਹੁਣ ਗੱਲ ਕਰਨੀ ਹੈ ਬਿਗ ਬੈਂਗ ਥਿਊਰੀ ਦੀ। ਬਿਗ ਬੈਂਗ ਥਿਊਰੀ ਦਾ ਆਈਡੀਆ ਕਿਹਨੇ ਦਿੱਤਾ ਸੀ? ਖੈਰ ਇੱਕ ਸਾਇੰਟਿਸਟ ਹੋਇਆ ਸੀ ਫਰੈਡ ਹੋਇਲ, ਉਹਦੀ ਆਪਾਂ ਇਹ ਪੋਡਕਾਸਟ ਦੇ ਵਿੱਚ ਬਾਅਦ ਦੇ ਵਿੱਚ ਵੀ ਗੱਲ ਕਰਨੀ ਹੈ। ਉਹਨੇ ਮਜ਼ਾਕ 'ਚ ਨਾ BBC ਨੂੰ ਇੰਟਰਵਿਊ ਦੇ ਕੇ ਕਹਿਤਾ ਸੀ ਕਿ ਯਾਰ ਸ਼ਾਇਦ ਬਿਗ ਬੈਂਗ ਹੋਇਆ ਹੋਣਾ, ਵੱਡਾ ਧਮਾਕਾ ਹੋਇਆ ਹੋਣਾ, ਉਹਨੇ ਸਾਰਾ ਕੁਝ ਪ੍ਰੋਡਿਊਸ ਕੀਤਾ ਮਜ਼ਾਕ ਦੇ ਵਿੱਚ, ਕਿਉਂਕਿ ਜਿਹੜਾ ਉਹਦਾ ਵੀ ਇੱਕ ਆਪਣਾ ਮਾਡਲ ਸੀ ਯੂਨੀਵਰਸ ਨੂੰ ਲੈ ਕੇ ਕਿ ਜਿਹੜਾ ਯੂਨੀਵਰਸ ਹੈ ਸਟੈਡੀ ਹੈ, ਇਟ ਇਜ਼ ਅ ਬੋਰਿੰਗ ਪਲੇਸ ਤੇ ਸਟੈਡੀ ਆ, ਇਹ ਮੂਵ ਮਾਵ ਨਹੀਂ ਕਰਦਾ, ਦਿਸ ਐਂਡ ਦੈਟ, ਰਾਈਟ। ਤੇ ਮਗਰ ਬਿਗ ਬੈਂਗ ਥਿਊਰੀ ਦੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਇਹਨੂੰ ਕਿਉਂ ਸੁਣੋ, ਇਹਦੇ ਤੇ ਦੋ ਬਹੁਤ ਬੜੇ ਕਹਿ ਲਓ ਡਿਸਕਵਰੀਜ਼ ਨੇ, ਐਕਸਪੈਰੀਮੈਂਟਸ ਨੇ, ਜਿਨ੍ਹਾਂ ਦੀ ਸਾਨੂੰ ਗੱਲ ਕਰਨੀ ਪੈਣੀ ਹੈ। ਤੇ ਉਹਨਾਂ ਦੀ ਗੱਲ ਕਰੇ ਤੇ ਤੁਹਾਨੂੰ ਬਿਲੀਵ ਹੋ ਜਾਊਗਾ ਕਿ ਹਾਂ ਯਾਰ ਕਿ ਬਿਗ ਬੈਂਗ ਥਿਊਰੀ ਔਨ ਸਮਵਟ ਲੈਵਲ ਔਰ ਯੂ نو ਇਟ ਇਜ਼ ਪੋਸੀਬਲ ਟੂ ਬਿਲੀਵ ਇਨ ਬਿਗ ਬੈਂਗ ਥਿਊਰੀ। ਸੋ ਜਿਹੜਾ ਪਹਿਲੀ ਗੱਲ ਕਰਨੀ ਹੈ ਉਹ ਗੱਲ ਕਰਨੀ ਹੈ ਐਡਵਿਨ ਹਬਲ ਦੀ। 1929 ਦੇ ਵਿੱਚ ਐਡਵਿਨ ਹਬਲ ਨੇ ਇੱਕ ਡਿਸਕਵਰੀ ਕੀਤੀ। ਐਡਵਿਨ ਹਬਲ ਦੇ ਕੋਲੇ ਉਹਨੇ ਹੀ ਹੈਡ ਅ ਹਬਲ ਟੈਲੀਸਕੋਪ, ਉਹਨੇ ਇੱਕ ਬੜਾ ਉਹਦੇ ਕੋਲੇ ਵੱਡਾ ਟੈਲੀਸਕੋਪ ਸੀ ਜਿਹਦੇ ਨਾਲ ਉਹ ਸਪੇਸ ਦੇ ਵਿੱਚ ਦੇਖਦਾ ਸੀਗਾ। ਤਾਂ ਜਦੋਂ ਸਪੇਸ ਦੇ ਵਿੱਚ ਦੇਖਦਾ ਸੀਗਾ ਉਹਨੇ ਇਹ ਦੇਖਿਆ ਕਿ ਜਿਹੜੀਆਂ ਗਲੈਕਸੀਜ਼ ਸੀਗੀਆਂ ਉਹ ਸਾਡੇ ਤੋਂ ਦੂਰ, ਕੁਝ ਗੈਲੈਕਸੀਜ਼ ਦੂਰ ਮੂਵ ਕਰ ਰਹੀਆਂ, ਕੁਝ ਸਾਡੇ ਵੱਲ ਮੂਵ ਕਰ ਰਹੀਆਂ, ਠੀਕ ਹੈ। ਤੇ ਉਹਨੇ ਕਿਹਾ ਕਿ ਯੂਨੀਵਰਸ ਐਕਸਪੈਂਡ ਕਰ ਰਿਹਾ ਵਾ। ਉਹਦੀ ਡਿਸਕਵਰੀ ਇਹ ਸੀ ਕਿ ਚੀਜ਼ਾਂ ਮੂਵ ਕਰ ਰਹੀਆਂ ਦੇ ਆਰ ਮੂਵਿੰਗ ਔਨ ਵੈਰੀ ਫਾਸਟ ਪੇਸ, ਕਿ ਚੀਜ਼ਾਂ ਮੂਵ ਕਰ ਰਹੀਆਂ। ਹੁਣ ਉਹਨੂੰ ਕਿੱਦਾਂ ਪਤਾ ਲੱਗਿਆ ਕਿ ਚੀਜ਼ਾਂ ਮੂਵ ਕਰ ਰਹੀਆਂ ਵਾ? ਇੱਥੇ ਗੱਲ ਆਉਂਦੀ ਹੈ ਡੋਪਲਰ ਇਫੈਕਟ ਦੀ। ਡੋਪਲਰ ਇਫੈਕਟ ਕੀ ਹੁੰਦਾ ਵਾ ਕਿ ਇਮੈਜਿਨ ਕਰੋ ਤੁਸੀਂ ਸੜਕ ਤੇ ਖੜੇ ਹੋ, ਠੀਕ ਹੈ, ਸੁਨਸਾਨ ਸੜਕ ਹੈ ਤੇ ਦੂਰੋਂ ਇੱਕ ਗੱਡੀ ਆ ਰਹੀ ਹੈ ਤੇ ਉਹ ਕੰਟੀਨਿਊਸਲੀ ਹੌਰਨ ਵਜਾ ਰਹੀ ਹੈ। ਜਦੋਂ ਤੁਹਾਡੇ ਕੋਲੇ ਆਊਗੀ ਹੌਰਨ ਜਿਹੜਾ ਉਹਦੀ ਆਵਾਜ਼ ਵਧੂਗੀ, ਜਦੋਂ ਤੁਹਾਡੇ ਤੋਂ ਉਹ ਦੂਰ ਜਾਊਗੀ ਹੌਰਨ ਦੀ ਆਵਾਜ਼ ਘਟੂਗੀ। ਇਹ ਡੋਪਲਰ ਇਫੈਕਟ ਹੁੰਦਾ। ਸੋ ਨੋਇਸ ਤੇ ਡੋਪਲਰ ਇਫੈਕਟ ਇਦਾਂ ਕੰਮ ਕਰਦਾ ਵਾ, ਠੀਕ ਹੈ। ਜੇ ਤੁਸੀਂ ਬਿਗ ਬੈਂਗ ਥਿਊਰੀ ਦੇਖਦੇ ਹੋ ਹੈ ਨਾ, ਪਹਿਲੇ ਸੀਜ਼ਨ ਦੇ ਵਿੱਚ ਆਈ ਥਿੰਕ ਜਦੋਂ ਪੈਨੀ ਹੈਲੋਵੀਨ ਦੀ ਪਾਰਟੀ ਰੱਖਦੀ ਹੁੰਦੀ ਹੈ ਤਾਂ ਸ਼ੈਲਡਨ ਜਿਹੜੇ ਕੱਪੜੇ ਪਾ ਕੇ ਜਾਂਦਾ ਹੁੰਦਾ ਨਾ ਬਲੈਕ ਐਂਡ ਵਾਈਟ ਸਟ੍ਰਾਈਪਸ ਵਾਲੇ, ਇਹ ਉਹੀ ਡੋਪਲਰ ਇਫੈਕਟ ਆ, ਠੀਕ ਹੈ। ਹੁਣ ਲਾਈਟ ਦੇ ਨਾਲ ਇਹ ਡਿਫਰੈਂਟ ਕੰਮ ਕਰਦਾ ਵਾ। ਜਦੋਂ ਕੋਈ ਸੋਰਸ ਹੈ ਜਿਹੜਾ ਲਾਈਟ ਪ੍ਰੋਡਿਊਸ ਕਰ ਰਿਹਾ ਤੇ ਉਹ ਸਾਡੇ ਤੋਂ ਦੂਰ ਭੱਜ ਰਿਹਾ ਵਾ, ਠੀਕ ਹੈ, ਤਾਂ ਜਿਹੜੀ ਉਹ ਲਾਈਟ ਦੀ ਵੇਵਲੈਂਥ ਆ ਉਹ ਰੈੱਡ ਲਾਈਟ ਨਾਲ ਮੈਚ ਕਰੂਗੀ। ਰੈੱਡ ਲਾਈਟ ਦੀ ਡਿਫਰੈਂਟ ਵੇਵਲੈਂਥ ਹੁੰਦੀ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਨਾ ਰੇਨਬੋ ਦੀ, ਵਿਬ ਗਿਓਰ, ਵਾਇਲਟ, ਇੰਡੀਗੋ, ਬਲੂ, ਯੈਲੋ, ਔਰੰਜ, ਗ੍ਰੀਨ, no, Vib, Gior, Violet, Indigo, Blue, Green, Yellow, Orange and Red, ਠੀਕ ਹੈ। ਸੋ ਇਹਨਾਂ ਦੀ ਵੇਵਲੈਂਥ ਵੱਖਰੀ ਹੁੰਦੀ ਹੈ। ਜਦੋਂ ਕੋਈ ਸੋਰਸ ਆਫ ਲਾਈਟ ਤੁਹਾਡੇ ਤੋਂ ਅਵੇ ਮੂਵ ਕਰਦਾ ਤਾਂ ਉਹਦੀ ਵੇਵਲੈਂਥ ਰੈੱਡ ਦੇ ਵੱਲ ਸ਼ਿਫਟ ਹੋ ਜਾਂਦੀ ਹੈ, ਤੇ ਜਦੋਂ ਕੋਈ ਸੋਰਸ ਆਫ ਲਾਈਟ ਤੁਹਾਡੇ ਵੱਲ ਮੂਵ ਕਰਦਾ ਬਲੂ ਹੋ ਜਾਂਦੀ ਹੈ, ਜਦੋਂ ਤੁਹਾਡੇ ਤੋਂ ਅਵੇ ਮੂਵ ਕਰਦਾ ਰੈੱਡ ਹੋ ਜਾਂਦੀ ਹੈ, ਠੀਕ ਹੈ। ਤਾਂ ਉਹਨੇ ਦੇਖਿਆ ਕਿ ਜਿਹੜੀਆਂ
ਗਲੈਕਸੀਜ਼ ਤੁਹਾਡੇ ਤੋਂ ਅਵੇ ਵੀ ਕਾਫੀ ਗਲੈਕਸੀਜ਼ ਤੁਹਾਡੇ ਤੋਂ ਅਵੇ ਮੂਵ ਕਰ ਰਹੀਆਂ, ਉਹਨਾਂ 'ਚ ਰੈੱਡ ਸ਼ਿਫਟ ਹੈ, ਤੇ ਉਹ ਗਲੈਕਸੀਜ਼ ਬਹੁਤ ਜ਼ਿਆਦਾ ਸੀ। ਐਂਡ ਦੈਨ ਉਹਨੇ ਦੇਖਿਆ ਕਿ ਕੁਝ ਗਲੈਕਸੀਜ਼ ਕੋਲੇ ਮੂਵ ਕਰ ਰਹੀਆਂ, ਬਲੂ ਸ਼ਿਫਟ ਸੀ, ਕਿਸੇ 'ਚ ਗ੍ਰੀਨ ਸ਼ਿਫਟ ਸੀ। ਐਂਡ ਦੈਟਸ ਹਾਊ ਹੀ ਫਿਗਰਡ ਆਊਟ ਕਿ ਕਾਫੀ ਗਲੈਕਸੀਜ਼ ਜਿਹੜੀਆਂ ਵਾ ਉਹ ਤੁਹਾਡੇ ਤੋਂ ਦੂਰ ਮੂਵ ਕਰ ਰਹੀਆਂ ਵਾ। ਠੀਕ ਹੈ, ਤਾਂ ਹੁਣ ਉਹ ਜਿਹੜੀ ਸ਼ਿਫਟ ਹੋ ਰਹੀ ਸੀ ਉਹਦੇ ਤੋਂ ਉਹਨੇ ਡਿਸਟੈਂਸ ਐਂਡ ਸਪੀਡ ਫਿਗਰ ਆਊਟ ਕੀਤੀ, ਮੈਥਮੈਟੀਕਲ ਇਕੁਏਸ਼ਨਸ ਲਾਈਆਂ, ਬੜੀਆਂ ਮੈਥਮੈਟੀਕਲ ਇਕੁਏਸ਼ਨਸ ਲਾਈਆਂ। ਐਂਡ ਉਹਨੇ ਇੱਕ ਆਈਡੀਆ ਪ੍ਰਪੋਜ਼ ਕੀਤਾ ਕਿ ਯਾਰ ਵੀ ਸ਼ਾਇਦ ਕਿਉਂਕਿ ਚੀਜ਼ਾਂ ਦੂਰ ਮੂਵ ਕਰ ਰਹੀਆਂ ਵਾ, ਤਾਂ ਦੇਰ ਇਜ਼ ਅ ਪੋਸੀਬਿਲਿਟੀ ਕਿ ਕਿਸੇ ਟਾਈਮ ਉਹ ਚੀਜ਼ਾਂ ਇੱਕ ਵੀ ਹੋਣ। ਠੀਕ ਹੈ, ਕਿ ਸ਼ਾਇਦ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਗਲੈਕਸੀਜ਼ ਨੇ, ਸ਼ਾਇਦ ਉਹ ਕਿਸੇ ਵਕਤ ਇੱਕ ਸਪੌਟ ਤੇ ਹੋਣ, ਹੁਣ ਉਹ ਦੂਰ ਮੂਵ ਕਰ ਰਹੀਆਂ ਵਾ। ਤਾਂ ਉਹਨੇ ਉਹ ਟਾਈਮ ਫਿਗਰ ਆਊਟ ਕੀਤਾ ਕਿ ਕਿੰਨਾ ਟਾਈਮ ਰਿਹਾ ਹੋਊਗਾ ਜਦੋਂ ਸਾਰੀਆਂ ਜਿਹੜੀਆਂ ਗਲੈਕਸੀਜ਼ ਆ ਇੱਕ ਪੁਆਇੰਟ ਤੇ ਮੌਜੂਦ ਹੋਣ। ਕਹਿਣ ਤੋਂ ਭਾਵ ਉਹਨਾਂ ਦੀ ਕ੍ਰੀਏਸ਼ਨ ਦਾ ਟਾਈਮ ਉਹਨੇ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕੀਤੀ। ਤੇ ਇਹਦੇ ਵਿੱਚ ਹੁਣ ਇੰਨਾ ਈਜ਼ੀ ਨਹੀਂ ਹੈਗਾ, ਹਨਾ। ਤੁਸੀਂ ਕਹੋਗੇ ਯਾਰ ਉਹ ਦੂਰ ਮੂਵ ਕਰ ਰਹੀਆਂ, ਵੈਲੋਸਿਟੀ ਤੁਹਾਨੂੰ ਪਤਾ ਵਾ, ਡਿਸਟੈਂਸ ਤੁਹਾਨੂੰ ਪਤਾ ਵਾ, ਤਾਂ ਤੁਹਾਨੂੰ ਟਾਈਮ ਤੁਸੀਂ ਫਿਗਰ ਆਊਟ ਕਰ ਸਕਦੇ ਹੋ। ਕਿਉਂਕਿ ਇਹ ਬਹੁਤ ਸਿੰਪਲ ਹੈ, ਕਿਉਂਕਿ ਜਦੋਂ ਯੂਨੀਵਰਸ ਕ੍ਰੀਏਟ ਹੋਇਆ ਸੀਗਾ ਉਦੋਂ ਗਲੈਕਸੀਜ਼ ਜਿਹੜੀਆਂ ਸੀ ਬਹੁਤ ਜ਼ਿਆਦਾ ਸਪੀਡ ਤੇ ਐਕਸਪੈਂਡ ਕਰ ਰਹੀਆਂ ਸੀ। ਹੁਣ ਜਿਹੜੀਆਂ ਵਾ ਗਲੈਕਸੀਜ਼ ਘੱਟ ਸਪੀਡ ਤੇ ਐਕਸਪੈਂਡ ਕਰ ਰਹੀਆਂ, ਪਹਿਲੀ ਗੱਲ। ਦੂਜੀ ਗੱਲ ਇਹ ਕਿ ਜਿਹੜੀ ਇਹ ਵੈਲੋਸਿਟੀ ਹੈ, ਹਨਾ, ਇਟ ਇਜ਼ ਵੈਰੀ ਮਚ ਇਨਫਲੂਐਂਸਡ ਬਾਈ ਗ੍ਰੈਵਿਟੀ ਆਫ ਸਟਾਰਸ ਆਫ ਅਦਰ ਗਲੈਕਸੀਜ਼। ਸੋ ਇਹਦੇ ਵਿੱਚ ਕਾਫੀ ਫੈਕਟਰ ਇਨਵੋਲਵ ਸੀਗੇ। ਤਾਂ ਜਦੋਂ ਉਹਨੇ ਪਹਿਲੀ ਵਾਰੀ ਕੱਢਿਆ ਟਾਈਮ ਕਿ ਯੂਨੀਵਰਸ ਕਿੰਨਾ ਓਲਡ ਹੋਣਾ, ਉਹਨੇ ਕਿਹਾ ਜੀ 3 ਬਿਲੀਅਨ ਈਅਰਸ ਅਗੋ। ਫਿਰ ਕਿਉਂਕਿ ਧਰਤੀ 4.5 ਬਿਲੀਅਨ ਈਅਰਸ ਓਲਡ ਹੈ। ਇਹ ਜਦੋਂ ਤੁਸੀਂ ਡਿਗਿੰਗ ਕਰਦੇ ਹੋ, ਤੁਸੀਂ ਪੁਰਾਣੀਆਂ ਚੱਟਾਨਾਂ ਲੱਭੋ, ਉਹਨਾਂ ਦੀ ਕਾਰਬਨ ਡੇਟਿੰਗ ਕਰੋ, ਤੁਹਾਨੂੰ ਪਤਾ ਲੱਗ ਜਾਂਦਾ ਵਾ ਹਾਊ ਇਜ਼ ਦੈਟ ਪੋਸੀਬਲ ਕਿ ਅਰਥ ਜਿਹੜੀ ਹੈ ਉਹ 4.5 ਬਿਲੀਅਨ ਈਅਰਸ ਓਲਡ ਹੈ, ਮਗਰ ਯੂਨੀਵਰਸ 3 ਬਿਲੀਅਨ ਈਅਰਸ ਓਲਡ ਹੈ। ਐਂਡ ਦੈਨ ਹੀ ਥੌਟ ਕਿ ਸਮਥਿੰਗ ਇਜ਼ ਰੋਂਗ। ਐਂਡ ਦੈਨ after so many scientists helping him out and this and that, and then they figure out कि it is 13.8। ਇਹਨਾਂ ਨੇ ਉਹਨੂੰ ਰਾਉਂਡ ਫਿਗਰ ਕਰਕੇ 14 ਬਿਲੀਅਨ ਈਅਰਸ ਕਹਿਤਾ, ਗਿਵ ਔਰ ਟੇਕ। ਕਹਿੰਦੇ ਜੀ 14 ਬਿਲੀਅਨ ਈਅਰਸ ਓਲਡ ਹੈ। ਸੋ ਫਾਰ ਸਾਨੂੰ ਕੁਝ ਵੀ ਇੰਨਾ ਪੁਰਾਣਾ 14 ਬਿਲੀਅਨ ਈਅਰਸ ਤੋਂ ਪੁਰਾਣਾ ਸਪੇਸ ਦੇ ਵਿੱਚ ਮਿਲਿਆ ਨਹੀਂ। ਸੋ ਅਸੀਂ ਇਹ ਅਜ਼ਿਊਮ ਕਰ ਸਕਦੇ ਹਾਂ ਕਿ 14 ਬਿਲੀਅਨ ਈਅਰਸ ਜਿਹੜਾ ਹੈਗਾ ਵਾ, ਦੈਟ ਇਜ਼ ਦੀ ਕਰੈਕਟ ਟਾਈਮ ਆਫ ਦੀ ਕ੍ਰੀਏਸ਼ਨ ਆਫ ਯੂਨੀਵਰਸ। ਦੂਜਾ ਐਕਸਪੈਰੀਮੈਂਟ 1963 ਦੇ ਵਿੱਚ ਹੋਇਆ ਸੀ। ਆਰਨੋ ਪੈਨਜ਼ੀਅਸ ਨਾਮ ਦਾ ਇੱਕ ਸਾਇੰਟਿਸਟ ਸੀਗਾ, ਉਹਨੇ ਨਾ ਇੱਕ ਐਂਟੀਨਾ ਲਾਇਆ ਹੋਇਆ ਸੀਗਾ, ਰੇਡੀਓ ਐਂਟੀਨਾਸ ਜਿਵੇਂ ਹੁੰਦੇ ਆ ਨਾ। ਤਾਂ ਉਹਨਾਂ ਦੀ ਕੋਸ਼ਿਸ਼ ਕੀ ਸੀ ਕਿ ਵੀ ਸਪੇਸ ਦੇ ਵਿੱਚ ਜਿੰਨੇ ਰੇਡੀਓ ਸਿਗਨਲਸ ਆ ਵੀ ਉਹਨਾਂ ਨੂੰ ਕੈਚ ਕੀਤਾ ਜਾਵੇ, ਸ਼ਾਇਦ ਕੋਈ ਏਲੀਅਨ ਮਿਲ ਜੇ, ਕੁਝ ਡਿਸਕਵਰੀ ਹੋ ਜੇ। ਉਹਨਾਂ ਨੇ ਬਹੁਤ ਵੱਡਾ ਐਂਟੀਨਾ ਲਾਇਆ ਹੋਇਆ ਸੀ। ਤਾਂ ਉਹਨਾਂ ਨੇ ਐਂਟੀਨਾ 'ਚ ਨੋਟਿਸ ਕੀਤਾ ਕਿ ਨੋਇਸ ਬਹੁਤ ਜਨਰੇਟ ਹੋ ਰਹੀ ਸੀ ਐਂਟੀਨਾ ਦੇ ਵਿੱਚ। ਠੀਕ ਹੈ, ਬਹੁਤ ਬੜਾ ਐਂਟੀਨਾ ਉਹਨਾਂ ਨੇ ਰਿਸੀਵਰ ਲਾਇਆ ਹੋਇਆ ਸੀਗਾ ਐਂਟੀਨਾ ਦਾ। ਤੇ ਫਿਰ ਜਦੋਂ ਨੋਇਸ ਉਹਨਾਂ ਨੇ ਦੇਖੀ, ਤਾਂ ਜਦੋਂ ਉਹਨਾਂ ਨੇ ਐਂਟੀਨਾ ਦੇ ਅੰਦਰ ਗਏ, ਉਹਨਾਂ ਨੇ ਦੇਖਿਆ ਕਬੂਤਰਾਂ ਨੇ ਉੱਥੇ ਘਰ ਪਾਏ ਹੋਏ। ਠੀਕ ਹੈ, ਬੜਾ ਉਹਨਾਂ ਨੂੰ ਗੁੱਸਾ ਚੜਿਆ। ਇਮੈਜਿਨ ਕਰੋ ਤੁਸੀਂ ਇੱਕ ਸਾਇੰਟਿਸਟ ਹੋ, ਤੁਹਾਡੇ ਕੋਲ ਬੜਾ ਐਕਸਪੈਂਸਿਵ ਇਕਵਿਪਮੈਂਟ ਆ ਐਂਡ ਬਹੁਤ ਵੱਡਾ ਵਾ, ਫਿਰ ਉਹਦੇ 'ਚ ਕਬੂਤਰ ਬੈਠੇ ਆ, ਉਹਨਾਂ ਨੇ ਕਬੂਤਰਾਂ ਦੀ ਕੀਤੀ ਸਫਾਈ। ਫਿਰ ਉਹਨਾਂ ਨੇ ਫਿਰ ਨੋਇਸ ਸਿਗਨਲ ਮਿਲ ਰਿਹਾ ਵਾ, ਐਂਡ ਫਿਰ ਉਹਨਾਂ ਨੇ ਉਹਨੂੰ ਘੁਮਾਇਆ, ਇੱਧਰ ਉੱਧਰ ਘੁਮਾਇਆ, ਬੜਾ ਕੁਛ ਕੀਤਾ ਤੇ ਨੋਇਸ ਸਿਗਨਲ ਨਾ ਜਾਵੇ। ਐਂਡ ਫਿਰ ਉਹਨਾਂ ਨੇ ਫਿਗਰ ਆਊਟ ਕੀਤਾ ਯਾਰ ਕਿ ਸ਼ਾਇਦ ਇਹ ਕੁਛ ਹੋ ਸਕਦਾ। ਹੁਣ ਨੋਇਸ ਸਿਗਨਲ ਕੀ ਸੀਗਾ? ਜਦੋਂ ਅਸੀਂ ਰੇਡੀਓ ਚੈਨਲ ਚੇਂਜ ਕਰਦੇ ਆ ਨਾ, ਉਹ ਜਿਹੜੀ ਛਣ ਹੁੰਦੀ ਆ, ਜਿਹੜੇ ਪੁਰਾਣੇ ਟੀਵੀ ਹੁੰਦੇ ਸੀਗੇ, ਜਦੋਂ ਉਹਦੇ ਤੇ ਜਦੋਂ ਚੈਨਲ ਤੁਹਾਡਾ ਐਂਟੀਨਾ ਹਿੱਲ ਜਾਂਦਾ ਸੀ, ਛਣ ਹੋਣ ਲੱਗ ਜਾਂਦੀ ਸੀਗੀ ਨਾ, ਇਹਨਾਂ ਨੇ ਉਹ ਨੋਇਸ ਲੱਭ ਲਈ ਸੀ। ਹੁਣ ਉਹ ਨੋਇਸ ਹੁੰਦੀ ਕੀ ਹੈ? ਉਹਦਾ ਨਾਮ ਹੈ ਜੀ ਕਾਸਮਿਕ ਮਾਈਕ੍ਰੋਵੇਵ ਬੈਕਗਰਾਉਂਡ। ਜਦੋਂ ਯੂਨੀਵਰਸ ਕ੍ਰੀਏਟ ਹੋਇਆ ਸੀਗਾ ਨਾ, ਤਾਂ ਉਹਨੇ ਇੱਕ ਲਾਈਟ ਤੇ ਇੱਕ ਨੋਇਸ ਕ੍ਰੀਏਟ ਕੀਤੀ। ਉਹ ਜਿਹੜੀ ਨੋਇਸ ਹੈ ਉਹ ਕੂਲ ਡਾਊਨ ਬਣ ਕੇ ਉਹ ਮਾਈਕ੍ਰੋਵੇਵ ਬਣ ਗਈ। ਮਾਈਕ੍ਰੋਵੇਵ ਨਹੀਂ ਜਿਹ 'ਚ ਆਪਾਂ ਖਾਣਾ ਗਰਮ ਕਰਦੇ ਹਾਂ। ਮਾਈਕ੍ਰੋਵੇਵ ਇੱਕ ਸਪੈਸ਼ਲ ਤਰ੍ਹਾਂ ਦੀ, ਜਦੋਂ ਲਾਈਟ ਜਿਹੜੀ ਹੁੰਦੀ ਹੈ ਫੈਲ ਜਾਂਦੀ ਹੈ, ਫਿਰ ਉਹ ਛੋਟੀ ਹੋ ਉਹਦੀ ਵੇਵਲੈਂਥ ਘੱਟ ਜਾਂਦੀ ਹੈ, ਫਿਰ ਉਹ ਮਾਈਕ੍ਰੋਵੇਵ ਬਣ ਜਾਂਦੀ ਹੈ। ਮਾਈਕ੍ਰੋਵੇਵ ਇੱਕ ਰੇਡੀਏਸ਼ਨ ਦਾ ਨਾਮ ਹੁੰਦਾ ਵਾ। ਠੀਕ ਹੈ, ਸੋ ਮਾਈਕ੍ਰੋਵੇਵ ਉਹ ਨਹੀਂ ਸਾਨੂੰ ਸੋਚਣ ਲੱਗ ਜਾਣਾ ਕਿ ਯੂਨੀਵਰਸ ਨੇ ਨੋਇਸ ਕ੍ਰੀਏਟ ਕੀਤੀ, ਲਾਈਟ ਬਣਾਈ ਤੇ ਉਹਦਾ ਇੱਕ ਵੱਡਾ ਮਾਈਕ੍ਰੋਵੇਵ ਬਣ ਗਿਆ। ਠੀਕ ਹੈ, ਤੁਹਾਡੇ ਘਰ ਵਾਲਾ ਮਾਈਕ੍ਰੋਵੇਵ ਨਹੀਂ ਹੈ। ਦਿਸ ਇਜ਼ ਦੀ ਮਾਈਕ੍ਰੋਵੇਵ ਜਿਹੜੀ ਰੇਡੀਏਸ਼ਨ
ਘਰ ਵਾਲੇ ਜਿਹੜਾ ਖਾਣਾ ਗਰਮ ਕਰਨ ਵਾਲਾ ਮਾਈਕ੍ਰੋਵੇਵ ਹੁੰਦਾ ਉਹਦੇ ਵਿੱਚ ਉਹ ਰੇਡੀਏਸ਼ਨ ਯੂਜ਼ ਹੁੰਦੀ ਖਾਣਾ ਗਰਮ ਕਰਨ ਵਾਸਤੇ, ਠੀਕ ਹੈ। ਸੋ ਉਹਨਾਂ ਨੇ ਉਹ ਜਿਹੜੀ ਰੇਡੀਏਸ਼ਨ ਸੀਗੀ ਉਹ ਫਿਗਰ ਆਊਟ ਕਰ ਲਈ ਸੀ। ਸੋ ਜਿਹੜੀ ਰੇਡੀਓ ਦੀ ਛਣ ਹੁੰਦੀ ਹੈ ਨਾ, ਤੇ ਜਿਹੜੀ ਟੀਵੀ ਦੇ ਵਿੱਚ ਛਣ ਹੁੰਦੀ ਹੈ, ਉਹਦਾ 1% ਜਿਹੜਾ ਹੁੰਦਾ ਨਾ, ਉਹ ਹੁੰਦਾ ਤੁਹਾਡਾ ਬਿਗ ਬੈਂਗ ਥਿਊਰੀ ਦੀ ਨੋਇਸ। ਜੀ ਹਾਂ, ਜਦੋਂ ਆਪਾਂ ਰੇਡੀਓ ਚੈਨਲ ਚੇਂਜ ਕਰਦੇ ਹਾਂ ਨਾ, ਤਾਂ ਸਾਰੀ ਜਿਹੜੀ ਦੁਨੀਆ ਵਾ ਉਹ ਤੁਸੀਂ ਕਹੋ ਕਿ ਬਿਗ ਬੈਂਗ ਦੀ ਜਿਹੜੀ ਨੋਇਸ ਹੈ ਉਹਨੂੰ ਸੁਣਦੀ ਹੈ। ਟੀਵੀ ਦੇ ਵਿੱਚ ਆਪਾਂ ਦੇਖੀ, ਮਗਰ ਸਾਨੂੰ ਪਤਾ ਨਹੀਂ ਸੀ, ਠੀਕ। ਕਾਜ਼ਮਿਕ ਮਾਈਕ੍ਰੋਵੇਵ ਬੈਕਗਰਾਉਂਡ ਇਹ ਬਣੀ ਕਿੱਦਾਂ ਸੀ, ਇਹਦੇ ਵਿੱਚ ਆਪਾਂ ਲੇਟਰ ਇਨ ਦਾ ਪੋਡਕਾਸਟ ਆਪਾਂ ਡਿਸਕਸ ਕਰਨਾ। ਸੋ ਇਹ ਜਿਹੜੀਆਂ ਦੋ ਥਿਊਰੀਆਂ ਸੀਗੀਆਂ, ਜਾਂ ਇਹ ਜਿਹੜੀਆਂ ਦੋ ਡਿਸਕਵਰੀ ਸੀਗੀਆਂ, ਇਹ ਬਹੁਤ ਇੰਪੋਰਟੈਂਟ ਸੀਗੀਆਂ ਇਹਨੂੰ ਸਮਝਣ ਵਾਸਤੇ। ਹੁਣ ਹੋਰ ਕੀ ਡਿਸਕਵਰੀ ਹੋ ਸਕਦੀ ਹੈ ਯਾਰ? ਇਹ ਜਿਹੜੀਆਂ ਦੋ ਡਿਸਕਵਰੀਜ਼ ਆ, ਤੁਹਾਨੂੰ ਲੱਗਦਾ ਹੋਊਗਾ ਕਿ ਯਾਰ ਨਾਟ ਇਨਫ, ਹੈ ਨਾ। ਹੁਣ ਜਦੋਂ ਆਪਾਂ ਜਨਰਲ ਰਿਲੇਟਿਵਿਟੀ ਦੀ ਗੱਲ ਕਰਦੇ ਹਾਂ, ਜਨਰਲ ਰਿਲੇਟਿਵਿਟੀ ਦੀ ਜਦੋਂ ਆਪਾਂ ਇਕੁਏਸ਼ਨਸ ਨੂੰ ਫੋਲੋ ਕਰਦੇ ਹਾਂ, ਤਾਂ ਹੁੰਦਾ ਇਹ ਹੈ ਕਿ ਵੈਨ ਯੂ ਟਰੇਸ ਇਟ ਬੈਕ, ਠੀਕ ਹੈ, ਤਾਂ ਤੁਸੀਂ ਦੇਖਦੇ ਹੋ ਕਿ ਸਟਾਰ ਜਦੋਂ ਮਰ ਜਾਂਦਾ, ਠੀਕ ਹੈ, ਬਿਗ ਸਟਾਰਸ ਉਹ ਗ੍ਰੈਵਿਟੀ ਦੇ ਕਰਕੇ ਕਲੈਪਸ ਕਰ ਜਾਂਦਾ, ਵੋਲਿਊਮ ਉਹਦਾ ਜ਼ੀਰੋ ਹੋ ਜਾਂਦਾ, ਠੀਕ ਹੈ। ਜਦੋਂ ਉਹਦਾ ਵੋਲਿਊਮ ਜ਼ੀਰੋ ਹੋ ਗਿਆ, ਫਿਰ ਉਹਦਾ ਵੋਲਿਊਮ ਜ਼ੀਰੋ ਹੋ ਗਿਆ, ਠੀਕ ਹੈ, ਐਂਡ ਉਹਦੀ ਡੈਂਸਿਟੀ ਇਨਫਾਈਨਾਈਟ ਹੋ ਜਾਂਦੀ ਹੈ। ਕਹਿਣ ਤੋਂ ਭਾਵ ਕਿ ਇੰਨੀ ਹੋ ਜਾਂਦੀ ਹੈ ਕਿ ਤੁਸੀਂ ਕੈਲਕੂਲੇਟ ਨਹੀਂ ਕਰ ਸਕਦੇ, ਠੀਕ ਹੈ। ਇਹਨੂੰ ਸਿੰਗੂਲੈਰਿਟੀ ਕਹਿੰਦੇ। ਇਹ ਤੋਂ ਬਣ ਜਾਂਦਾ ਵਾ ਬਲੈਕ ਹੋਲ। ਸੋ ਇਹਦੀ ਜਿਹੜੀ ਡਿਸਕਵਰੀ ਸੀ, ਇਹ ਕੀਤੀ ਸੀ ਰੋਜਰ ਪੈਨਰੋਸ ਐਂਡ ਸਟੀਵਨ ਹਾਕਿੰਗ ਨੇ। ਉਹਨਾਂ ਨੇ ਜਨਰਲ ਰਿਲੇਟਿਵਿਟੀ ਤੋਂ ਉਹਨੂੰ ਰਿਵਰਸ ਇੰਜੀਨੀਅਰ ਕਰਕੇ ਉਹਨਾਂ ਨੇ ਸਿੰਗੂਲੈਰਿਟੀ ਐਂਡ ਬਲੈਕ ਹੋਲ ਦੀ ਗੱਲ ਕੀਤੀ। ਹੁਣ ਇਮੈਜਿਨ ਕਰੋ, ਇੱਕ ਸਟਾਰ ਹੈ, ਜੇ ਤੁਸੀਂ ਉਹ ਜਿਹੜੀ ਇਕੁਏਸ਼ਨ ਆ ਉਹਨੂੰ ਵੱਡਾ ਕਰਕੇ ਪੂਰੇ ਯੂਨੀਵਰਸ ਤੇ ਲਾ ਦਿਓ ਨਾ, ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜਾ ਪੂਰਾ ਯੂਨੀਵਰਸ ਆ ਉਹ ਇੱਕ ਸਿੰਗੂਲੈਰਿਟੀ ਤੋਂ ਬਣਿਆ ਹੋਣਾ ਵਾ। ਇਹਦੀ ਡਿਸਕਵਰੀ ਵੀ ਤੁਸੀਂ ਕਹਿ ਸਕਦੇ ਹੋ ਡਾਇਰੈਕਟਲੀ ਆਇਨਸਟਾਈਨ ਦੇ ਨਾਮ ਤੇ ਜਾਂਦੀ ਹੈ, ਸਟੀਵਨ ਹਾਕਿੰਗ, ਰੋਜਰ ਪੈਨਰੋਸ, ਇਹਨਾਂ ਦੇ ਨਾਮ ਤੇ ਜਾਂਦੀ ਹੈ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਫਾਈਨਲੀ ਕਿ ਬਿਗ ਬੈਂਗ ਥਿਊਰੀ ਦੀ। ਬਾਕੀ ਸਾਰੀਆਂ ਡਿਸਕਵਰੀਜ਼, ਬਾਕੀ ਸਾਰੇ ਸਾਇੰਟਿਸਟਾਂ ਦੇ ਨਾਮ ਬਹੁਤ ਹੋ ਗਏ। ਹੁਣ ਆਪਾਂ ਗੱਲ ਕਰਦੇ ਹਾਂ ਬਿਗ ਬੈਂਗ ਥਿਊਰੀ ਦੀ ਇਟਸੈਲਫ, ਠੀਕ ਹੈ। ਸੋ ਬਿਫੋਰ ਆਪਾਂ ਬਿਗ ਬੈਂਗ ਥਿਊਰੀ ਦੀ ਗੱਲ ਕਰੀਏ, ਹੁਣ ਤੁਹਾਡੇ ਦਿਮਾਗ 'ਚ ਯਾਰ ਬਿਗ ਬੈਂਗ ਥਿਊਰੀ ਤੋਂ ਪਹਿਲਾਂ ਕੀ ਹੋਊਗਾ, ਬਿਗ ਬੈਂਗ ਤੋਂ ਪਹਿਲਾਂ ਕੀ ਹੋਇਆ ਹੋਊਗਾ। ਖੈਰ, ਇਹਦੇ ਰਿਲੇਟਡ ਦੋ ਥਿਊਰੀਜ਼ ਹੈ ਕਿ ਬਿਗ ਬੈਂਗ ਤੋਂ ਪਹਿਲਾਂ ਕੀ ਹੋਇਆ ਹੋਣਾ ਵਾ। ਇਹ ਜਿਹੜੀਆਂ ਥਿਊਰੀਜ਼ ਆ, ਇਹ ਡਾਕਟਰ ਬ੍ਰਾਇਨ ਗ੍ਰੀਨ ਦੀਆਂ ਵਾ। ਤੁਸੀਂ ਸਰਚ ਕਰ ਸਕਦੇ ਹੋ, ਬੜਾ ਵਧੀਆ ਕੰਮ ਆ ਉਹਨਾਂ ਦਾ ਬਿਗ ਬੈਂਗ ਥਿਊਰੀ ਦੇ ਉੱਪਰ। ਜੋ ਰੋਗਨ ਦੇ ਪੋਡਕਾਸਟ ਤੇ ਵੀ ਕਾਫੀ ਵਾਰੀ ਆਏ ਆ ਉਹ, ਐਂਡ ਉਹਨਾਂ ਨੇ ਲੈਕਚਰ ਉਹਨਾਂ ਦੇ YouTube ਦੇ ਉੱਪਰ ਬੜੇ ਪਏ ਆ। ਐਂਡ ਉਹਨਾਂ ਦਾ ਕਹਿਣਾ ਵਾ ਕਿ ਬਿਗ ਬੈਂਗ ਥਿਊਰੀ ਤੋਂ ਪਹਿਲਾਂ ਦੋ ਪੋਸੀਬਿਲਿਟੀਜ਼ ਆ। ਪਹਿਲੀ ਗੱਲ ਕਿ ਉਹ ਤੋਂ ਪਹਿਲਾਂ ਕੁਝ ਨਹੀਂ ਸੀ, ਠੀਕ ਹੈ, ਕਿ ਜਦੋਂ ਆਪਾਂ ਟਾਈਮ ਇਟਸੈਲਫ ਦੀ ਜਿਹਦੀ ਗੱਲ ਕਰਦੇ ਹਾਂ, ਉਹ ਜੇ ਤੁਸੀਂ ਟ੍ਰੇਸ ਬੈਕ ਕਰੋ ਤਾਂ ਇਟ ਗੋਜ਼ ਬੈਕ ਟੂ 13.8 ਔਰ ਰਾਉਂਡ ਫਿਗਰ 14 ਬਿਲੀਅਨ ਈਅਰਸ ਅਗੋ, ਐਂਡ ਨਥਿੰਗ ਐਗਜ਼ਿਸਟਡ ਬਿਫੋਰ ਦੈਟ। ਇਹ ਪਹਿਲੀ ਥਿਊਰੀ ਹੈ। ਦੂਜੀ ਥਿਊਰੀ ਕੀ ਹੈ ਕਿ ਸ਼ਾਇਦ ਜਿਹੜਾ ਸਾਡਾ ਨੋਨ ਯੂਨੀਵਰਸ ਹੈ, ਠੀਕ ਹੈ, ਵਿਚ ਇਜ਼ ਰਫਲੀ 93 ਬਿਲੀਅਨ ਲਾਈਟ ਈਅਰਸ, ਇੰਨਾ ਡਿਸਟੈਂਸ ਸਾਡੇ ਯੂਨੀਵਰਸ ਦਾ ਜਿੰਨਾ ਅਸੀਂ ਓਬਜ਼ਰਵ ਕਰਦੇ ਹਾਂ, ਕਿ ਇਹ ਜਿਹੜਾ ਯੂਨੀਵਰਸ ਹੈ, ਇਸ ਜਿਹੜੀ ਬਿਗ ਬੈਂਗ ਹੋਈ ਉਹਨੇ ਸਾਡਾ ਯੂਨੀਵਰਸ ਇਹ ਕ੍ਰੀਏਟ ਕੀਤਾ। ਐਂਡ ਸ਼ਾਇਦ ਇਸ ਤੋਂ ਬਾਹਰ ਹੋਰ ਯੂਨੀਵਰਸ ਹੋ ਸਕਦੇ ਆ ਜਿਨ੍ਹਾਂ ਨੂੰ ਅਸੀਂ ਓਬਜ਼ਰਵ ਨਹੀਂ ਕਰ ਰਹੇ। ਉਹਨਾਂ ਦੀ ਜਿਹੜੀ ਬਿਗ ਬੈਂਗ ਆਪਦੀ ਹੋਊਗੀ, ਸ਼ਾਇਦ ਸਾਡੇ ਨਾਲ ਹੋਈ ਹੋਵੇ, ਜਾਂ ਇਹ ਵੀ ਹੋ ਸਕਦਾ ਕਿ ਸਾਡੇ ਤੋਂ ਪਹਿਲਾਂ ਹੋਈ ਹੋਵੇ, ਉਹਨਾਂ ਨੇ ਸਾਡੀ ਬਿਗ ਬੈਂਗ ਵਿਟਨੈਸ ਕੀਤੀ ਹੋਵੇ। ਇਹ ਉਹਨਾਂ ਦੀਆਂ ਦੋ ਥਿਊਰੀਜ਼ ਹੈ। ਹੁਣ ਜਦੋਂ ਆਪਾਂ ਆਇਨਸਟਾਈਨ ਦੀ ਸਿੰਗੂਲੈਰਿਟੀ ਦੀ ਗੱਲ ਕਰਦੇ ਹਾਂ, ਜਿਹਦੇ ਤੇ ਹੁਣੇ ਮੈਂ ਕਿਹਾ ਕਿ ਰੋਜਰ ਪੈਨਰੋਸ ਐਂਡ ਸਟੀਵਨ ਹਾਕਿੰਗ ਨੇ ਡਿਸਕਵਰੀਜ਼ ਕੀਤੀਆਂ, ਰਾਈਟ, ਤਾਂ ਉਹ ਇੰਨੀ ਛੋਟੀ ਹੋਣੀ ਹੈ ਕਿ ਤੁਹਾਡੇ ਹੱਥ ਉਸ ਤੋਂ ਜ਼ਿਆਦਾ ਵੱਡਾ ਸੀਗਾ ਉਹ ਸਿੰਗੂਲੈਰਿਟੀ ਤੋਂ, ਠੀਕ ਹੈ। ਉਹਦੇ 'ਚ ਇੰਨੀ ਜ਼ਿਆਦਾ ਐਨਰਜੀ ਸੀਗੀ, ਹੌਟ, ਮਤਲਬ ਮਾਰਬਲ ਦੇ ਸਾਈਜ਼ ਹੋਣੀ ਹੈ, ਬੰਟੇ ਜਿੱਡੀ, ਜਿਹੜੇ ਬੰਟੇ ਆਪਾਂ ਖੇਡਦੇ ਹੁੰਦੇ ਹਨ ਉਹਦੇ ਜਿੱਡਾ ਯੂਨੀਵਰਸ ਸੀ 14 ਬਿਲੀਅਨ ਈਅਰਸ ਅਗੋ, ਹੌਟ, ਅਨਸਟੇਬਲ, ਠੀਕ ਹੈ। ਤਾਂ ਹੋਇਆ ਕੀ, ਸਾਨੂੰ ਨਹੀਂ ਪਤਾ ਬਿਗ ਬੈਂਗ ਥਿਊਰੀ, ਬਿਗ ਬੈਂਗ ਦੇ ਵਕਤ ਕੀ ਹੋਇਆ,
ਕਿਉਂਕਿ ਜਦੋਂ ਤੁਸੀਂ ਉਹ ਸਿੰਗੂਲੈਰਿਟੀ ਦੀ ਗੱਲ ਕਰਦੇ ਹੋ ਨਾ, ਤਾਂ ਉੱਥੇ ਕੋਈ ਫਿਜ਼ੀਕਲ ਲਾਅ ਨਹੀਂ ਕੰਮ ਕਰਦਾ, ਉੱਥੇ ਕੁਝ ਨਹੀਂ ਕੰਮ ਕਰਦਾ, ਕਿਉਂਕਿ ਡੈਂਸਿਟੀ ਜ਼ੀਰੋ ਨਹੀਂ ਹੁੰਦੀ। ਇਨ ਪ੍ਰੈਕਟੀਕਲ ਲਾਈਫ ਤੁਸੀਂ ਕਿਸੇ ਵੀ ਚੀਜ਼ ਦੀ ਡੈਂਸਿਟੀ ਜਿਹੜੀ ਆ ਯੂ ਡੋਂਟ ਸੀ ਕਿ ਚੀਜ਼ਾਂ ਦੀ ਵੋਲਿਊਮ ਜ਼ੀਰੋ ਆ, ਡੈਂਸਿਟੀ ਜ਼ੀਰੋ ਆ, ਹੈ ਨਾ। ਇਫ ਸਮਥਿੰਗ ਐਗਜ਼ਿਸਟ ਇਟ ਹੈਜ਼ ਵੋਲਿਊਮ, ਇਟ ਹੈਜ਼ ਮਾਸ, ਇਟ ਹੈਜ਼ ਡੈਂਸਿਟੀ, ਬਟ ਉੱਥੇ ਫਿਜ਼ੀਕਲ ਲਾਅ ਕੰਮ ਨਹੀਂ ਕਰਦੇ। ਸੋ ਸਾਨੂੰ ਨਹੀਂ ਪਤਾ ਬਿਗ ਬੈਂਗ ਕੀ ਸੀਗਾ, ਮਗਰ ਸਾਨੂੰ ਇਹ ਪਤਾ ਕਿ ਬਿਗ ਬੈਂਗ ਤੋਂ 3 ਸੈਕਿੰਡ ਬਾਅਦ ਕੀ ਹੋਇਆ। ਨਾਟ 3 ਸੈਕਿੰਡ ਬਟ ਸੈਕਿੰਡ ਦਾ ਬਿਲੀਅਨ ਪਾਰਟ, ਠੀਕ ਹੈ। ਬਿਗ ਬੈਂਗ ਹੋਈ, ਠੀਕ ਹੈ, ਇੱਕ ਬੜਾ ਧਮਾਕਾ ਹੋਇਆ, ਉਹਦੇ ਨਾਲ ਜਿੰਨੀ ਤੁਹਾਡੀ એનર્ਜੀ ਸੀਗੀ ਉਹ ਡਿਸਪਰਸ ਹੋਣਾ ਸਟਾਰਟ ਹੋ ਗਈ, ਠੀਕ ਹੈ। ਉਹ એનર્ਜੀ ਜਿਹੜੀ ਸੀ ਉਹ ਇੰਨੀ ਫਾਸਟ ਡਿਸਪਰਸ ਹੋਈ ਕਿ ਉਹ ਇਟ ਵਾਜ਼ ਫਾਸਟਰ ਦੈਨ ਸਪੀਡ ਆਫ ਲਾਈਟ ਇਟਸੈਲਫ, ਠੀਕ ਹੈ। ਹੁਣ ਜਦੋਂ ਆਪਾਂ E = mc² ਦੀ ਗੱਲ ਕਰਦੇ ਹਾਂ ਨਾ, ਇਹਨੂੰ ਆਪਾਂ ਵਨ ਵੇ ਦੇਖਦੇ ਹਾਂ ਕਿ ਯਾਰ ਜੇ ਅਸੀਂ ਲਾਈਟ ਸਪੀਡ ਆਫ ਲਾਈਟ ਤੇ ਟਰੈਵਲ ਕਰਾਂਗੇ ਤਾਂ ਜਿੰਨਾ ਅਸੀਂ ਮਾਸ ਲੂਜ਼ ਕਰਾਂਗੇ ਉਨੀ એનર્ਜੀ ਪ੍ਰੋਡਿਊਸ ਕਰਾਂਗੇ, ਹੈ ਨਾ। E = mc²। ਮਗਰ ਹੁਣ ਇਮੈਜਿਨ ਕਰੋ ਜਿਹੜੀ એનર્ਜੀ ਸਪੀਡ ਆਫ ਲਾਈਟ ਤੋਂ ਫਾਸਟਰ ਟਰੈਵਲ ਕਰ ਰਹੀ ਹੈ ਉਹ ਆਪੋਜ਼ਿਟ ਕਰੂਗੀ, ਉਹ ਮਾਸ ਲੂਜ਼ ਕਰਨ ਦੀ ਬਜਾਏ ਮਾਸ ਪ੍ਰੋਡਿਊਸ ਕਰੂਗੀ, ਠੀਕ ਹੈ। ਆਪੋਜ਼ਿਟ ਆਫ ਦੀ ਇਕੁਏਸ਼ਨ ਹੋਣ ਲੱਗ ਜੂਗਾ। ਤਾਂ ਉੱਥੇ ਕੀ ਹੁੰਦਾ ਵਾ, ਮੈਟਰ ਤੇ ਐਂਟੀ ਮੈਟਰ ਪਾਰਟੀਕਲ ਬਣਦੇ ਆ। ਜਿਹੜੀ એનર્ਜੀ ਹੁੰਦੀ ਆ ਉਹ ਐਕਸਪੈਂਡ ਕਰ ਰਹੀ ਆ ਫਾਸਟਰ ਦੈਨ ਫਾਸਟਰ ਦੈਨ ਦ ਸਪੀਡ ਆਫ ਲਾਈਟ। ਜਿਹੜਾ ਟੈਂਪਰੇਚਰ ਹੈ ਉਹਦਾ ਨਾ, ਉਹ 100 ਮਿਲੀਅਨ ਮੋਰ ਦੈਨ ਦ ਸਰਫੇਸ ਆਫ ਸਨ। ਸਰਫੇਸ ਆਫ ਸਨ ਤੋਂ 100 ਮਿਲੀਅਨ ਜ਼ਿਆਦਾ ਵਾ, ਤੇ ਉਹਦੇ ਵਿੱਚ ਉਹ ਮੈਟਰ ਤੇ ਐਂਟੀ ਮੈਟਰ ਪਾਰਟੀਕਲ ਬਣਾ ਰਹੇ ਆ। ਹੁਣ ਦੇਖੋ ਜਿਹੜਾ ਟੈਂਪਰੇਚਰ ਆ ਨਾ, ਇਹਦੀਆਂ ਦੋ ਫਾਰਮਸ ਹੁੰਦੀਆਂ। ਇੱਕ ਤਾਂ ਫਿਜ਼ੀਓਲੋਜੀਕਲ ਫਾਰਮ, ਤੁਸੀਂ ਕਿਸੇ ਚੀਜ਼ ਨੂੰ ਚੱਕੋ, ਤੁਸੀਂ ਠੰਡਾ ਜਾਂ ਉਹਨੂੰ ਗਰਮ ਫੀਲ ਕਰਦੇ ਹੋ। ਇੱਕ ਇਹਦੀ ਕੈਮੀਕਲ ਸਾਈਡ ਹੁੰਦੀ ਹੈ। ਕੈਮੀਕਲ ਸਾਈਡ ਕੀ ਹੁੰਦੀ ਹੈ, ਜਦੋਂ ਕੋਈ ਚੀਜ਼ ਹੌਟ ਹੁੰਦੀ ਹੈ, ਟੈਂਪਰੇਚਰ ਉਹਦਾ ਵੱਧਦਾ, ਤਾਂ ਜਿਹੜੇ ਮੋਲੀਕਿਊਲਸ ਆ ਵਾਈਬ੍ਰੇਟ ਕਰਦੇ ਆ, ਠੀਕ ਹੈ। ਹੁਣ ਜਦੋਂ ਯੂਨੀਵਰਸ ਦੀ ਕ੍ਰੀਏਸ਼ਨ ਹੋ ਰਹੀ ਆ, ਠੀਕ ਹੈ, ਚੀਜ਼ਾਂ ਫਾਸਟ ਮੂਵ ਕਰ ਰਹੀਆਂ ਵਾ, ਟੈਂਪਰੇਚਰ ਜ਼ਿਆਦਾ ਵਾ, ਤਾਂ ਉਹ ਜਿਹੜੇ ਪਾਰਟੀਕਲ ਸੀਗੇ ਉਹ ਬਹੁਤ ਜ਼ਿਆਦਾ ਸਪੀਡ ਤੇ ਇੱਕ ਦੂਜੇ 'ਚ ਵੱਜ ਰਹੇ ਸੀ, ਰਾਈਟ। ਜਿਹੜਾ ਐਂਟੀ ਮੈਟਰ ਤੇ ਮੈਟਰ ਪਾਰਟੀਕਲ એનર્ਜੀ ਕ੍ਰੀਏਟ ਕਰ ਰਹੀ ਸੀ, ਤੇ ਜਿਹੜੇ ਐਂਟਰੀ ਮੈਟਰ ਤੇ ਮੈਟਰ ਦੀ ਕੋਲੀਜਨ ਸੀ ਉਹ એનર્ਜੀ ਕ੍ਰੀਏਟ ਕਰ ਰਹੇ ਸੀਗੇ, ਠੀਕ ਹੈ। ਤੇ ਹੁਣ ਤੁਸੀਂ ਸੋਚੋ ਯਾਰ, એનર્ਜੀ ਮੈਟਰ ਤੇ ਐਂਟੀ ਮੈਟਰ ਬਣਾ ਰਹੀ ਹੈ, ਐਂਟੀ ਮੈਟਰ ਤੇ ਮੈਟਰ ਜਿਹੜੇ ਕੋਲਾਈਡ ਕਰ ਰਹੇ એનર્ਜੀ ਕ੍ਰੀਏਟ ਕਰ ਰਹੇ ਆ, ਫਿਰ ਬਾਕੀ ਸਾਰਾ ਕੁਝ ਕਿੱਦਾਂ ਬਣਿਆ? ਇਹ ਵੀ ਇੱਕ ਸਵਾਲ ਹੈ, ਠੀਕ ਹੈ। ਤੁਸੀਂ ਸੋਚੋ, ਮੈਂ ਸਿਪ ਲੈ ਲਾਂ ਪਾਣੀ ਦੀ। ਸੋ ਜਦੋਂ ਨਾ ਇਨਸਾਨ ਆਪਣੀ ਜ਼ਿੰਦਗੀ ਦੀ ਗੱਲ ਕਰਦਾ, ਉਹ ਸੋਚਦਾ ਕਿ ਯਾਰ ਮੈਂ ਬੜਾ ਮੈਂ ਬੜਾ ਸਪੈਸ਼ਲ ਆ, ਦਿਸ ਐਂਡ ਦੈਟ। ਮਗਰ ਅਸੀਂ ਇਹ ਚੀਜ਼ ਜਿਹੜਾ ਇੱਕ ਫੈਕਟਰ ਹੁੰਦਾ, ਇਹਨੂੰ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਕੁਝ ਵੀ ਨਹੀਂ ਹੈਗੇ। ਅਸੀਂ ਸਿਰਫ ਪਲੈਨੇਟਰੀ ਜੇ ਸਕੇਲ ਆਪਾਂ ਦੇਖੀਏ ਤਾਂ ਅਸੀਂ ਧੂੜ ਦਾ ਕਣ ਵੀ ਸਾਡੇ ਤੋਂ, ਯੂਨੀਵਰਸ ਦੀ ਧੂੜ ਦਾ ਕਣ ਵੀ ਸਾਡੇ ਤੋਂ ਵੱਡਾ ਹੁੰਦਾ ਵਾ, ਠੀਕ ਹੈ। ਇਹ ਗੱਲ ਮੈਂ ਕਿਉਂ ਕਰ ਰਿਹਾ ਹਾਂ, ਕਿਉਂਕਿ ਜਦੋਂ ਯੂਨੀਵਰਸ ਨੇ ਕੀ ਕੀਤਾ, ਐਵਰੀ 100 ਮਿਲੀਅਨ ਐਂਟੀ ਮੈਟਰ ਪਾਰਟੀਕਲਸ ਜਦੋਂ ਬਣੇ, 100 ਮਿਲੀਅਨ ਐਂਡ 1 ਮੈਟਰ ਪਾਰਟੀਕਲਸ ਬਣੇ। ਸੋ ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਯੂਨੀਵਰਸ ਦੀ ਕ੍ਰੀਏਸ਼ਨ ਦੇ ਵਕਤ ਜਿਹੜੀ એનર્ਜੀ ਬਚਾ ਗਈ ਸੀ, ਲੈਫਟ ਓਵਰ ਜਿਹੜੀ એનર્ਜੀ ਸੀ, ਉਹ ਸਾਡਾ ਪਾਰਟ ਹੈ, ਠੀਕ ਹੈ। ਹੁਣ ਤੁਹਾਡੇ ਦਿਮਾਗ 'ਚ ਆ ਰਿਹਾ ਵੀ ਯਾਰ ਆਪਾਂ ਨੂੰ ਕਿੱਦਾਂ ਪਤਾ ਐਂਟੀ ਮੈਟਰ ਬਣਿਆ, ਮੈਟਰ ਬਣਿਆ, ਹਨਾ, ਹਾਊ ਡੂ ਵੀ ਨੋ? ਤਾਂ ਇਹਦਾ ਆਨਸਰ ਹੈ ਜੀ ਰਿਲੇਟਿਵਿਸਟਿਕ ਹੈਵੀ ਆਇਨ ਕੋਲਾਈਡਰ। ਜੀ ਹਾਂ, ਆਈ ਥਿੰਕ ਇਹ ਨਿਊਯਾਰਕ ਦੇ ਵਿੱਚ ਹੈ, ਰਿਲੇਟਿਵਿਸਟਿਕ ਹੈਵੀ ਆਇਨ ਕੋਲਾਈਡਰ। ਤਾਂ ਇਹ ਕਰਦੇ ਕੀ ਹੈ, ਇਹ ਨਾ ਹੈਵੀ ਪਾਰਟੀਕਲ ਜਿਹੜੇ ਹੁੰਦੇ ਆ ਉਹਨਾਂ ਨੂੰ ਹੈਵੀਲੀ ਚਾਰਜ ਕਰਕੇ, ਹੈਵੀਲੀ ਚਾਰਜਡ ਪਾਰਟੀਕਲਸ ਨੂੰ ਬਹੁਤ ਜ਼ਿਆਦਾ ਸਪੀਡ ਤੇ ਰਨ ਕਰਦੇ ਆ, ਫਿਰ ਉਹਨਾਂ ਨੂੰ ਆਪਸ 'ਚ ਕੋਲਾਈਡ ਕਰਦੇ ਆ, ਠੀਕ ਹੈ। ਤੇ ਇਹ ਲੈਬ ਨੇ ਯੂਨੀਵਰਸ ਦੀ ਕ੍ਰੀਏਸ਼ਨ ਨੂੰ ਲੈ ਕੇ ਬੜੀਆਂ ਡਿਸਕਵਰੀਜ਼ ਕੀਤੀਆਂ, ਐਂਡ ਦਿਸ ਇਜ਼ ਵਨ ਆਫ ਦੇਅਰ ਡਿਸਕਵਰੀਜ਼। ਹੁਣ ਇਮੈਜਿਨ ਕਰੋ, ਤੁਸੀਂ ਇੱਕ ਕਾਰ ਹੈ, ਠੀਕ ਹੈ, ਤੁਸੀਂ ਪਤਾ ਕਰਨਾ ਕਿ ਯਾਰ ਕਾਰ ਦੇ ਅੰਦਰ ਕੀ ਹੈ, ਠੀਕ ਹੈ। ਤੁਸੀਂ ਕਾਰ ਨੂੰ ਖੋਲ ਨਹੀਂ ਸਕਦੇ, ਤਾਂ ਇੱਕ ਜਿਹੜਾ ਬੜਾ ਰਫ ਜਿਹਾ ਤਰੀਕਾ, ਜੇ ਤੁਸੀਂ ਕਾਰ ਨੂੰ ਖੋਲ ਨਹੀਂ ਸਕਦੇ, ਤੁਹਾਨੂੰ ਕਿੱਦਾਂ ਪਤਾ ਲੱਗੂ ਉਹਦੇ ਇੰਜਣ ਦੇ ਵਿੱਚ ਪਾਰਟੀਕਲ ਕੀ ਹੈ? ਤੁਸੀਂ ਕਾਰ ਨੂੰ ਬੜੀ ਤੇਜ਼ ਦੌੜਾਓਗੇ, ਉਹਨੂੰ ਕੰਧ-ਕੁੰਧ 'ਚ ਮਾਰੋਗੇ,
ਕਾਰ ਟੁੱਟੂਗੀ, ਫਿਰ ਤੁਹਾਨੂੰ ਅੱਛਾ ਕਿਤੇ ਸਪਾਰਕ ਪਲੱਗ ਡਿੱਗ ਪਿਆ, ਕਿਤੇ ਕੁਛ ਡਿੱਗ ਪਿਆ, ਕਿਤੇ ਕੁਛ ਡਿੱਗ ਪਿਆ, ਫਿਰ ਤੁਸੀਂ ਕਹੋਗੇ ਅੱਛਾ ਵੀ ਆਹ ਇਹਦੇ ਅੰਦਰ ਹੋਣਾ ਵਾ। ਸੇਮ ਚੀਜ਼ ਇਸ ਲੈਬ ਦੇ ਵਿੱਚ ਕੀਤੀ ਜਾਂਦੀ ਆ। ਇਹ ਵੀ ਇਦਾਂ ਹੀ ਕਰਦੇ ਆ। ਇਹ ਜੀ ਹੈਵੀ ਆਇਨ ਚਾਰਜਡ ਪਾਰਟੀਕਲ ਜਿਹੜੇ ਹੁੰਦੇ ਆ ਉਹਨਾਂ ਨੂੰ ਤੋੜਦੇ ਆ, ਸਬ ਐਟੋਮਿਕ ਪਾਰਟੀਕਲ 'ਚ ਤੋੜਦੇ ਆ। ਫਿਰ ਇਹ ਜਿਹੜਾ ਅਰਲੀ ਯੂਨੀਵਰਸ ਹੁੰਦਾ ਵਾ, ਉਹ ਅਰਲੀ ਯੂਨੀਵਰਸ ਸੀਗਾ, ਉਹਦੀ ਪ੍ਰੋਪਰਟੀਜ਼ ਨੂੰ ਡਿਸਕਵਰ ਕਰਦੇ ਆ, ਉਹਦੀ ਪ੍ਰੋਪਰਟੀਜ਼ ਨੂੰ ਸਟੱਡੀ ਕਰਦੇ ਆ। ਤੇ ਇਹਨਾਂ ਦੀ ਇੱਕ ਜਿਹੜੀ ਸਭ ਤੋਂ ਬੜੀ ਡਿਸਕਵਰੀ ਸੀ ਉਹ ਇਹ ਸੀ ਕਿ ਜਿਹੜਾ ਯੂਨੀਵਰਸ ਦੀ ਅਰਲੀ ਸਟੇਜਸ ਸੀਗੀ ਨਾ, ਉਹਦੇ ਵਿੱਚ ਜਿਹੜੀ ਉਹਦੀ ਸਟੇਟ ਸੀ ਉਹ ਲਿਕੁਇਡ ਸਟੇਟ ਦੇ ਵਿੱਚ ਸੀਗਾ। ਲਿਕੁਇਡ ਸਟੇਟ ਤੇ ਨੋ ਵਿਸਕਸ, ਕਿਉਂਕਿ ਹੌਟ ਬਹੁਤ ਜ਼ਿਆਦਾ ਸੀਗਾ। ਠੀਕ ਹੈ, ਹੌਟ ਇੰਨਾ ਸੀ ਕਿ ਫ੍ਰਿਕਸ਼ਨ ਨਹੀਂ ਸੀ ਉਹਦੇ ਵਿੱਚ, ਦੇਅਰ ਵਾਸ ਨੋ ਫ੍ਰਿਕਸ਼ਨ, ਇਟ ਵਾਸ ਟੂ ਹੌਟ, ਇਟ ਵਾਸ ਟੂ ਅਨਸਟੇਬਲ। ਚਾਰਜ ਪਾਰਟੀਕਲ ਜਿਹੜੇ ਸੀ ਉਹ ਇੰਨਾ ਜ਼ੋਰ ਦੀ ਮੂਵ ਕਰ ਰਹੇ ਸੀ ਕਿ ਉਹਨਾਂ ਵਿੱਚ ਫ੍ਰਿਕਸ਼ਨ ਨਹੀਂ ਸੀ, ਉਹਨਾਂ ਦੀ ਵਿਸਕੋਸਿਟੀ ਜ਼ੀਰੋ ਸੀ। ਵਿਸਕੋਸਿਟੀ ਕੀ ਹੁੰਦੀ ਹੈ? ਜਦੋਂ ਕੋਈ ਲਿਕੁਇਡ ਹੁੰਦਾ ਨਾ, ਜਿਵੇਂ ਪਾਣੀ ਹੈ, ਇਹਨੂੰ ਜੇ ਤੁਸੀਂ ਟਿਪ ਕਰਦੇ ਆ, ਇਹ ਨਾਲ ਦੀ ਨਾਲ ਗਲਾਸ 'ਚ ਬਾਹਰ ਆ ਜਾਂਦਾ। ਜਿਹੜਾ ਸ਼ਹਿਦ ਹੁੰਦਾ ਆਉਂਦਾ ਨਹੀਂ, ਕਿਉਂਕਿ ਹਾਈਲੀ ਵਿਸਕਸ ਹੁੰਦਾ ਵਾ। ਠੀਕ ਹੈ, ਸੋ ਵਿਸਕੋਸਿਟੀ ਹੁੰਦੀ ਆ ਕਿ ਜਿਹੜੇ ਲਿਕੁਇਡ ਦੇ ਪਾਰਟੀਕਲ ਉਹਨੂੰ ਬਣਾ ਰਹੇ ਆ, ਉਹਦੇ ਫਲੋ 'ਚ ਰੈਜ਼ਿਸਟੈਂਸ ਕਿੰਨੀ ਦਿੰਦੇ ਆ, ਦੈਟ ਇਜ਼ ਵਿਸਕੋਸਿਟੀ। ਹੁਣ ਕਿਉਂਕਿ ਟੈਂਪਰੇਚਰ ਜ਼ਿਆਦਾ ਸੀ, ਚਾਰਜਡ ਪਾਰਟੀਕਲ ਸੀ, ਦਿਸ ਐਂਡ ਦੈਟ, ਇਟ ਵਾਸ ਲਿਕੁਇਡ ਐਂਡ it did not have any resistance, no viscosity। ਇਹ ਰਿਲੇਟਿਵਿਸਟਿਕ ਜਿਹੜੇ ਹੈਵੀ ਆਇਨ ਕੋਲਾਈਡਰ ਆ, ਉਹਦੀਆਂ ਡਿਸਕਵਰੀਜ਼ ਵਿੱਚੋਂ ਇੱਕ ਡਿਸਕਵਰੀ ਆ। ਹੁਣ ਇਹ ਜਿਹੜਾ ਸਾਰਾ ਕੁਝ ਸੀਗਾ ਨਾ, ਇਹ ਬਹੁਤ ਫਾਸਟ ਹੋਇਆ, ਇੱਕੋ ਦਮ ਹੋਇਆ, ਸਾਰਾ ਕੁਝ ਹੋਇਆ, ਦਿਸ ਐਂਡ ਦੈਟ, ਐਂਡ ਆਫਟਰ 3 ਮਿੰਟਸ ਸਬ ਐਟੋਮਿਕ ਪਾਰਟੀਕਲ ਬਣ ਗਏ। ਟੈਂਪਰੇਚਰ ਡਾਊਨ ਹੋਇਆ, ਜਿਹੜਾ ਪਹਿਲਾਂ 100 ਮਿਲੀਅਨ ਸੀਗਾ ਉਹ ਘਟਿਆ। ਸਭ ਤੋਂ ਪਹਿਲਾਂ ਜਿਹੜਾ ਐਟਮ ਬਣਿਆ ਉਹ ਸੀਗਾ ਹਾਈਡਰੋਜਨ, ਮਗਰ ਇਹ ਹਾਈਡਰੋਜਨ ਦਾ ਐਟਮ ਸੀਗਾ, ਇਹ ਅਧੂਰਾ ਸੀਗਾ। ਅਧੂਰਾ ਕਿੱਦਾਂ ਸੀ ਕਿ ਇਲੈਕਟ੍ਰੋਨ ਜਿਹੜੇ ਸੀਗੇ ਹਜੇ ਨੇ ਉਹ ਨਹੀਂ ਸੀ ਫੜੇ। ਠੀਕ ਹੈ, ਇਹਦੇ ਕੋਲੇ ਹਜੇ ਸਿਰਫ ਨਿਊਟਰੋਨ ਐਂਡ ਪ੍ਰੋਟੋਨ ਸੀਗੇ, ਇਹ ਨਹੀਂ ਹਜੇ ਇਲੈਕਟ੍ਰੋਨ ਨਹੀਂ ਫੜੇ। ਕਿਉਂ ਨਹੀਂ ਫੜੇ? ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਵਾ, ਇਟ ਇਜ਼ ਟੂ ਮਚ ਹੌਟ, ਰਾਈਟ। ਐਂਡ ਜਿਹੜੇ ਇਲੈਕਟ੍ਰੋਨਸ ਨੇ ਉਹ ਕੈਪਚਰ ਨਹੀਂ ਕਰ ਪਾ ਰਿਹਾ। ਠੀਕ ਆ, ਇਹਨੂੰ ਇਲੈਕਟ੍ਰੋਨ ਕੈਪਚਰ ਕਰਨ ਨੂੰ ਬੜਾ ਵਕਤ ਲੱਗਿਆ, 3,80,000 ਸਾਲ ਲੱਗੇ ਪਹਿਲਾ ਪ੍ਰੋਪਰ ਹਾਈਡਰੋਜਨ ਐਟਮ ਫਾਰਮ ਕਰਨ ਨੂੰ, ਜਿਹਨੂੰ ਆਪਾਂ H2 ਲਿਖ ਸਕਦੇ ਹਾਂ। ਠੀਕ ਹੈ, ਹੁਣ ਇੱਕ ਹੋਰ ਤੁਹਾਨੂੰ ਚੀਜ਼ ਸਮਝਾਉਣੀ ਹੈ, ਐਗਜ਼ਾਮਪਲ ਸਮਝੋ ਪਹਿਲਾਂ। ਜਦੋਂ ਆਪਾਂ ਠੰਡ 'ਚ ਨਾ ਡਰਾਈਵ ਕਰਦੇ ਹਾਂ, ਧੁੰਦ ਪਈ ਹੁੰਦੀ ਹੈ, ਤੇ ਜਦੋਂ ਆਪਾਂ ਹਾਈ ਬੀਮ ਚਲਾਉਂਦੇ ਹਾਂ ਜਾਂ ਲਾਈਟ ਚਲਾਉਂਦੇ ਹਾਂ, ਤਾਂ ਉਹ ਫੌਗ ਦੇ ਵਿੱਚ ਨਾ ਲਾਈਟ ਗੁੰਮ ਹੋ ਜਾਂਦੀ ਆ। ਸੇਮ ਚੀਜ਼ ਜਿਹੜੀ ਸੀਗੀ ਨਾ, ਉਦੋਂ ਯੂਨੀਵਰਸ ਦੇ ਵਿੱਚ ਹੋ ਰਹੀ ਸੀ। ਜਿਹੜੀ ਇਲੈਕਟ੍ਰੋਨ ਸੀਗੇ ਨਾ, ਇਹਨਾਂ ਨੇ ਇੱਕ ਫੌਗ ਕ੍ਰੀਏਟ ਕੀਤੀ ਹੋਈ ਸੀਗੀ। ਠੀਕ ਹੈ, ਇਹਨਾਂ ਨੇ ਜਿਹੜੀ ਸੀਗੀ ਨਾ ਫੌਗ ਕ੍ਰੀਏਟ ਕੀਤੀ ਸੀ, ਉਹਦੇ ਕਰਕੇ ਜਿਹੜੀ ਬਿਗ ਬੈਂਗ ਦੀ ਨੋਇਸ ਸੀ, ਬਿਗ ਬੈਂਗ ਦੀ ਰੇਡੀਏਸ਼ਨ ਸੀਗੀ, ਠੀਕ ਹੈ, ਉਹ ਇਲੈਕਟ੍ਰੋਨਸ ਕਰਕੇ, ਉਹ ਇਲੈਕਟ੍ਰੋਨਸ ਦੇ ਵਿੱਚ ਉਹ ਅਟਕੀ ਹੋਈ ਸੀਗੀ, ਇਲੈਕਟ੍ਰੋਨਸ ਦੀ ਫੌਗ ਦੇ ਵਿੱਚ। ਤੇ ਜਦੋਂ ਯੂਨੀਵਰਸ ਠੰਡਾ ਹੋਣਾ ਸਟਾਰਟ ਹੋਇਆ ਤੇ ਹਾਈਡਰੋਜਨ ਜਿਹੜੇ ਆਇਨ ਸੀਗੇ, ਇਹਨਾਂ ਨੇ ਇਲੈਕਟ੍ਰੋਨ ਚੱਕ ਕੇ ਪ੍ਰੋਪਰ ਹਾਈਡਰੋਜਨ ਐਟਮ ਬਣਾਇਆ, ਜਿਹਨੂੰ H2 ਆਪਾਂ ਕਹਿੰਦੇ ਹਾਂ। ਠੀਕ ਹੈ, ਹਾਈਡਰੋਜਨ ਗੈਸ ਬਣਾਈ। ਤਾਂ ਜਦੋਂ ਇਲੈਕਟ੍ਰੋਨ ਘਟਣੇ ਸਟਾਰਟ ਹੋਏ, ਉਹ ਰੇਡੀਏਸ਼ਨ ਬਾਹਰ ਨਿਕਲੀ, ਉਹ ਜਿੱਥੇ ਤੱਕ ਟਰੈਵਲ ਕਰ ਸਕਦੀ ਸੀ ਉਹਨੇ ਟਰੈਵਲ ਕੀਤਾ। ਉਹਨੂੰ ਆਪਾਂ ਕਾਸਮਿਕ ਮਾਈਕ੍ਰੋਵੇਵ ਬੈਕਗ੍ਰਾਉਂਡ ਕਹਿੰਦੇ ਹਾਂ, ਜਿਹੜੀ ਆਰਨੋ ਪੈਨਜ਼ੀਅਸ ਨੇ ਡਿਸਕਵਰ ਕੀਤੀ ਸੀਗੀ। ਬਹੁਤ ਵਕਤ ਪਹਿਲਾਂ ਨਾ ਅਸੀਂ ਇੱਕ ਆਈ ਥਿੰਕ ਨਾਸਾ ਵਾਲਿਆਂ ਨੇ ਕੀਤਾ ਸੀ, ਵੈਬ ਮੈਪ ਇਹਨਾਂ ਨੇ ਨਾ ਲਾਂਚ ਕੀਤਾ ਸੀਗਾ। ਐਂਡ ਵੈਬ ਮੈਪ ਲਾਂਚ ਕਰਨ ਦਾ ਰੀਜ਼ਨ ਕੀ ਸੀ ਕਿ ਤੁਸੀਂ ਕਾਸਮਿਕ ਮਾਈਕ੍ਰੋਵੇਵ ਬੈਕਗ੍ਰਾਉਂਡ ਨੂੰ ਰਿਸਰਚ ਕਰ ਸਕੋ, ਕਿਉਂਕਿ ਕਾਸਮਿਕ ਮਾਈਕ੍ਰੋਵੇਵ ਬੈਕਗ੍ਰਾਉਂਡ ਜਿਹੜੀ ਹੈ ਇਹ ਤੁਹਾਨੂੰ ਹੈਲਪ ਕਰੂਗੀ ਯੂਨੀਵਰਸ ਦੀ ਕ੍ਰੀਏਸ਼ਨ ਨੂੰ ਅੰਡਰਸਟੈਂਡ ਕਰਨ ਦੇ ਵਿੱਚ, ਗਲੈਕਸੀਜ਼ ਕਿੱਦਾਂ ਫਾਰਮ ਹੁੰਦੀਆਂ ਉਹਨੂੰ ਅੰਡਰਸਟੈਂਡ ਕਰਨ ਦੇ ਵਿੱਚ। ਤਾਂ ਇਹਨਾਂ ਨੇ ਕਾਸਮਿਕ ਮਾਈਕ੍ਰੋਵੇਵ ਬੈਕਗ੍ਰਾਉਂਡ ਨੂੰ ਜਿਹੜਾ ਸੀਗਾ ਉਹਦਾ ਇੱਕ ਡਾਟਾ ਤਿਆਰ ਕੀਤਾ, ਉਹਨੂੰ ਇੱਕ ਗ੍ਰਾਫ ਤੇ ਸਿਰਜਿਆ, ਉਹਦੀ ਸ਼ੇਪ ਬਣਾਈ ਕਿ ਕਿੱਦਾਂ ਦੀ ਉਹ ਸਾਰੀ ਹੋਊਗੀ। ਐਂਡ ਜਦੋਂ ਹਿਊਮਨਸ ਆ ਨਾ, ਜਿਵੇਂ ਆਪਾਂ ਇਨਫਰਾਰੈਡ ਨਹੀਂ ਦੇਖਦੇ, ਆਪਾਂ ਅਲਟਰਾਵਾਇਲਟ ਨਹੀਂ ਦੇਖਦੇ, ਅਸੀਂ ਵਾਈਟ ਲਾਈਟ ਦੇਖਦੇ ਹਾਂ। ਠੀਕ ਹੈ, ਸੋ ਮੈਨੀ ਫਾਰਮਸ ਆਫ ਐਨਰਜੀ ਦੈਟ ਵੀ ਕੈਨੋਟ ਡਿਟੈਕਟ ਵਿਦ ਨੇਕਡ ਆਈਜ਼। ਤਾਂ ਜਦੋਂ ਇਹਨਾਂ ਨੇ ਉਹਨੂੰ ਪਲੇਨ, ਜਦੋਂ ਡਾਟਾ ਨੂੰ, ਕਾਸਮਿਕ ਮਾਈਕ੍ਰੋਵੇਵ ਬੈਕਗ੍ਰਾਉਂਡ ਨੂੰ, ਜਦ ਇਹਨਾਂ ਨੇ ਡਿਫਰੈਂਟ ਰੇਡੀਏਸ਼ਨ ਦੇ ਅੰਡਰ ਸਟੱਡੀ, ਕਿਉਂਕਿ ਉਹ ਰੇਡੀਏਸ਼ਨ ਹੈ ਨਾ, ਜਦੋਂ ਉਹਨੂੰ ਡਿਫਰੈਂਟ ਜਿਵੇਂ ਉਹਦਾ UV ਦਾ ਚਾਰਟ ਕੀ ਕਹਿੰਦਾ, ਉਹਦਾ ਇਨਫਰਾਰੈਡ ਦਾ ਚਾਰਟ ਕੀ ਕਹਿੰਦਾ, ਤਾਂ ਉਹ ਸਾਰੇ ਕਿਤੇ ਨਾ ਇੱਕੋ ਜਿਹੀ ਲੱਗ ਰਹੀ ਸੀ। ਐਂਡ ਦੈਟ ਇਜ਼ ਨਾਟ ਪੋਸੀਬਲ, ਰਾਈਟ, ਕਿਉਂਕਿ ਜੇ ਉਹ ਇੰਨੀ ਇੱਕੋ ਜਿਹੀ ਹੋਊਗੀ, ਸਿਮਿਲਰ ਹੋਊਗੀ, ਤਾਂ ਯੂਨੀਵਰਸ ਕਿੱਦਾਂ ਬਣਿਆ।
ਰਾਈਟ देयर हैज़ टू बी सम ਅਬਨੋਰਮੈਲਿਟੀਜ਼, ਹੈ ਨਾ, ਕੁਛ ਨਾ ਕੁਛ ਤਾਂ ਡਿਫਰੈਂਟ ਹੋਇਆ ਹੋਊਗਾ ਕਿਤੇ ਨਾ ਕਿਤੇ ਜਿਹਨੇ ਐਨੀ ਡਿਫਰੈਂਟ ਯੂਨੀਵਰਸ ਬਣਾਇਆ, ਠੀਕ ਹੈ। ਤਾਂ ਜਦੋਂ ਉਹਨਾਂ ਨੇ ਉਹਦਾ ਸਕੇਲ ਚੇਂਜ ਕੀਤਾ UV ਇਨਫਰਾਰੈਡ, ਤਾਂ ਉਹਨਾਂ ਨੇ ਦੇਖਿਆ ਕਿ ਥੋੜ੍ਹੀਆਂ ਥੋੜ੍ਹੀਆਂ ਉਹਦੇ ਵਿੱਚ ਡਿਫਰੈਂਸਸ ਸੀਗੇ, ਕਿਤੇ ਡੈਂਸ ਸੀ, ਕਿਤੇ ਉਹ ਘੱਟ ਡੈਂਸ ਸੀਗੀ। ਤਾਂ ਉੱਥੋਂ ਫਿਰ ਫਿਗਰ ਆਊਟ ਕੀਤਾ ਕਿ ਜਿੱਥੇ ਜਿੱਥੇ ਉਹ ਡੈਂਸ ਸੀਗੀ, ਰਾਈਟ, ਉੱਥੇ ਉੱਥੇ ਗਲੈਕਸੀਜ਼ ਬਣੀਆਂ, ਜਿੱਥੇ ਉਹ ਡੈਂਸ ਨਹੀਂ ਸੀਗੀ ਉੱਥੇ ਉੱਥੇ ਵੋਇਡ ਬਣਿਆ, ਸਪੇਸ, ਖਲਾ ਬਣਿਆ, ਹੈ ਨਾ, ਵੈਕਿਊਮ ਕ੍ਰੀਏਟ ਹੋਇਆ ਉੱਥੇ, ਉੱਥੇ ਕੁਛ ਨਹੀਂ ਬਣਿਆ। ਤੇ ਇਹ ਬੜੀ ਜਿਹੜੀ ਸੀਗੀ ਇਹ ਆਰਨੋ ਪੈਨਜ਼ੀਅਸ ਉਹਨਾਂ ਦੀ, ਇਹ ਬੜੀ ਇਟ ਵਾਜ਼ ਅ ਇੰਪੋਰਟੈਂਟ ਡਿਸਕਵਰੀ ਜਿਹੜੀ ਉਹਨਾਂ ਨੇ ਕੀਤੀ। ਹੁਣ ਕ੍ਰੀਏਸ਼ਨ ਆਫ ਯੂਨੀਵਰਸ ਜਿਹੜੀ ਸੀਗੀ ਨਾ, 3,80,000 ਸਾਲ ਤੇ ਆਪਾਂ ਸੀਗੇ, ਹਾਈਡਰੋਜਨ ਨੇ ਐਟਮ ਐਕਵਾਇਰ ਕਰ ਲਿਆ ਤੇ ਟੈਂਪਰੇਚਰ ਬਹੁਤ ਡਾਊਨ ਹੋ ਗਿਆ ਸਡਨਲੀ ਯੂਨੀਵਰਸ ਦਾ। ਜਿਹੜਾ ਯੂਨੀਵਰਸ ਦਾ ਟੈਂਪਰੇਚਰ ਸੀਗਾ ਇਹ ਹੋ ਗਿਆ ਜੀ ਲਿਕੁਇਡ ਨਾਈਟ੍ਰੋਜਨ ਤੋਂ ਵੀ ਘੱਟ, ਠੀਕ ਹੈ। ਹੁਣ ਲਿਕੁਇਡ ਨਾਈਟ੍ਰੋਜਨ ਤੋਂ ਜਦੋਂ ਟੈਂਪਰੇਚਰ ਘੱਟ ਹੋ ਗਿਆ ਤਾਂ ਜਿਹੜੀਆਂ ਹਾਈਡਰੋਜਨ ਗੈਸ ਬਣੀ ਨਾ, ਹਾਈਡਰੋਜਨ ਦੇ ਨਾਲ ਹੀਲੀਅਮ ਗੈਸ ਵੀ ਬਣੀ, ਹਾਈਡਰੋਜਨ ਤੇ ਹੀਲੀਅਮ ਗੈਸ ਇਕੱਠੀ ਹੋਣ ਲੱਗ ਗਈ, ਠੀਕ ਹੈ। ਜਦੋਂ ਇਕੱਠੀ ਹੋਈ ਗਈ ਤਾਂ ਇਹਨਾਂ ਨੇ ਕੀ ਕੀਤਾ, ਗੈਸਸ ਨੇ ਇਟਸੈਲਫ, ਇਹਨਾਂ ਨੇ ਜਦੋਂ ਇੱਕ ਜਗ੍ਹਾ ਕੋਲਾਈਡ ਹੋਈਆਂ ਤਾਂ ਇਹਨਾਂ ਨੇ ਗ੍ਰੈਵਿਟੀ ਕ੍ਰੀਏਟ ਕੀਤੀ, ਦੇ ਕ੍ਰੀਏਟਡ ਗ੍ਰੈਵਿਟੀ, ਕਿਉਂਕਿ ਟੈਂਪਰੇਚਰ ਇੰਨਾ ਘੱਟ ਹੋ ਗਿਆ, ਉਹ ਇੱਕ ਜਗ੍ਹਾ ਤੇ ਕੰਡੈਂਸ ਹੋਣ ਲੱਗ ਗਈਆਂ। ਉਹਨਾਂ ਦੀ ਜਿਹੜੀ ਕੰਡੈਂਸੇਸ਼ਨ ਸੀਗੀ ਉਹਨੇ ਨਿਊਕਲੀਅਰ ਫਿਊਜ਼ਨ ਸਟਾਰਟ ਕੀਤਾ, ਜਿਹੜਾ ਸਾਡਾ ਸਨ ਹੈ, ਠੀਕ ਹੈ। ਨਿਊਕਲੀਅਰ ਫਿਊਜ਼ਨ ਕੀ ਹੁੰਦਾ ਵਾ, ਜਦੋਂ ਹਾਈਡਰੋਜਨ ਦੇ ਦੋ ਐਟਮ ਇੱਕ ਦੂਜੇ ਨਾਲ ਬਾਈਂਡ ਕਰਦੇ ਆ, ਹੀਲੀਅਮ ਬਣਦੇ ਆ ਐਂਡ ਦੈਨ ਦੇ ਕ੍ਰੀਏਟ ਹੀਟ, ਠੀਕ ਹੈ। ਸੋ ਹੁਣ ਤੁਸੀਂ ਦੇਖੋ ਯੂਨੀਵਰਸ ਕਿੱਡਾ ਵੱਡਾ, ਰਾਈਟ, 3,80,000 ਜਦੋਂ ਸਾਲ ਹੋ ਗਏ ਸੀਗੇ ਯੂਨੀਵਰਸ ਦੀ ਕ੍ਰੀਏਸ਼ਨ ਨੂੰ, ਤਾਂ ਇਟ ਵਾਜ਼ ਆਈ ਥਿੰਕ ਬਿਗਰ ਦੈਨ ਮਿਲਕੀ ਵੇ ਗਲੈਕਸੀ। ਇਹਦਾ ਸਾਈਜ਼ ਮਿਲਕੀ ਵੇ ਗਲੈਕਸੀ ਤੋਂ ਜ਼ਿਆਦਾ ਵੱਡਾ ਹੋ ਗਿਆ ਸੀ। ਤੇ ਯੂਨੀਵਰਸ ਜਦੋਂ ਕੂਲ ਡਾਊਨ ਹੋਇਆ, ਨਾਈਟ੍ਰੋਜਨ ਲਿਕੁਇਡ ਦੇ ਟੈਂਪਰੇਚਰ ਤੋਂ ਥੱਲੇ ਹੋਇਆ, ਹਾਈਡਰੋਜਨ ਐਟਮ ਕੰਡੈਂਸ ਹੋਏ, ਨਿਊਕਲੀਅਰ ਫਿਊਜ਼ਨ ਹੋਇਆ, ਫਿਰ ਨੈਕਸਟ ਥਿੰਗ ਹੋਈ, ਪਹਿਲੇ ਤਾਰੇ ਦਾ ਜਨਮ ਹੋਇਆ ਹੋਣਾ, ਠੀਕ ਹੈ। ਤੇ ਉਹ ਜਿਹੜਾ ਪਹਿਲੇ ਤਾਰੇ ਦਾ ਜਨਮ ਸੀ ਉਹ ਐ ਨਹੀਂ ਕਿ ਇੱਕ ਤਾਰਾ ਬਣਿਆ। ਹੁਣ ਜਦੋਂ ਯੂਨੀਵਰਸ ਦੇਖੋ ਮਿਲਕੀ ਵੇ ਜਿੱਡਾ ਵੱਡਾ ਹੋ ਗਿਆ ਵਾ, ਤਾਂ ਉਦੋਂ ਬਹੁਤ ਲੱਖਾਂ, ਹਜ਼ਾਰਾਂ, ਕਰੋੜਾਂ ਤਾਰੇ ਜਿਹੜੇ ਸੀਗੇ ਇੱਕ ਟਾਈਮ ਤੇ ਬਣੇ ਹੋਏ ਆ। ਤੇ ਉਹ ਪਤਾ ਕਿੱਦਾਂ ਦਾ ਨਜ਼ਾਰਾ ਹੋਣਾ ਵਾ ਕਿ ਜਿੱਦਾਂ ਦੀਵਾਲੀ ਦੀ ਰਾਤ ਨੂੰ ਪਟਾਕੇ ਚੱਲਦੇ ਨਾ, ਤੁਸੀਂ ਇਮੈਜਿਨ ਕਰਦੇ ਹੋ ਹੂ ਬਹੂ ਉੱਦਾਂ ਦਾ ਉਸ ਟਾਈਮ, ਜੇ ਤੁਸੀਂ ਉਹਨੂੰ ਕਿਸੇ ਤਰੀਕੇ ਨਾਲ ਤੁਸੀਂ ਉਹਦੀ ਵੀਡੀਓ ਬਣਾ ਲਓ, ਰਾਈਟ, ਤਾਂ ਉਹ ਉੱਦਾਂ ਦਾ ਹੋਊ ਜਿਵੇਂ ਦੀਵਾਲੀ ਦੀ ਰਾਤ ਨੂੰ ਪਟਾਕੇ ਚੱਲਦੇ ਹੁੰਦੇ, ਆਤਿਸ਼ਬਾਜ਼ੀ ਚੱਲਦੀ ਹੈ। ਤੇ ਜਿਹੜੇ ਤਾਰੇ ਸੀਗੇ ਇਹ ਉੱਦਾਂ ਦੇ ਨਹੀਂ ਸੀਗੇ ਜਿੱਦਾਂ ਦੇ ਅੱਜ ਆਪਾਂ ਨੂੰ ਤਾਰੇ ਦੇਖਣ ਨੂੰ ਮਿਲਦੇ ਆ, ਇੱਦਾਂ ਦੇ ਸਟਾਰਸ ਸਾਨੂੰ ਦੇਖਣ ਨੂੰ ਮਿਲਦੇ ਆ। ਦੀਜ਼ ਵਰ ਡਿਫਰੈਂਟ ਸਟਾਰਸ। ਤੇ ਇਹ ਜਿਹੜੇ ਸਟਾਰਸ ਸੀਗੇ ਇਹਨਾਂ ਨੇ ਯੂਨੀਵਰਸ ਦੇ ਵਿੱਚ ਪਹਿਲੀ ਲਾਈਟ ਇਹਨਾਂ ਨੇ ਪੈਦਾ ਕੀਤੀ, ਠੀਕ ਹੈ। ਇਹਨਾਂ ਨੇ ਯੂਨੀਵਰਸ ਨੂੰ ਦੁਬਾਰਾ ਗਰਮ ਕਰਨਾ ਸਟਾਰਟ ਕੀਤਾ, ਕਿਉਂਕਿ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਲਿਕੁਇਡ ਨਾਈਟ੍ਰੋਜਨ ਤੋਂ ਟੈਂਪਰੇਚਰ ਘੱਟ ਹੋ ਗਿਆ, ਤਾਂ ਉੱਥੇ ਫਿਰ ਜ਼ਿਆਦਾ ਟੈਂਪਰੇਚਰ ਕਿੱਦਾਂ ਹੁੰਦਾ ਵਾ, ਉਹ ਜ਼ਿਆਦਾ ਟੈਂਪਰੇਚਰ ਜਿਹੜਾ ਅੱਜ ਦਾ ਜਿਹੜਾ ਟੈਂਪਰੇਚਰ ਆਫ ਯੂਨੀਵਰਸ ਹੈ, ਇਟ ਇਜ਼ ਵੈਰੀ ਮਚ ਡਿਪੈਂਡ ਔਨ ਸਟਾਰਸ। ਈਵਨ ਤੁਸੀਂ ਜੇ ਆਪਾਂ ਆਪਣੇ ਤੋਂ ਅਗਲੇ ਪਲੈਨਟਸ ਦੀ ਗੱਲ ਕਰਦੇ ਹਾਂ, ਜੇ ਮਾਰਸ ਦੀ ਗੱਲ ਕਰੋ ਜਾਂ ਜੁਪੀਟਰ ਦੀ ਗੱਲ ਕਰੋ, ਇਟ ਇਜ਼ ਕੋਲਡਰ ਬਿਕੋਜ਼ ਦੇ ਆਰ ਫਾਰ ਅਵੇ ਫਰੋਮ ਦ ਸਨ ਐਂਡ ਵੀ ਆਰ ਵਾਰਮਰ ਦੈਨ them because we are closer to the sun। ਸੋ ਇੰਨਾ ਕੁ ਜਿਹੜਾ ਸਿੰਪਲ ਕੰਮ ਹੈ ਹੋਇਆ। ਹੁਣ ਜਦੋਂ ਤਾਰੇ ਬਣੇ ਤਾਂ ਇੱਕ ਬੜੀ ਅਮੇਜ਼ਿੰਗ ਚੀਜ਼ ਹੋਈ। ਹੁਣ ਆਪਾਂ ਇੱਥੇ ਗੱਲ ਕਰਨੀ ਹੈ ਫਰੈਡ ਹੋਇਲ ਦੀ। ਫਰੈਡ ਹੋਇਲ ਉਹੀ ਬੰਦਾ ਜਿਹਨੇ ਬਿਗ ਬੈਂਗ ਥਿਊਰੀ ਜਿਹੜੀ ਪਹਿਲੀ ਵਾਰੀ ਦਿੱਤੀ ਸੀ ਐਜ਼ ਏ ਮਜ਼ਾਕ BBC ਦੇ ਉੱਪਰ। ਉਹਦੀ ਆਹ ਥਿਊਰੀ ਤਾਂ ਖੈਰ ਬਿਗ ਬੈਂਗ ਵਾਲਾ ਤਾਂ ਉਹਦਾ ਮਜ਼ਾਕ ਹੀ ਸੀਗਾ, ਮਗਰ ਉਹਨੇ ਇੱਕ ਹੋਰ ਥਿਊਰੀ ਦਿੱਤੀ ਸੀ। ਉਹਨੇ ਕਿਹਾ ਸੀ ਕਿ ਜਿਹੜੇ ਤਾਰੇ ਹੁੰਦੇ ਆ ਨਾ, ਇਹ ਫੈਕਟਰੀਜ਼, ਇਹ ਮੋਲੈਕੂਲਰ ਫੈਕਟਰੀਜ਼ ਹੁੰਦੀਆਂ ਵਾ, ਠੀਕ ਹੈ। ਇਹ ਕੰਮ ਕਰਦੇ ਆ ਐਟਮ ਕ੍ਰੀਏਸ਼ਨ ਦੇ ਵਿੱਚ, ਐਟਮਸ ਬਣਾਉਂਦੇ ਆ। ਦੇਖੋ ਹੁਣ ਤੱਕ ਆਪਾਂ ਜਿਹੜੀ ਗੱਲ ਕੀਤੀ ਹੈ, ਆਪਾਂ ਹਾਈਡਰੋਜਨ ਦੀ ਗੱਲ ਕੀਤੀ ਹੈ, ਆਪਾਂ ਹੀਲੀਅਮ ਬਣਨ ਦੀ ਗੱਲ ਕੀਤੀ ਹੈ, ਠੀਕ ਹੈ। ਹਾਈਡਰੋਜਨ ਬਣ ਗਈ, ਹਾਈਡਰੋਜਨ ਨੇ ਮਿਲ ਕੇ ਹੀਲੀਅਮ ਬਣਾਤੀ। ਮਗਰ ਜੇ ਤੁਸੀਂ ਆਸੇ-ਪਾਸੇ ਦੇਖੋ ਆਹ ਸਾਰਾ ਕੁਛ ਤੁਸੀਂ ਮੈਂ ਅਸੀਂ ਇਕੱਲੀ ਹਾਈਡਰੋਜਨ ਤੋਂ ਨਹੀਂ ਬਣੇ, ਕਾਰਬਨ, ਆਕਸੀਜਨ, ਨਾਈਟ੍ਰੋਜਨ, ਜ਼ਿੰਕ, ਕ੍ਰੋਮੀਅਮ, ਮੈਗਨੀਸ਼ੀਅਮ, ਮੈਂਗਨੀਜ਼, ਗੋਲਡ, so many other elements। ਉਹ ਕਿੱਦਾਂ ਬਣੇ, that is the most important part, right। ਉਹ ਕਿੱਦਾਂ ਬਣਦੇ ਆ। ਹੁਣ ਉਹ ਕਿੱਦਾਂ ਬਣਦੇ ਆ,
ਜਦੋਂ ਫਰੈਡ ਹੋਇਲ ਨੇ ਕਿਹਾ ਕਿ ਜਿਹੜੇ ਤਾਰਿਆਂ ਦੀ ਕੋਰ ਹੁੰਦੀ ਹੈ ਨਾ, ਹਾਈਡਰੋਜਨ ਤੋਂ ਹੀਲੀਅਮ ਬਣਦੀ ਹੈ, ਉੱਥੇ ਸਟਾਪ ਨਹੀਂ ਕਰਦਾ, ਠੀਕ ਹੈ, ਉਹ ਅੱਗੇ ਹੋਰ ਐਲੀਮੈਂਟਸ ਵੀ ਬਣਾਉਂਦੇ ਆ। ਹਬਲ ਟੈਲੀਸਕੋਪ ਦੀ ਆਪਾਂ ਗੱਲ ਕੀਤੀ ਸੀ, ਰਾਈਟ। ਹਬਲ ਤੋਂ ਬਾਅਦ ਇੱਕ ਹੋਰ ਹਬਲ ਟੈਲੀਸਕੋਪ ਸਪੇਸ ਦੇ ਵਿੱਚ ਵੀ ਛੱਡਿਆ ਗਿਆ ਸੀਗਾ, ਐਡਵਿਨ ਹਬਲ ਦੇ ਨਾਮ ਤੇ ਉਹਨੂੰ ਨੇਮ ਕੀਤਾ ਗਿਆ। ਸੋ ਹਬਲ ਟੈਲੀਸਕੋਪ ਦੇ ਵਿੱਚ ਆਪਾਂ ਜਦੋਂ ਫੋਟੋਆਂ ਦੇਖਦੇ ਹਾਂ ਤਾਂ ਉੱਥੇ ਸੁਪਰਨੋਵਾਸ ਦੀ, ਨੈਬੂਲਾਸ ਦੀ ਫੋਟੋ ਆਉਂਦੀ ਹੈ, ਰਾਈਟ। ਐਂਡ ਵਟ ਇਜ਼ ਅ ਨੈਬੂਲਾ? ਨੈਬੂਲਾ ਇਜ਼ ਜਸਟ ਅ ਨਰਸਰੀ ਜਿੱਥੇ ਸਟਾਰਸ ਬਣਦੇ ਆ, ਠੀਕ ਹੈ। ਹੁਣ ਉਹ ਫੋਟੋਆਂ ਜਦੋਂ ਆਪਾਂ ਦੇਖਦੇ ਹਾਂ ਤਾਂ ਉਹਨਾਂ 'ਚ ਹਰ ਇੱਕ ਨੈਬੂਲਾ ਦਾ ਕਲਰ ਵੱਖਰਾ ਹੁੰਦਾ। ਜੇ ਤੁਸੀਂ ਸਪੇਸ ਦੀ ਕੋਈ ਫੋਟੋ ਦੇਖੋ ਨਾ, ਤਾਂ ਹਰ ਇੱਕ ਨੈਬੂਲਾ ਦਾ ਕਲਰ ਵੱਖਰਾ ਹੁੰਦਾ। ਉਹ ਕਲਰ ਇਸ ਕਰਕੇ ਵੱਖਰਾ ਹੁੰਦਾ ਕਿਉਂਕਿ ਹਰ ਇੱਕ ਨੈਬੂਲਾ ਦੇ ਵਿੱਚ ਡਿਫਰੈਂਟ ਐਟਮਸ ਵੱਖਰੇ ਹੁੰਦੇ ਆ। ਕਿਤੇ ਹੈਵੀ ਮੈਟਲਸ ਹੋ ਸਕਦੀਆਂ, ਕਿਤੇ ਨੌਨ ਮੈਟਲਸ ਹੋ ਸਕਦੇ ਆ, ਇਸ ਕਰਕੇ ਉਹਨਾਂ ਦਾ ਕਲਰ ਡਿਫਰੈਂਟ ਹੁੰਦਾ। ਤੇ ਫਰੈਡ ਹੋਇਲ ਨੇ ਕੀ ਪ੍ਰੈਡਿਕਟ ਕੀਤਾ ਸੀ ਕਿ ਯਾਰ ਵੀ ਹਾਈਡਰੋਜਨ ਤੋਂ ਅੱਗੇ ਐਲੀਮੈਂਟਸ ਬਣਦੇ ਹੋਣੇ, ਜਿਵੇਂ 2 ਜਦੋਂ ਹਾਈਡਰੋਜਨ ਜੁੜੇ ਤਾਂ ਹੀਲੀਅਮ ਬਣ ਗਿਆ, 3 ਹੀਲੀਅਮ ਜੁੜੇ ਤਾਂ ਕਾਰਬਨ ਬਣ ਗਿਆ, 2 ਕਾਰਬਨ ਜੁੜੇ ਤਾਂ ਮੈਗਨੀਸ਼ੀਅਮ ਬਣ ਗਿਆ, ਮੈਗਨੀਸ਼ੀਅਮ ਤੋਂ ਨਿਓਨ ਐਂਡ ਸੋ ਔਨ। ਤੇ ਜਿਹੜਾ ਇਹ ਪ੍ਰੋਸੈਸ ਸੀਗਾ ਇਹ ਲੱਖਾਂ ਸਾਲਾਂ ਵਾਸਤੇ ਹੋਇਆ, ਠੀਕ ਹੈ, ਬੜੇ ਸਾਲ ਇਹ ਪ੍ਰੋਸੈਸ ਚੱਲਿਆ। ਮਗਰ ਇਹ ਪ੍ਰੋਸੈਸ ਜਿਹੜਾ ਸੀਗਾ ਨਾ ਆਇਰਨ ਤੇ ਆ ਕੇ ਰੁਕ ਜਾਂਦਾ ਸੀ, ਕਿਉਂਕਿ ਆਇਰਨ ਜਿਹੜਾ ਹੁੰਦਾ ਨਾ, ਆਇਰਨ ਜਦੋਂ ਆਪਾਂ ਆਇਰਨ ਦੀ ਗੱਲ ਕਰਦੇ ਹਾਂ, ਇਹਦਾ ਮੈਗਨੈਟਿਕ ਫੀਲਡ ਵੀ ਹੁੰਦਾ ਵਾ, ਠੀਕ ਹੈ, ਤੇ ਇਹਦਾ ਇਲੈਕਟ੍ਰੀਕਲ ਫੀਲਡ ਵੀ ਹੁੰਦਾ। ਇਹ ਗ੍ਰੈਵਿਟੀ ਨੂੰ ਡਿਫਰੈਂਟ ਤਰੀਕੇ ਨਾਲ ਪਰਸੀਵ ਕਰਦਾ। ਸੋ ਜਿਹੜੇ ਆਇਰਨ ਤੋਂ ਹੈਵੀ ਐਲੀਮੈਂਟ ਸਟਾਰਸ ਬਣਾਉਂਦੇ ਨਹੀਂ ਹੈਗੇ, ਠੀਕ ਹੈ। ਹੁਣ ਅਗਲਾ ਇੱਕ ਫੈਕਟ ਤੁਹਾਨੂੰ ਦੱਸਣਾ, ਤੇ ਇਹ ਤੁਸੀਂ ਫੈਕਟ ਆਪਣੀ ਵਾਈਫ, ਆਪਣੀ ਸਹੇਲੀ, ਆਪਣੀ ਮੰਮੀ ਨੂੰ ਜ਼ਰੂਰ ਦੱਸਿਓ, ਠੀਕ ਹੈ। ਮਗਰ ਇਹਦੇ ਵਿੱਚ ਥੋੜਾ ਜਿਹਾ ਨੁਕਸਾਨ ਤੁਹਾਡਾ ਹੋਣਾ ਜੇ ਤੁਸੀਂ ਫੈਕਟ ਘਰੇ ਕਿਸੇ ਲੇਡੀ ਨੂੰ ਦੱਸ ਦੋਗੇ। ਉਹ ਫੈਕਟ ਕੀ ਹੈ ਕਿ ਗੋਲਡ ਕਿੱਦਾਂ ਬਣਦਾ। ਗੋਲਡ ਇੱਕ ਹੈਵੀ ਐਟਮ, ਐਟਮ ਇਟਸੈਲਫ ਇਜ਼ ਹੈਵੀਅਰ ਦੈਨ ਆਇਰਨ। ਹੁਣ ਹੈਵੀ ਐਟਮ ਆਇਰਨ ਤੋਂ ਜ਼ਿਆਦਾ ਹੈਵੀ ਐਟਮ ਕਿੱਦਾਂ ਬਣੇ? ਆਇਰਨ ਤੇ ਆ ਕੇ ਸਟਾਰਸ ਜਿਹੜਾ ਹੁੰਦਾ ਐਟਮ ਬਣਾਉਣੇ ਬੰਦ ਕਰ ਦਿੰਦਾ, ਹੈਵੀ ਐਟਮ ਉਸ ਤੋਂ ਜ਼ਿਆਦਾ ਕਿੱਦਾਂ ਬਣਦੇ ਆ, ਤੇ ਹੈਵੀ ਐਟਮ ਰੇਅਰ ਕਾਤੇ ਹੁੰਦੇ ਆ, ਇਹ ਚੀਜ਼ ਤੁਹਾਨੂੰ ਅੰਡਰਸਟੈਂਡ ਕਰਨੀ ਹੈ। ਐਂਡ ਵਨ ਆਫ ਦਾ ਹੈਵੀ ਐਟਮ ਇਜ਼ ਗੋਲਡ। ਹੁਣ ਜਦੋਂ ਆਪਾਂ ਨੂੰ ਪਤਾ ਜਦੋਂ ਇੱਕ ਤਾਰਾ ਦੀ ਲਾਈਫ ਖਤਮ ਹੋ ਜਾਂਦੀ ਹੈ ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਸੁਪਰਨੋਵਾ, ਹਨਾ, ਸਟਾਰ ਬਲੋ ਅਪ, ਠੀਕ ਹੈ, એનર્ਜੀ ਪ੍ਰੋਡਿਊਸ ਕਰਦਾ ਵਾ। ਜਦੋਂ 2 ਸੁਪਰਨੋਵਾਸ, ਜਦੋਂ ਡੈਥ ਆਫ 2 ਸਟਾਰ ਦੀ ਡੈਥ ਹੁੰਦੀ ਆ, ਉਹ ਸੁਪਰਨੋਵਾ ਬਣਦੇ ਆ, ਤੇ ਜਦੋਂ ਇੱਕ ਦੂਜੇ ਦੇ ਨਜ਼ਦੀਕ ਹੁੰਦੇ ਆ ਉਹ, ਤਾਂ ਉਹ ਇੰਨੀ ਹੀਟ ਪ੍ਰੋਡਿਊਸ ਕਰਦੇ ਆ ਕਿ ਉਹ ਆਇਰਨ ਨੂੰ ਜਾਂ ਹੋਰ ਐਲੀਮੈਂਟਸ ਨੂੰ ਕੰਬਾਈਨ ਕਰਕੇ ਆਇਰਨ ਤੋਂ ਜ਼ਿਆਦਾ ਹੈਵੀ ਐਲੀਮੈਂਟ ਕ੍ਰੀਏਟ ਕਰ ਸਕਦੇ ਆ। ਐਂਡ ਉਹਨਾਂ ਵਿੱਚੋਂ ਇੱਕ ਐਟਮ ਹੁੰਦਾ ਗੋਲਡ। ਗੋਲਡ ਇਜ਼ ਅ ਵੈਰੀ ਗੁੱਡ ਐਗਜ਼ਾਮਪਲ ਆਫ ਦੈਟ, ਰਾਈਟ। ਸੁਪਰਨੋਵਾਸ ਕੋਲਾਈਡ ਕਰਦੇ ਆ ਤਾਂ ਗੋਲਡ ਬਣਦਾ। ਗੋਲਡ ਇੰਨਾ ਰੇਅਰ ਹੈ, ਠੀਕ ਹੈ। ਸੋ ਜੇ ਤੁਸੀਂ ਇਨਵੈਸਟਮੈਂਟ ਕਰਦੇ ਹੋ ਤਾਂ ਤੁਹਾਨੂੰ ਇਹ ਯੂ ਕੈਨ ਸੇ ਗੋਲਡ ਇਜ਼ ਦੈਟ ਰੇਅਰ, ਇਸ ਕਰਕੇ ਦੀ ਵੈਲਿਊ ਕਦੇ ਘੱਟ ਨਹੀਂ ਹੋ ਸਕਦੀ। ਇਸ ਕਰਕੇ ਹੋਰ ਇੱਕ ਸੋਚਣ ਵਾਲੀ ਗੱਲ ਹੈ, ਜਿਵੇਂ ਹੀਰਾ ਵਾ, ਹੀਰੇ ਨੂੰ ਅਸੀਂ ਕਹਿੰਦੇ ਹਾਂ ਬੜਾ ਵੈਲਿਊਏਬਲ ਆ, ਬਟ ਹੀਰੇ ਨੂੰ ਤੁਸੀਂ ਲੈਬ 'ਚ ਕ੍ਰੀਏਟ ਕਰ ਸਕਦੇ ਹੋ, ਕਿਉਂਕਿ ਉਹਦੇ ਵਾਸਤੇ ਕੰਡੀਸ਼ਨ ਸਿਰਫ ਪ੍ਰੈਸ਼ਰ ਚਾਹੀਦਾ, ਰਾਈਟ। ਯੂ ਜਸਟ ਪ੍ਰੈਸ ਇਟ ਹਾਰਡ ਇਨਫ, ਪ੍ਰੈਸ਼ਰ ਜ਼ਿਆਦਾ ਹੋਵੇ, ਤੁਸੀਂ ਜ਼ਰਕੋਨੀਆ ਜਿੱਦਾਂ ਹੁੰਦਾ ਨਕਲੀ ਹੀਰੇ ਬਣ ਜਾਂਦੇ, ਮਾਰਕੀਟ 'ਚ ਬੜੇ ਹੁੰਦੇ ਆ। ਮਗਰ ਐਟਮ ਕ੍ਰੀਏਟ ਕਰਨੇ ਬੜੇ ਔਖੇ ਆ, ਕਿਉਂਕਿ ਉਹਨਾਂ ਵਾਸਤੇ ਟੈਂਪਰੇਚਰ ਬਹੁਤ ਹਾਈ ਚਾਹੀਦਾ ਹੁੰਦਾ। ਯੂ ਨੀਡ ਐਕਸਟ੍ਰੀਮ ਹੌਟ ਟੈਂਪਰੇਚਰ ਜੇ ਤੁਸੀਂ ਐਟਮ ਬਣਾਉਣੇ ਆ। ਸੋ ਜਿਹੜਾ ਪਹਿਲੇ ਹੈਵੀ ਐਟਮ ਸੀਗੇ, ਇਹ 500 ਮਿਲੀਅਨ ਸਾਲ ਇਹਨਾਂ ਨੂੰ ਲੱਗ ਗਏ ਬਣਨ ਨੂੰ, ਠੀਕ ਹੈ। ਹੁਣ ਜਦੋਂ ਤੱਕ 9 ਬਿਲੀਅਨ ਈਅਰਸ ਯੂਨੀਵਰਸ ਦੀ ਕ੍ਰੀਏਸ਼ਨ ਨੂੰ ਹੋ ਗਏ, ਠੀਕ ਹੈ। ਹੁਣ ਸਾਰੇ ਜਿਹੜੇ ਐਲੀਮੈਂਟ ਸੀਗੇ ਸਾਨੂੰ ਬਣਾਉਣ ਵਾਸਤੇ ਉਹ ਰੈਡੀ ਸੀ। ਐਂਡ ਦੈਨ ਹੁੰਦਾ ਕੀ ਹੈ ਕਿ ਇੱਕ ਸਟਾਰ ਬਣਦਾ, ਠੀਕ ਹੈ। ਉਹ ਸਟਾਰ ਦੇ ਆਸੇ-ਪਾਸੇ ਪਲੈਨਟਸ ਬਣਦੇ ਆ, ਜਿਹੜਾ ਸਾਡਾ ਸੋਲਰ ਸਿਸਟਮ ਹੈ, ਠੀਕ ਹੈ। ਤੇ ਉਹ ਫਿਰ ਜਿੰਨੇ ਤੁਹਾਡੇ ਹੈਵੀ ਐਲੀਮੈਂਟਸ ਨੇਗੇ, ਠੀਕ ਹੈ, ਜਿਹੜਾ ਗੋਲਡ ਵੀ ਧਰਤੀ ਤੇ ਹੈਗਾ ਉਹ ਮੀਟੀਓਰ ਬਣ ਕੇ ਡਿੱਗਿਆ। ਜੇ ਤੁਸੀਂ ਕਦੇ ਟਿਕਟੌਕ ਤੇ ਵੀ ਦੇਖਦੇ ਹੋ ਤਾਂ ਤੁਹਾਨੂੰ ਦਿਖਦਾ ਹੋਊਗਾ ਕਿ ਯਾਰ ਇੱਕ ਬੜੇ ਮੀਟੀਓਰਸ ਨੇ, ਪਿਓਰ ਗੋਲਡ ਦੇ ਹੀ ਮੀਟੀਓਰਸ ਨੇ, ਘੁੰਮਦੇ ਫਿਰਦੇ ਆ, ਠੀਕ ਹੈ। ਈਵਨ ਅਮਰੀਕਾ ਦੇ ਵਿੱਚ ਇੱਕ ਬਿਲੀਅਨੀਅਰ ਵੀ ਹੈਗਾ ਵਾ, ਉਹਨੇ ਕਾਫੀ ਮੀਟੀਓਰਸ ਨੇ ਮਾਰਕ ਕੀਤੇ ਹੋਏ ਆ ਜਿਨ੍ਹਾਂ ਵਿੱਚ ਹੈਵੀ ਐਲੀਮੈਂਟਸ ਆ। ਉਹਦਾ ਪਲਾਨ ਆ ਕਿ ਉੱਥੇ ਜਾਵੇ, ਉਹਨਾਂ ਮੀਟੀਓਰਸ ਤੇ ਡਿਗਿੰਗ ਕਰੇ ਤੇ ਉਹ ਹੈਵੀ ਐਲੀਮੈਂਟਸ ਨੂੰ ਵਾਪਸ ਧਰਤੀ ਤੇ ਲੈ ਕੇ ਆਵੇ, ਠੀਕ ਹੈ। ਸੋ ਉਹ ਜਿਹੜੇ ਸਾਰੇ ਕਹਿਣ ਤੋਂ ਭਾਵ ਕੀ ਹੈ ਕਿ ਜਿਹੜੇ ਯੂਨੀਵਰਸ ਨੇ ਜਿੰਨੇ ਐਲੀਮੈਂਟ ਕ੍ਰੀਏਟ ਕੀਤੇ, ਜਿਹੜੇ ਲਾਈਫ ਨੂੰ ਸਪੋਰਟ ਕਰ ਸਕਦੇ ਸੀਗੇ, ਠੀਕ ਹੈ,
ਉਹ ਸਾਰਿਆਂ ਨੂੰ 9 ਬਿਲੀਅਨ ਈਅਰਸ ਪਹਿਲਾਂ ਉਹ ਸਾਰੇ ਇੱਕ ਪਲੈਨਟ ਤੇ ਇਕੱਠੇ ਹੁੰਦੇ ਆ, ਠੀਕ ਹੈ। ਹੁਣ ਜਿਹੜਾ ਸਾਡਾ ਪਲੈਨਟ ਆ ਇਹ ਗੋਲਡੀਲੌਕ ਜ਼ੋਨ ਦੇ ਵਿੱਚ ਐਗਜ਼ਿਸਟ ਕਰਦਾ, ਕਿ ਨਾ ਤਾਂ ਇਹ ਜ਼ਿਆਦਾ ਗਰਮ ਹੈ ਕਿ ਜਿੱਥੇ ਪਾਣੀ ਇਵੈਪੋਰੇਟ ਹੋ ਜੇ, ਨਾ ਇਹ ਬਹੁਤ ਜ਼ਿਆਦਾ ਠੰਡਾ ਜਿੱਥੇ ਪਾਣੀ ਫਰੀਜ਼ ਹੋ ਜੇ। ਜਿਹੜਾ ਸਾਡਾ ਪਾਣੀ ਹੈ ਇਹਦੇ ਵਿਚਲਾ ਜਿਹੜਾ ਹਾਈਡਰੋਜਨ ਐਟਮ ਹੈ, ਸਾਰੇ ਦੇ ਸਾਰੇ ਜਿਹੜੇ ਹਾਈਡਰੋਜਨ ਐਟਮ ਆ ਇਹ 14 ਬਿਲੀਅਨ ਈਅਰਸ ਪੁਰਾਣੇ ਹੈ। ਜਿਹੜਾ ਪਾਣੀ ਅਸੀਂ ਅੱਜ ਪੀਂਦੇ ਹਾਂ, ਜਿਹੜਾ ਪਾਣੀ ਮੈਂ ਪੀ ਰਿਹਾ ਹਾਂ, ਇਹਦੇ ਹਾਈਡਰੋਜਨ ਦੇ ਐਟਮ ਯੂਨੀਵਰਸ ਦੇ ਜਿੰਨੇ ਪੁਰਾਣੇ ਆ। ਸੋ ਪਾਣੀ ਦੀ ਕਦਰ ਕਰਨੀ ਚਾਹੀਦੀ ਹੈ, ਪਾਣੀ ਦੀ ਕਦਰ ਇਸ ਕਰਕੇ ਵੀ ਕਰੋ, ਠੀਕ ਹੈ, ਕਿਉਂਕਿ ਜਿਹੜੀ ਇਹਦੇ ਵਿਚਲੀ ਹਾਈਡਰੋਜਨ ਹੈ ਬਹੁਤ ਜ਼ਿਆਦਾ ਪੁਰਾਣੀ ਹੈ। ਤੇ ਇਹ ਜਿਹੜਾ ਸੇਮ ਪਾਣੀ ਹੈ ਕਿਸੇ ਵਕਤ ਸਿਮਿਲਰ ਵਾਟਰ ਡਾਇਨਾਸੋਰ ਨੇ ਵੀ ਪੀਤਾ ਸੀਗਾ, ਇਹ ਵੀ ਅਨਦਰ ਫੈਕਟ ਹੈ, ਠੀਕ ਹੈ। ਸੋ ਇੰਨਾ ਜ਼ਿਆਦਾ ਟਾਈਮ ਲੱਗਿਆ ਯੂਨੀਵਰਸ ਦੇ ਵਿੱਚ ਸਾਰਾ ਕੁਝ ਬਣਨ ਨੂੰ, ਸਾਰਾ ਕੁਝ ਹੋਣ ਨੂੰ। ਹੁਣ ਤੁਹਾਡੇ ਦਿਮਾਗ 'ਚ ਕੁਐਸਚਨ ਆਉਣਾ ਕਿ ਯਾਰ ਇਹ ਪੂਰੀ ਸਟੋਰੀ ਤਾਂ ਹੈ ਨਹੀਂ ਗੀ, ਰਾਈਟ? ਕੁਐਸਚਨ ਆਇਆ ਹੋਣਾ ਕਿ ਇੰਨਾ ਟਾਈਮ ਸੁਣਿਆ ਬਟ ਫਿਰ ਵੀ ਸਾਨੂੰ ਪੂਰੀ ਸਟੋਰੀ ਪਤਾ ਨਹੀਂ ਲੱਗੀ। ਸੋ ਇਹਦਾ ਸਿੰਪਲ ਆਨਸਰ ਇਹ ਆ ਕਿ ਸਾਨੂੰ ਪੂਰੀ ਸਟੋਰੀ ਪਤਾ ਨਹੀਂ ਹੈਗੀ, ਠੀਕ ਹੈ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਕ੍ਰੀਏਸ਼ਨ ਆਫ ਯੂਨੀਵਰਸ ਜਿਹੜੀ ਹੈਗੀ ਹੈ ਨਾ, ਇਮੈਜਿਨ ਕਰੋ ਇੱਕ ਪਜ਼ਲ ਹੈ ਜਿਹਦੇ ਤੁਸੀਂ ਪੀਸ ਜੋੜ ਕੇ ਇੱਕ ਪੂਰੀ ਪਿਕਚਰ ਤਿਆਰ ਕਰਨੀ ਹੈ। ਤਾਂ ਉਹ ਜਿਹੜੀ ਉਹ ਪਜ਼ਲ ਦੇ ਪੀਸਿਸ ਨੇ 1000, ਠੀਕ ਹੈ, ਤੇ ਤੁਹਾਡੇ ਕੋਲੇ ਅਵੇਲੇਬਲ ਪੀਸਿਸ ਨੇ ਸਿਰਫ 15। ਤਾਂ ਤੁਸੀਂ ਪੂਰੀ ਪਿਕਚਰ ਨਹੀਂ ਤਿਆਰ ਕਰ ਸਕਦੇ। ਮਗਰ ਉਹ 15 ਪੀਸ ਦੇਖ ਕੇ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਯਾਰ ਇੱਥੇ ਵੀ ਪੈਨ ਦੀ ਨੋਕ ਹੈ ਤਾਂ ਸ਼ਾਇਦ ਇੱਥੇ ਪੂਰਾ ਪੈਨ ਹੋਊਗਾ, ਹਨਾ। ਇੱਥੇ ਇੱਕ ਛੋਟੇ ਜਿਹੇ ਪੰਨੇ ਦਾ ਕਾਰਨਰ ਹੈ, ਸ਼ਾਇਦ ਇੱਥੇ ਪੂਰਾ ਪੰਨਾ ਹੋਊਗਾ। ਤੁਸੀਂ ਉਹਦੇ ਤੇ ਐਕਸਪੈਰੀਮੈਂਟ ਕਰਦੇ ਹੋ। ਇਦਾਂ ਹੀ ਜਿਹੜੇ ਪੂਰੇ ਸਾਇੰਟਿਸਟ ਨੇ ਉਹ ਇਦਾਂ ਹੀ ਐਕਸਪੈਰੀਮੈਂਟਸ ਰਨ ਕਰਦੇ ਆ। ਜਿੰਨੀ ਉਹਨਾਂ ਕੋਲੇ ਇਨਫੋਰਮੇਸ਼ਨ ਆ ਉਹਦੇ ਨਾਲ ਉਹ ਪਿਕਚਰ ਸਿਰਜਣ ਦੀ ਕੋਸ਼ਿਸ਼ ਕਰਦੇ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਬਿਗ ਬੈਂਗ ਦੇ ਵਕਤ ਕੀ ਹੋਇਆ ਉਹ ਸਾਨੂੰ ਨਹੀਂ ਪਤਾ, ਮਗਰ ਉਸ ਤੋਂ ਬਾਅਦ ਹਨਾ ਫ੍ਰੈਕਸ਼ਨ ਆਫ ਅ ਸੈਕਿੰਡ ਬਾਅਦ ਕੀ ਹੋਇਆ, ਬਿਲੀਅਨਥ ਫ੍ਰੈਕਸ਼ਨ ਆਫ ਅ ਸੈਕਿੰਡ ਬਾਅਦ ਕੀ ਹੋਇਆ, ਉਹ ਅਸੀਂ ਦੱਸ ਸਕਦੇ ਹਾਂ। ਹੁਣ ਬੜੇ ਕੁਐਸਚਨਸ ਨੇ ਈਵਨ ਜਿਹੜੇ ਆਹ ਕਿਤਾਬ ਦੇ ਵਿੱਚ ਵੀ ਦੱਸੇ ਗਏ ਆ ਕਿ ਪਹਿਲਾਂ ਯੂਨੀਵਰਸ ਇੰਨਾ ਹੌਟ ਕਿਉਂ ਸੀਗਾ। ਵੀ ਡੋਂਟ ਨੋ। ਯੂਨੀਵਰਸ ਯੂਨੀਫਾਰਮ ਕਾਤੇ ਹੈ, ਜਿਵੇਂ ਜਿੱਧਰ ਨੂੰ ਵੀ ਤੁਸੀਂ ਦੇਖੋ ਇੱਕੋ ਜਿਹਾ ਦਿਖਦਾ ਵਾ, ਇਹ ਕਾਤੇ ਹੈ ਇਹ ਵੀ ਸਾਨੂੰ ਨਹੀਂ ਪਤਾ, ਠੀਕ ਹੈ। ਹੁਣ ਯੂਨੀਵਰਸ ਜਿਹੜਾ ਪਹਿਲਾਂ ਸੀਗਾ ਉਹ ਸਪੀਡ ਆਫ ਲਾਈਟ ਤੋਂ ਵੀ ਜ਼ਿਆਦਾ ਫਾਸਟ ਤਰੀਕੇ ਨਾਲ ਐਕਸਪੈਂਡ ਕਰ ਰਿਹਾ ਸੀ, ਐਂਡ ਹੁਣ ਨਹੀਂ ਕਰ ਰਿਹਾ। ਵਾਈ ਇਜ਼ ਦੈਟ? ਵੀ ਡੋਂਟ, ਸਾਡੇ ਕੋਲੇ ਇੱਕ ਪੱਕਾ ਆਨਸਰ ਨਹੀਂ ਹੈਗਾ, ਠੀਕ ਹੈ। ਤਾਂ ਹੁਣ ਇੱਕ ਹੋਰ ਆਨਸਰ ਕੀ ਹੈ ਕਿ ਜੇ ਯੂਨੀਵਰਸ ਜਿਹੜਾ ਹੈਗਾ ਸਾਰੀ ਜਗ੍ਹਾ ਤੇ ਹੋਮੋਜੀਨੀਅਸ ਆ, ਕਹਿਣ ਤੋਂ ਭਾਵ ਕਿ ਇੱਕੋ ਜਿਹਾ ਵਾ, ਤਾਂ ਇਰਰੈਗੂਲੈਰਿਟੀਜ਼ ਕਿਹੜੀਆਂ ਚੀਜ਼ ਇਰਰੈਗੂਲੈਰਿਟੀਜ਼ ਪ੍ਰੋਡਿਊਸ ਕਰਦੀਆਂ ਵਾ, ਠੀਕ ਹੈ। ਸੋ ਇਹ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਹੈ। ਇੱਕ ਹੋਰ ਚੀਜ਼ ਇੱਥੋਂ ਤੁਹਾਨੂੰ ਅੰਡਰਸਟੈਂਡ ਕਰਨ ਵਾਲੀ ਹੈ ਕਿ ਵਕਤ ਕੀ ਹੈ। ਵਟ ਇਜ਼ ਟਾਈਮ? ਵੀ ਡੋਂਟ ਨੋ ਵਟ ਇਜ਼ ਟਾਈਮ। ਟਾਈਮ ਦਾ ਸਾਡੇ ਕੋਲ ਇੱਕੋ ਰੈਫਰੈਂਸ ਹੈ ਕਿ ਯਾਰ ਅਸੀਂ ਟਰੇਸ ਬੈਕ ਕਰ ਲੈਂਦੇ ਹਾਂ ਕਿ ਪਹਿਲਾ ਇਵੈਂਟ ਯੂਨੀਵਰਸ ਦੇ ਵਿੱਚ ਕਦੋਂ ਹੋਇਆ, ਅਸੀਂ ਟਾਈਮ ਨੂੰ ਉੱਥੇ ਟਰੇਸ ਬੈਕ ਕਰ ਲੈਂਦੇ ਹਾਂ, ਜਿਹੜਾ ਕਿ 14 ਬਿਲੀਅਨ ਈਅਰਸ ਆਪਾਂ ਕਰ ਲੈਂਦੇ ਹਾਂ। ਟਾਈਮ ਦੀ ਐਕਸਪਲੇਨੇਸ਼ਨ ਵੀ ਸਾਨੂੰ ਨਹੀਂ ਪਤਾ ਕਿ ਕੀ ਕੋਈ ਮੋਲੀਕਿਊਲ ਹੈ ਜਿਹੜਾ ਟਾਈਮ ਕ੍ਰੀਏਟ ਕਰਦਾ, ਕੋਈ ਪਾਰਟੀਕਲ ਹੈ, ਰਾਈਟ। ਸੋ ਇਹ ਸਾਰੇ ਕੁਐਸਚਨ ਆ। ਖੈਰ ਆਈ ਨੋ ਕਾਫੀ ਇਨਫੋਰਮੇਸ਼ਨ ਇਹੋ ਜਿਹੀ ਹੈ ਜਿਹੜੀ ਅੰਡਰਸਟੈਂਡ ਕਰਨ ਵਾਲੀ ਨਹੀਂ ਹੈਗੀ ਤੇ ਅੰਡਰਸਟੈਂਡ ਹੋਣਾ ਵੀ ਨਹੀਂ ਚਾਹੀਦਾ। ਕ੍ਰੀਏਸ਼ਨ ਆਫ ਯੂਨੀਵਰਸ ਇੰਨੀ ਸਿੰਪਲ ਨਹੀਂ ਹੈ ਕਿ ਇੱਕ ਵੀਡੀਓ ਦੇਖੀ, ਇੱਕ ਪੋਡਕਾਸਟ ਸੁਣਿਆ ਤੇ ਤੁਹਾਨੂੰ ਉਹ ਪਤਾ ਲੱਗ ਜੇ। ਮਗਰ ਇਹ ਵੀਡੀਓ ਤੋਂ ਤੁਸੀਂ ਸਿੱਖ ਕੀ ਸਕਦੇ ਹੋ ਕਿ ਯੂਨੀਵਰਸ ਕਿੰਨਾ ਪੁਰਾਣਾ, ਹਨਾ। ਐਡਵਿਨ ਹਬਲ ਦੀ ਡਿਸਕਵਰੀ ਦੇਖੋ, ਸਟਾਰਸ ਮੈਟਰ ਕਿੱਦਾਂ ਪ੍ਰੋਡਿਊਸ ਹੋਇਆ, E=mc², ਠੀਕ ਹੈ। ਐਟਮ ਦੀ ਕ੍ਰੀਏਸ਼ਨ ਕਿੱਦਾਂ ਹੁੰਦੀ ਹੈ, ਫਰੈਡ ਹੋਇਲ ਦਾ ਆਈਡੀਆ ਸਟਾਰਸ ਵਾਲਾ। ਕਾਸਮਿਕ ਮਾਈਕ੍ਰੋਵੇਵ ਬੈਕਗਰਾਉਂਡ ਕੀ ਹੈ, ਆਰਨੋ ਪੈਨਜ਼ੀਅਸ ਦੀ ਡਿਸਕਵਰੀ, ਠੀਕ ਹੈ। ਰੋਜਰ ਪੈਨਰੋਜ਼ ਐਂਡ ਸਟੀਵਨ ਹਾਕਿੰਗ ਦੀ ਸਿੰਗੂਲੈਰਿਟੀ ਦਾ ਆਈਡੀਆ ਕਿ ਬਲੈਕ ਹੋਲ ਬਣਦਾ ਜਿੱਦਾਂ ਸਟਾਰ ਦੀ ਡੈਥ ਤੇ ਗ੍ਰੈਵਿਟੀ ਕਲੈਪਸ ਤੇ, ਉੱਦਾਂ ਯੂਨੀਵਰਸ ਦੀ ਜੇ ਗ੍ਰੈਵਿਟੀ ਕਲੈਪਸ ਆਪਾਂ ਕਰਦੇ ਹਾਂ ਤਾਂ ਵੀ ਗੋ ਟੂ ਅ ਸਿੰਗੂਲੈਰਿਟੀ ਜਿਹਨੇ ਯੂਨੀਵਰਸ ਬਣਾਇਆ ਹੋਣਾ ਵਾ, ਯੂ ਨੋ। ਐਂਡ ਵੀ ਟਾਕ ਅਬਾਊਟ ਸੋ ਮੈਨੀ ਅਦਰ ਫੈਕਟਰਸ। ਸੋ ਬੁੱਕਸ ਦੀ ਮੈਂ ਡਿਸਕ੍ਰਿਪਸ਼ਨ ਜਿਹੜੀ ਹੈਗੀ ਹੈ ਨੀਚੇ ਲਿਖੀ ਹੋਈ ਹੈ। ਜੇ ਤੁਸੀਂ ਦੁਬਾਰਾ ਜ਼ਿਆਦਾ ਪੜ੍ਹਨਾ ਚਾਹੁੰਦੇ ਹੋ ਉਹਨਾਂ ਬੁੱਕਸ ਨੂੰ ਜਾ ਕੇ ਪੜ੍ਹੋ। ਜੇ ਕੋਈ ਚੀਜ਼ ਨਹੀਂ ਵੀ ਸਮਝ ਆਈ ਦੈਟ ਇਜ਼ ਓਕੇ। ਆਪਾਂ ਅਗਲੇ ਪੋਡਕਾਸਟ ਦੇ ਵਿੱਚ ਇਕੱਲੇ ਫਰੈਗਮੈਂਟ ਨੂੰ ਐਕਸਪਲੋਰ ਕਰ ਸਕਦੇ ਹਾਂ। ਜੇ ਤੁਹਾਡਾ ਕੋਈ ਕੁਐਸਚਨ ਹੈ ਤਾਂ ਜ਼ਰੂਰ ਪੁੱਛੋ, ਆਈ ਵੁੱਡ ਲਵ ਟੂ ਆਨਸਰ। ਫੀਡਬੈਕ ਵੀ ਦਿਓ ਕਿ ਯਾਰ ਤੁਹਾਨੂੰ ਪੋਡਕਾਸਟ ਕਿੱਦਾਂ ਦਾ ਲੱਗਿਆ, ਕਿਹੜੀ ਚੀਜ਼ ਇੰਪਰੂਵ ਕਰਨ ਵਾਲੀ ਹੈ। ਪਹਿਲੀ ਵਾਰੀ ਪੋਡਕਾਸਟ ਕਰ ਰਹੇ ਹਾਂ ਸੋ ਮੈਨੀ ਥਿੰਗਸ ਜਿਹੜੀਆਂ ਮੈਨੂੰ ਪਤਾ ਨਹੀਂ ਹੈਗੀਆਂ। ਐਂਡ ਵਿਸ਼ ਮੀ ਲੱਕ। ਸ਼ੇਅਰ ਵੀ ਕਰੋ। ਹੋਰ ਕਾਫੀ ਟੌਪਿਕਸ ਨੇ, ਆਪਾਂ ਉਹਨਾਂ 'ਤੇ ਵੀ ਗੱਲ ਕਰਾਂਗੇ, ਠੀਕ ਹੈ। ਤੇ
ਟੇਕ ਸਮਥਿੰਗ ਪੋਜ਼ਿਟਿਵ ਫਰੋਮ ਦੀ ਪੋਡਕਾਸਟ। ਆ ਬੁੱਕ ਜਿਹੜੀ ਹੈ ਟੈਲੀਗ੍ਰਾਮ ਦੇ ਗਰੁੱਪ ਤੇ ਮੈਂ ਸ਼ੇਅਰ ਕੀਤੀ ਹੋਈ ਹੈ, ਉਹਦਾ PDF ਲਿੰਕ ਕਿਹੜੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਯੂ ਕੈਨ ਡਾਊਨਲੋਡ ਫਰੋਮ ਦੈਟ ਲਿੰਕ। ਬੁੱਕ ਪੜ੍ਹੋ, ਬਹੁਤ ਇੰਟਰਸਟਿੰਗ ਬੁੱਕ ਹੈ, ਵਨ ਆਫ ਦ ਬੈਸਟ ਬੁੱਕ ਜਿਹੜੀਆਂ ਹਜੇ ਤੱਕ ਮੈਂ ਪੜ੍ਹੀਆਂ ਵਾ। ਤੇ ਸ਼ਬਾ ਖੈਰ, ਠੀਕ ਹੈ। ਆਪਾਂ ਮਿਲਦੇ ਹਾਂ ਨੈਕਸਟ ਪੋਡਕਾਸਟ ਤੇ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।